जरूर दबाओ। नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम हमदर्द न्यूज़ एंड व्यूज़ विच। मैं हां तरनजीत कौर घुम्मण हाज़र जी लैके हुण तक दीआं खास खबरां। इन्हां खबरां तो करवावांगे तुहानूं रूबरू। पूरे दिन की वापरिया इन्हां घटनावां दे बारे विच तुहानूं देवांगे जानकारी। किसी खबर उत्ते तुसीं अपने कोई विचार साडे नाल रखना चाहुंदे हो, पेश करना चाहुंदे हो, या फिर तुहाडे कोल कोई अजिही खबर या जानकारी है जो तुसीं साडे दर्शकों दे नाल सांझी करना चाहुंदे हो, सानूं अज दे लाइव प्रोग्राम विच तुसीं कॉल कर सकते हो हेठ लिखे नंबर्स दे उत्ते। सो अज जिहड़ी असीं खबरां तुहाडे नाल सांझीआं करन जा रहे हां, उहदे विचों जे प्रमुख खबरां दी गल करिए तां सब तो पहलां जिहड़ियां खबरां ने जी उहनां दे बारे असीं गलबात करांगे। कैनेडा विच अंतरराष्ट्रीय विद्यार्थी क्यों कर रहे हैं खुदकुशियां? अजकल असीं देख रहे हैं बाकी मुल्कां दी बजाय कैनेडा विच यह डैथ रेशियो बहुत ज़्यादा वध रहा है। इहदे बारे असीं गलबात करांगे। तुसीं भी अपने विचार जरूर रखिओ इस मुद्दे उत्ते। इस तो इलावा अमरीका के ग्रोसरी स्टोर ते होया हमला, 10 लोगों की हुई मौत। की बाइडन प्रशासन पा सकेगा बंदूकां ते काबू? इस तो इलावा जी विदेशों में जाके छुट्टियां मनाने वाले यूके वासियों को देना पेगा 7,000 पाउंड का जुर्माना। ओंटारियो विच की बनेगा हाईवे 413? तुहाडियां वोटां करनगियां इस बारे विच फैसला। इस दे नाल ही कदों खुलेगा कैनेडा? कंजरवेटिव्स ने लिबरल सरकार तो मंगिया पूरा प्लान। सो कैनेडा कदों खुल सकता है, इहदे बारे असीं गलबात करांगे। प्रोग्राम की शुरुआत में सब तो पहला जुड़ लैंदे जी मेरे सहयोगी मरगिंद नाची नूं। स्वागत है सर। ਤੁਹਾਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। सॉरी मैं वेसला सीगा। नहीं कोई गल नहीं सर, मैं भी स्वागत थोड़ा लेट ही कीता पॉज पा के। ਉਹ ਕਲਮ ਕਿੱਥੇ ਹੈ ਜਨਾਬ ਜਿਸ ਨਾਲ ਸੂਰਮੇ ਨੇ ਪਹਿਲੀ ਵਾਰ ਇਨਕਲਾਬ ਜ਼ਿੰਦਾਬਾਦ ਲਿਖਿਆ ਸੀ। ਸ਼ਬਦ ਅੰਗਿਆਰ ਬਣੇ, ਮਾਰੂ ਹਥਿਆਰ ਬਣੇ, ਬੇਕਸੰਦ ਯਾਰ ਬਣੇ, ਨੌਜਵਾਨ ਮੱਥਿਆਂ 'ਚ ਸਲੀਬ ਕਾਲੀ ਲਲਕਾਰ ਬਣੇ। ਉਹ ਜਾਣਦਾ ਸੀ ਕਿ ਪਸ਼ੂ ਜਿਵੇਂ ਸੁਰਖ ਕੱਪੜੇ ਤੋਂ ਡਰਦਾ ਹੈ, ਹਨੇਰਾ ਟਟਹਿਣਿਓਂ ਹਾਕਮ ਵੀ ਸ਼ਾਸਤਰ ਤੋਂ ਘਬਰਾਉਂਦਾ ਹੈ। ਸ਼ਸਤਰ ਤਾਂ ਉਹਲੇ ਤਾਂ ਲੁੱਟਣਾ ਕੁੱਟਣਾ ਦੋਵੇਂ ਕੰਮ ਆਸਾਨ, ਆਪੇ ਬਣੋ ਮਹਾਨ। ਕਲਮ ਨੂੰ ਕਲਮ ਕਰਨਾ ਮੁਹਾਲ, ਕਲਮ ਨੂੰ ਕਲਮ ਕਰਨਾ ਮੁਹਾਲ। ਉੰਗਰਦੀ ਹੈ ਬਾਰ-ਬਾਰ ਕਰੂੰਬਲਾਂ ਤੋਂ ਟਹਿਣੀਆਂ ਫਿਰ ਕਲਮਾਂ, ਅਖੰਡ ਪ੍ਰਵਾਹ ਸ਼ਬਦ ਸਿਰਜਣੀ ਦਾ। ਸੂਰਮੇ ਦੀ ਉਹ ਕਲਮ ਤਾਂ ਪਰਤਾਓ, ਉਹ ਵਰਕਾ ਤਾਂ ਵਿਖਾਓ, ਜਿਸ ਤੇ ਅੰਕਿਤ ਹੈ ਸੋਹੀ ਲਾਟ ਵਾਲਾ ਮੁਕਤੀ ਮਾਰਗ ਦਾ ਨਕਸ਼ਾ। ਜਗਦੇ ਜਾਗਦੇ ਮੱਥੇ ਕੋਲ ਪਿਸਤੌਲ ਮਗਰੋਂ ਆਉਂਦਾ ਹੈ। ਚੂੰ ਕਰ ਅਜ਼ਮਾਹੀਲ ਤੇ ਦਰਗੁਜ਼ਸ਼ਤ, ਹਲਾਲਸ ਬੁਰਦਰ ਬਸ਼ਮਸ਼ੀਰ ਦਸਤ। ਹਾਰਦੇ ਜਦ ਉਹ ਉਪਾਅ ਠੀਕ ਹਥਿਆਰਾਂ ਦਾ ਰਾਹ, ਪਰ ਸੂਰਮੇ ਨੇ ਹਰ ਇਬਾਦਤ ਕਲਮ ਨਾਲ ਲਿਖੀ। ਤੁਸੀਂ ਉਹੀ ਵਰਕਾ ਚੁੱਕੀ ਫਿਰਦੇ ਹੋ ਜੋ ਤੁਹਾਨੂੰ ਪੁੱਗਦਾ ਹੈ। ਮੁਕਤੀਆਂ ਦਾ ਸੂਰਜ ਤਾਂ ਗਿਆਨ ਭੂਮੀ ਸਿੰਜ ਕੇ ਆਪਣਾ ਆਪ ਪਿੰਜ ਕੇ ਮੱਥਿਆਂ 'ਚ ਚੜ੍ਹਦਾ ਹੈ। ਹੱਕ ਇਨਸਾਫ ਲਈ ਰਾਤ ਦਿਨ ਲੜਦਾ ਹੈ, ਹੱਕ ਇਨਸਾਫ ਲਈ ਰਾਤ दिन लड़ता है। बिल्कुल जी, जिन्हें मर्जी दहाके बीत जान, सदियां बीत जान, 23 मार्च 1931 कोई नहीं भूलेगा। सो शहीदी दिहाड़ा कहते नहीं, शहीदों की चिताओं पर लगेंगे हर बरस मेले। सो हर साल जिहड़ा यह दिहाड़ा मनाया जाता, जिन्नियां मर्जी जनरेशनस लंघ जान, जिन्नियां मर्जी नवीं जनरेशनस आ जान, पर कोई नहीं इन्हां नूं भुल सकदा। सर की कहोगे? ਕਰਨ हर माँ चाਹੁੰਦੀ है कि पुत जवान होवे। ਜਦੋਂ ਮੈਂ ਪੈਦਾ ਹੋਇਆ ਸੀ ਉਦੋਂ ਵੀ ਉਹ ਜਵਾਨ ਸੀ, ਜਦੋਂ ਮੈਂ 24 ਸਾਲਾਂ ਦਾ ਹੋਇਆ ਉਦੋਂ ਵੀ ਜਵਾਨ ਸੀ, ਜਦੋਂ ਮੈਂ 50 ਦਾ ਹੋਇਆ ਉਦੋਂ ਵੀ ਉਹ ਜਵਾਨ ਸੀ, ਹੁਣ ਮੈਂ 62 ਦਾ ਹੁਣ ਵੀ ਉਹ ਜਵਾਨ ਹੈ। ਉਹ ਜਵਾਨ ਹੀ ਰਹੇਗਾ। ਔਰ ਉਹ ਉਹਦੇ ਨਾਲ ਦੇ ਸਾਥੀ, ਇਕੱਲਾ ਉਹ ਨਹੀਂ, ਉਹਦੇ ਨਾਲ ਦੇ ਸਾਥੀ ਹਜ਼ਾਰਾਂ ਨੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ, ਉਸ ਮੁਲਕ ਤੋਂ ਕੁਰਬਾਨ ਹੋ ਗਏ ਨੇ। ਪਰ ਜੋ ਅੱਜ ਅਸੀਂ ਉਹਨਾਂ ਨੂੰ ਆਪਣੇ ਮੰਤਵਾਂ ਵਾਸਤੇ ਵਰਤ ਰਹੇ ਹਾਂ, ਖਟਕੜ ਕਲਾਂ ਦੀ ਮਿੱਟੀ ਨੂੰ ਕੋਈ ਚੁੰਮਣ ਜਾਂਦਾ, ਕੋਈ ਮੱਥੇ ਲਾਉਂਦਾ, ਉੱਥੇ ਇਕੱਠ ਕਰ ਰਹੇ ਨੇ। ਅੱਜ ਕੀਤਾ, ਹੁਣ ਤੋਂ ਪਹਿਲਾਂ ਹੁੰਦੇ ਰਹੇ ਨੇ। ਉਸ ਥਾਂ ਨੂੰ ਵਰਤਿਆ ਜਾ ਰਿਹਾ। ਇੱਕ ਮੈਨੂੰ ਲੱਗਦਾ ਕੋਈ 100 ਕਾਰਡ ਲੀਡਰ ਖਮਣੀ ਉੱਥੋਂ ਦੀ ਮਿੱਟੀ ਹੁਣ ਸੰਘੂ ਬਾਰਡਰ ਤੇ ਲੈ ਕੇ ਜਾਣ ਨੂੰ ਫਿਰਦਾ ਹੈ। ਉਹਨਾਂ ਦੇ ਆਪਦੇ ਜੇ ਤੁਸੀਂ ਅਖਲਾਕ ਦੇਖੋ, ਉਹਨਾਂ ਦਾ ਰਿਕਾਰਡ ਦੇਖੋ,
ਉਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਉਸ ਮਿੱਟੀ ਨੂੰ ਹੱਥ ਲਾਉਂਦੇ ਨੂੰ। ਇੰਨੀ ਪਵਿੱਤਰ ਮਿੱਟੀ ਹੈ, ਤੁਸੀਂ ਉਹਨੂੰ ਇੰਨੀ ਗੰਦਲੀ ਕਰ ਰਹੇ ਹੋ। ਆਪਦੇ ਸੌੜੇ ਮੰਤਵਾਂ ਵਾਸਤੇ ਤੁਸੀਂ ਉਹਨੂੰ ਪੂਰਾ ਕਰਨ ਲੱਗੇ ਹੋਏ ਹੋ। ਪਰਮਾਤਮਾ ਸਭ ਨੂੰ ਸਮਤ ਬਖਸ਼ੇ ਜਿਨ੍ਹਾਂ ਗੱਲਾਂ ਪਿੱਛੇ ਉਹਨਾਂ ਨੇ ਜਾਨਾਂ ਦਿੱਤੀਆਂ ਨੇ। ਸ਼ਾਇਦ ਹੋ ਸਕਦਾ ਜੇ ਉਹਨਾਂ ਨੂੰ ਪਤਾ ਹੁੰਦਾ, ਕਈ ਵਾਰੀ ਇਹ ਗੱਲ ਕਰਦੇ ਆ ਵੀ ਆਹ ਕੁਛ ਹੋਣਾ, ਸ਼ਾਇਦ ਉਹ ਸ਼ਹੀਦੀਆਂ ਨਾ ਦਿੰਦੇ, ਪਰ ਉਹ ਪਰਵਾਨੇ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ। ਜਵਾਨੀ 'ਚ ਪੈਰ ਰੱਖਦੇ ਤਾਂ ਬਹੁਤ ਹੀ ਚਲੇ ਗਏ ਨੇ। ਕਈ ਤਾਂ ਮੇਰੇ ਖਿਆਲ 17 ਸਾਲਾਂ ਦਾ ਸ਼ਾਇਦ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਜਿਹੜਾ ਫਾਂਸੀ ਚੜ੍ਹ ਗਿਆ ਸੀ। ਕਮਾਲ ਦੇ ਲੋਕ ਸੀ। ਤੇ ਅੱਜ ਵਾਲੇ ਉਦੋਂ ਕਮਾਲ ਦੇ ਨੇ ਜਿਹੜੇ ਉਹਨਾਂ ਦਾ ਨਾਂ ਲੈ ਕੇ ਵੱਡੀਆਂ ਬਾਰੇ ਨੇ। ਤੁਸੀਂ ਦੇਖੋ ਕਿ ਜਦੋਂ ਆਜ਼ਾਦੀ ਲਈ ਲੜੇ ਆ, ਨਾ ਇਹਨਾਂ ਵਿੱਚੋਂ ਕਿਸੇ ਨੇ ਕੋਈ ਸਿੰਘ ਵਜੋਂ ਅੱਗੇ ਆਪਣੇ ਆਪ ਨੂੰ ਪੇਸ਼ ਕੀਤਾ, ਨਾ ਕਿਸੇ ਨੇ ਆਜ਼ਾਦ ਬਣ ਕੇ ਆਪਣੇ ਆਪ ਨੂੰ ਪੇਸ਼ ਕੀਤਾ, ਨਾ ਕਿਸੇ ਨੇ ਲਾਲਾ ਲਾਜਪਤ ਰਾਏ ਬਣ ਕੇ ਆਪਣੇ ਆਪ ਨੂੰ ਪੇਸ਼ ਕੀਤਾ। ਸਭ ਹਿੰਦੁਸਤਾਨੀ ਬਣ ਕੇ, ਇੰਡੀਅਨਸ ਬਣ ਕੇ ਜਿਹੜੇ ਅੱਗੇ ਆਏ ਸੀ। ਤੇ ਅੱਜ ਉਹੀ ਦੇਸ਼ ਦੇ ਵਿੱਚ ਜਿਹੜਾ ਆ ਧਰਮ, ਨਾਮ, ਜਾਤ ਪਾਤ ਦੇ ਆਧਾਰ ਦੇ ਉੱਤੇ ਵੰਡੀਆਂ ਪਾਈਆਂ ਜਾ ਰਹੀਆਂ ਨੇ। ਤੇ ਸਾਡੇ ਨੇਤਾ ਉਸੇ ਦੇਸ਼ ਦੀ ਆਜ਼ਾਦੀ ਦਾ, ਜਿਨ੍ਹਾਂ ਨੂੰ ਇਹਨਾਂ ਨੇ ਲੈ ਕੇ ਦਿੱਤਾ ਆ, ਉਹਦਾ ਨਾਜਾਇਜ਼ ਫਾਇਦਾ ਚੱਕ ਰਹੇ ਨੇ। ਸਾਲ ਦੇ ਵਿੱਚ ਸਿਰਫ 1 ਜਾਂ 2 ਦਿਹਾੜੇ ਇਹੋ ਜਿਹੇ ਹੁੰਦੇ ਆ ਜਦੋਂ ਇਹਨਾਂ ਦੇ ਬੁੱਤਾਂ ਦੇ ਉੱਤੇ ਹਾਰ ਪਾਏ ਜਾਂਦੇ ਆ ਜਾਂ ਇਹਨਾਂ ਨੂੰ ਕਦੇ ਸਾਫ਼ ਵੀ ਕੀਤਾ ਜਾਂਦਾ ਆ। 70 ਸਾਲ ਹੋ ਗਏ ਨੇ, ਵੱਧ ਹੋ ਗਏ ਨੇ। ਹਜੇ ਤੱਕ ਅਸੀਂ ਅਨਪੜ੍ਹਤਾ ਨਹੀਂ ਖਤਮ ਕੀਤੀ। ਸਾਡੀ ਸਰਕਾਰਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਅਨਪੜ੍ਹਤਾ ਖਤਮ ਕਰਦਾ। ਕਰਨ ਇਹ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਜਿਹੜੀ ਉੱਥੇ ਵੋਟ ਪੈਂਦੀ ਹੈ, ਵੋਟ ਵੀ ਕਿਸੇ ਚੋਣ ਨਿਸ਼ਾਨ ਤੇ ਪਾਉਣੀ ਪੈਂਦੀ ਹੈ। ਅਸੀਂ ਹੁਣ ਤੱਕ ਇੰਨੇ ਜੋਗੇ ਨਹੀਂ ਹੋਏ ਕਿ ਅਸੀਂ ਉਸ ਨੂੰ ਪੜ੍ਹ ਸਕੀਏ ਕੈਂਡੀਡੇਟ ਕੌਣ ਹੈ। ਬਿਲਕੁਲ ਉਹਦਾ ਚੋਣ ਨਿਸ਼ਾਨ ਆ, ਉਹ ਤੇ ਸਟੈਂਪ ਕਰਦੇ ਹਾਂ। ਇਹ ਲਾਹਨਤ ਆ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਦੇ, ਜਿਹੜੇ ਲੋਕਾਂ ਨੂੰ ਇੰਨੇ ਜੋਗਾ ਪੜ੍ਹਾ ਵੀ ਨਹੀਂ ਸਕੇ ਕਿ ਉਹ ਜਿਹੜਾ ਲੀਡਰ ਉੱਥੇ ਖੜਾ ਉਹਦਾ ਨਾਂ ਪੜ੍ਹ ਸਕਣ। ਜੇ ਪੜ੍ਹਾ ਦਿੱਤਾ ਤੇ ਫਿਰ ਉਹ ਬਹੁਤ ਕੁਛ ਅੱਗੇ ਦੀ ਉਹਨਾਂ ਦੀ ਸੋਚ ਵੀ ਜਿਹੜਾ ਦਾਇਰਾ ਵਧੇਗਾ ਤੇ ਇਹ ਉਹਨਾਂ ਲਈ ਨੁਕਸਾਨਦਾਇਕ ਹੋਏਗਾ। ਸ਼ਾਇਦ ਇਸੇ ਕਰਕੇ MP UP ਦੀ ਗੱਲ ਕਰੀਏ, ਸਭ ਤੋਂ ਵੱਧ ਜਿਹੜੇ ਮੈਂਬਰ ਆਫ ਪਾਰਲੀਮੈਂਟ ਉੱਥੋਂ ਦੀ ਜਾਂਦੇ ਆ। ਤੇ ਸਭ ਤੋਂ ਜਿਹੜਾ ਥੱਲੇ ਇਸ ਵਕਤ ਰਾਜ ਦੀ ਗੱਲ ਕੀਤੀ ਜਾਵੇ, ਇਕਨੋਮਿਕਲੀ ਜਾਂ ਉੱਥੋਂ ਦੇ ਇੰਫਰਾਸਟ੍ਰਕਚਰ ਦੀ ਗੱਲ ਕੀਤੀ ਜਾਵੇ, ਤਾਂ ਸਭ ਤੋਂ ਥੱਲੇ ਹਜੇ ਉਹੀ ਨੇ। ਮੈਨੂੰ ਤਾਂ ਇਉਂ ਵੀ ਲੱਗਦਾ ਕਈ ਐਸੇ ਪਾਰਲੀਮੈਂਟੇਰੀਅਨਸ ਹੋਣਗੇ, ਕਈ ਐਸੇ ਜਿਹੜੇ ਪ੍ਰੋਵਿੰਸ਼ੀਅਲ ਕੀ MLAs ਹੋਣਗੇ ਜਿਨ੍ਹਾਂ ਨੂੰ ਆਪਦਾ ਨਾਂ ਨਹੀਂ ਲਿਖਣਾ ਆਉਂਦਾ ਹੋਏਗਾ। ਤੁਸੀਂ ਕੀ ਰਿਪਰੈਜ਼ੈਂਟ ਕਰ ਰਹੇ ਹੋ? ਤੁਸੀਂ ਕਾਨੂੰਨ ਬਣਾਉਣੇ, ਕਾਨੂੰਨ ਦੇ ਘਾੜੇ ਉਤਰਨ, ਕਾਨੂੰਨ ਪੜ੍ਹਨਾ, ਉਹ ਤੇ ਤੁਸੀਂ ਬਹਿਸ ਕਰਨੀ ਹੈ। ਤੁਸੀਂ ਲੋਕਾਂ ਵਾਸਤੇ ਕੋਈ ਚੀਜ਼ ਚੰਗੀ ਸਿਰਜਣੀ ਹੈ, ਤੁਹਾਨੂੰ ਤਾਂ ਪਤਾ ਹੀ ਨਹੀਂ ਉਹਦੇ ਵਿੱਚ ਕੀ ਹੈ। ਤੁਹਾਨੂੰ ਬਿਠਾਇਆ ਹੱਥ ਖੜੇ ਕਰਨ ਵਾਸਤੇ। ਸਰ, ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਡਿਗਰੀ ਨੂੰ ਲੈ ਕੇ ਸਵਾਲ ਉੱਠਣੇ ਖੜੇ ਹੋ ਜਾਣ ਤਾਂ ਤੁਸੀਂ ਕੀ ਸੋਚ ਸਕਦੇ ਹੋ? ਆਪਾਂ ਮੈਨੂੰ ਲੱਗਦਾ ਆਪਣੇ ਟੌਪਿਕ ਦੇ ਉੱਤੇ ਆਈਏ। ਬਿਲਕੁਲ ਜੀ, ਸ਼ੁਰੂਆਤ ਕਰਦੇ ਹਾਂ ਉਸ ਟੌਪਿਕ ਦੇ ਨਾਲ। ਇੱਕ ਪਾਸੇ ਅੱਜ ਅਸੀਂ 23 ਮਾਰਚ ਨੂੰ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਸਾਡੇ ਉਹਨਾਂ ਸੂਰਵੀਰਾਂ ਦਾ, ਉਹਨਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਭਰ ਜਵਾਨੀ ਦੇ ਵਿੱਚ ਦੇਸ਼ ਦੀ ਖਾਤਰ ਜਿਹੜੀ ਆਪਣੀ ਜਾਨ ਕੁਰਬਾਨ ਕਰ ਦਿੱਤੀ। ਤਾਂ ਅਜਿਹੇ ਵਿੱਚ ਵਿਦੇਸ਼ਾਂ ਦੇ ਵਿੱਚ ਉਹੀ ਦੇਸ਼ ਦੇ ਨੌਜਵਾਨ ਜਦੋਂ ਭਵਿੱਖ ਤਲਾਸ਼ਣ ਲਈ ਆਉਂਦੇ ਨੇ, ਅਜਿਹੀ ਕਿਹੜੀ ਚੀਜ਼ ਆ ਜਿਹੜੀ ਉਹਨਾਂ ਨੂੰ ਇੰਨਾ ਜ਼ਿਆਦਾ ਕਮਜ਼ੋਰ ਕਰ ਦਿੰਦੀ ਆ ਕਿ ਆਪਣੀ ਜ਼ਿੰਦਗੀ ਉਹਨਾਂ ਨੂੰ ਦੇਣੀ ਜ਼ਿਆਦਾ ਸੌਖੀ ਲੱਗਦੀ ਆ? ਸਰ, ਵਰਿੰਦਰ ਸਿੰਘ ਸਿੱਧੂ ਜਿਨ੍ਹਾਂ ਦਾ ਕਿ ਬੀਤੇ ਦਿਨ ਆਪਾਂ ਗੱਲ ਕੀਤੀ ਸੀ ਕਿ ਖੁਦਕੁਸ਼ੀ ਕਰ ਲਈ ਸੀ, ਟ੍ਰੇਨ ਹੇਠਾਂ ਆ ਕੇ ਉਹਨਾਂ ਨੇ ਛਾਲ ਮਾਰ ਦਿੱਤੀ ਸੀ। ਸੋ ਉਹਨਾਂ ਦੇ ਫੈਮਿਲੀ ਦੇ ਨਾਲ ਹਮਦਰਦ ਮੀਡੀਆ ਗਰੁੱਪ ਦੇ ਪੱਤਰਕਾਰਾਂ ਨੇ ਗੱਲਬਾਤ ਕੀਤੀ। ਜੋ ਸਭ ਤੋਂ ਪਹਿਲਾਂ ਇੱਕ ਚੀਜ਼ ਮੈਂ ਉਹਨਾਂ ਦੇ ਪੇਰੈਂਟਸ ਦੇ ਮੂੰਹੋਂ ਸੁਣੀ ਤੇ ਮੇਰੇ ਦਿਮਾਗ ਨੂੰ ਬੜੀ ਉਹ ਚੀਜ਼ ਲੱਗੀ ਕਿ ਠੀਕ ਆ, ਹਰ ਕੋਈ ਉਹ ਚੀਜ਼ ਕਰਨ ਜਾਂਦਾ ਆ। ਤੇ ਦਰਸ਼ਕਾਂ ਨੂੰ ਵੀ ਪੁੱਛਣਾ ਚਾਹਾਂਗੇ ਕੀ ਕਾਰਨ ਹੈਗਾ ਜਿਹੜਾ ਇਸ ਵਕਤ ਅੰਤਰਰਾਸ਼ਟਰੀ ਵਿਦਿਆਰਥੀ, ਬਹੁਤ ਸਾਰੇ ਵਿਦਿਆਰਥੀ ਨੇ UK, ਆਸਟ੍ਰੇਲੀਆ, USA ਜਾਂਦੇ ਨੇ, ਜਿੱਥੇ ਪੱਕਾ ਹੋਣਾ ਇੱਥੋਂ ਵੀ ਜ਼ਿਆਦਾ ਔਖਾ ਆ, ਕੈਨੇਡਾ ਤੋਂ ਜ਼ਿਆਦਾ ਔਖਾ ਆ। ਇਸ ਦੇ ਬਾਵਜੂਦ ਕਦੇ ਉੱਥੋਂ ਇੰਨੀਆਂ ਖਬਰਾਂ ਸਾਹਮਣੇ ਨਹੀਂ ਆਉਂਦੀਆਂ। ਸਭ ਤੋਂ ਵੱਧ ਭਾਈਚਾਰਾ ਇਸ ਵਕਤ ਅਸੀਂ ਗੱਲ ਕਰੀਏ ਕੈਨੇਡਾ ਵਿੱਚ ਵਸਿਆ ਹੋਇਆ, ਸਾਡੇ ਡਿਫੈਂਸ ਮਿਨਿਸਟਰ ਤੱਕ ਜਿਹੜੇ ਇੱਕ ਸਿੱਖ ਹੈਗੇ ਨੇ, ਪੰਜਾਬੀ ਨੇ। ਇਹਦੇ ਬਾਵਜੂਦ ਅੱਜ ਜੇਕਰ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਲਗਾਤਾਰ ਮੌਤ ਦੇ ਆਗੋਸ਼ ਵਿੱਚ ਜਾ ਰਹੇ ਨੇ, ਕੀ ਕਾਰਨ ਹੈ ਇਹਦਾ? ਕੈਨੇਡਾ ਵਿੱਚ ਵਸਦੇ ਸਾਡੇ ਲੋਕ ਇਸ ਦਾ ਕਾਰਨ ਨੇ, ਜਾਂ ਵਿਦਿਆਰਥੀਆਂ ਦੀ ਆਪਦੀ ਮਾਨਸਿਕਤਾ ਇਸ ਦਾ ਕਾਰਨ ਹੈ, ਜਾਂ ਪਿੱਛੇ ਪਰਿਵਾਰ ਇਸ ਦਾ ਕਾਰਨ ਹੈ? ਆਪਣਾ ਜਿਹੜਾ ਤੁਸੀਂ ਰਾਏ ਜ਼ਰੂਰ ਰੱਖਿਓ। ਸਰ, ਉਹਨਾਂ ਦੀ ਫੈਮਿਲੀ ਨਾਲ ਜਦੋਂ ਹਮਦਰਦ ਮੀਡੀਆ ਨੇ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ 2 ਕਿੱਲੇ ਸੀਗੇ ਤੇ ਉਹ ਵੇਚ ਕੇ ਅਸੀਂ ਆਪਣੇ ਮੁੰਡੇ ਨੂੰ ਬਾਹਰ ਭੇਜਿਆ। 2 ਸਾਲ ਹੋ ਗਏ ਸੀ, ਸਟੱਡੀ ਵੀਜ਼ਾ ਤੇ ਉੱਥੇ ਗਿਆ ਸੀ। ਸਾਨੂੰ ਲੱਗਿਆ ਸੀ ਕਿ ਸਾਡਾ ਬੇਟਾ ਉੱਥੇ ਮਿਹਨਤ ਕਰੇਗਾ ਤੇ ਘਰ ਦੀ ਗਰੀਬੀ ਦੂਰ ਕਰੇਗਾ। ਤੁਸੀਂ ਜਦੋਂ ਬੱਚਿਆਂ ਨੂੰ ਇਹ ਸੋਚ ਕੇ, ਪਹਿਲੀ ਤੁਹਾਡੀ ਇਹ ਸ਼ਬਦ ਹੁੰਦਾ ਹੈ ਕਿ ਤੁਸੀਂ ਘਰ ਦੀ ਗਰੀਬੀ ਦੂਰ ਕਰਨੀ ਹੈ ਤੇ ਤੁਸੀਂ ਬੱਚਿਆਂ ਨੂੰ ਭੇਜ ਦਿਓ ਨਾ, ਸਟਾਰਟਿੰਗ ਤੋਂ ਜਹਾਜ਼ ਚੜ੍ਹਨ ਵੇਲੇ ਉਹਨਾਂ ਦੇ ਸਿਰ ਦੇ ਉੱਤੇ ਇੱਕ ਬਹੁਤ ਵੱਡਾ ਬਰਡਨ ਪਾ ਦਿੰਦੇ ਹੋ ਕਿ ਤੁਸੀਂ ਜਾ ਕੇ ਆਪਣੀਆਂ ਫੀਸਾਂ ਤਾਂ ਕੱਢਣੀਆਂ ਹੀ ਨੇ, ਨਾਲ ਦੇ ਨਾਲ ਆਪਣੇ ਆਪ ਨੂੰ ਸੈੱਟ ਵੀ ਕਰਨਾ ਆ ਤੇ ਨਾਲ ਦੇ ਨਾਲ ਘਰ ਦੀ ਗਰੀਬੀ ਵੀ ਤੁਸੀਂ ਦੂਰ ਕਰਨੀ ਆ। ਸੋ ਮੈਂਟਲੀ ਕਿਤੇ ਨਾ ਕਿਤੇ ਤੁਸੀਂ ਇੰਨਾ ਜ਼ਿਆਦਾ ਬਰਡਨ ਲੈ ਕੇ ਆਉਂਦੇ ਜ਼ਰੂਰ ਹੋ, ਹਾਲਾਂਕਿ ਹਾਲਾਤ ਉਵੇਂ ਦੇ ਸੇਮ ਨਹੀਂ ਹੁੰਦੇ ਜਿਵੇਂ ਦੇ ਤੁਸੀਂ ਸੁਪਨੇ ਲੈ ਕੇ ਆਏ ਹੁੰਦੇ ਹੋ। ਸਰ, ਇਹਦੇ ਹਜ਼ਾਰਾਂ ਕਾਰਨ ਹੋ ਸਕਦੇ ਨੇ। ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਘਰ ਦੀ ਗਰੀਬੀ ਦੂਰ ਕਰਨੀ ਆ, ਇਦੋਂ ਪਹਿਲਾਂ ਜਿਹੜੇ ਲੋਕ ਆਏ ਨੇ 70ਵੇਂ 72ਵੇਂ 'ਚ ਆਏ ਨੇ, ਉਸ ਤੋਂ ਪਹਿਲਾਂ ਜਿਹੜੇ ਆਪਣੇ ਇੰਡੀਆ 'ਚ ਆਉਂਦੇ ਰਹੇ ਨੇ, ਉਹ ਵੀ ਗਰੀਬੀ ਦੂਰ ਕਰਨ ਆਏ ਸੀ, ਪਰ ਉਦੋਂ ਖੁਦਕੁਸ਼ੀ ਨਹੀਂ ਸੀ।
ਔਰ ਉਹਨਾਂ ਨੇ ਮਿਹਨਤ ਕਰਕੇ ਪਿੱਛੇ ਗਰੀਬੀਆਂ ਦੂਰ ਕੀਤੀਆਂ ਨੇ। ਉਹਨਾਂ ਨੇ ਆਪਣੀਆਂ ਘਰਦਿਆਂ ਦਾ ਹਾਲਾਤ ਬਦਲਦੇ ਨੇ, ਬੜੀਆਂ ਮਿਹਨਤਾਂ ਕੀਤੀਆਂ ਨੇ। ਜਿਹੜੀ ਆਹ ਗੱਲ ਹੈਗੀ ਹੈ, ਇਟਸ ਆਈ ਥਿੰਕ ਦਿਸ ਵੇ, ਆਪਾਂ ਦਰਸ਼ਕਾਂ ਨੂੰ ਵੀ ਪੁੱਛਣ ਜਾਵਾਂਗੇ ਕਿ ਜਦੋਂ ਅਸੀਂ ਹਾਲਾਤ ਨੂੰ ਝੱਲਣ ਵਾਸਤੇ ਬੱਚੇ ਨੂੰ ਤਿਆਰ ਨਹੀਂ ਕਰਦੇ, ਸਾਡੀ ਕੋਸ਼ਿਸ਼ ਸਿਰਫ ਇਹੀ ਹੈ ਕਿ ਉਹ ਆਈਲੈਟਸ ਕਰੋ, ਉਹ ਜਿਹੜੇ ਪੁਆਇੰਟਸ ਲੈਣੇ ਲਓ, ਤੇ ਤੁਸੀਂ ਜਿੰਨਾ ਛੇਤੀ ਹੋ ਸਕਦਾ ਪਲੇਨ ਫੜੋ ਤੇ ਜਾਓ। ਹਕੀਕਤ ਤੋਂ ਉਹ ਬਹੁਤ ਦੂਰ ਹੁੰਦੇ ਨੇ। ਕੱਲ ਵੀ ਗੱਲ ਕੀਤੀ ਸੀ, ਹਰ ਚੀਜ਼ ਬਣੀ ਬਣਾਈ ਮਿਲਣੀ ਹੈ। ਘਰ ਦੇ ਵਿੱਚ ਇਹ ਮਾਹੌਲ ਨਹੀਂ ਹੈ ਕਿ ਇੱਥੇ ਆ ਕੇ ਕੀ ਕਰਨਾ। ਉਹ ਕਿਉਂ ਨਹੀਂ 6 ਮਹੀਨੇ, ਸਾਲ 6 ਮਹੀਨੇ ਪਹਿਲਾਂ ਐਟਲੀਸਟ ਇਹ ਕੰਮ ਸ਼ੁਰੂ ਕੀਤਾ ਜਾਵੇ। ਬੱਚੇ ਨੂੰ ਪੇਰੈਂਟਸ ਕੀ ਕਹਿੰਦੇ ਆ, ਇਹਨੇ ਤਾਂ ਉੱਥੇ ਕੰਮ ਕਰਨਾ ਹੀ, ਇਹਨੂੰ ਹੋਰ ਕੰਮ ਨਾ ਕਰਨ ਦਿਓ। ਉਹਨੂੰ ਸਮਾਂ ਹੋਰ ਹਟਾਇਆ ਜਾਂਦਾ ਵੀ ਇਹਨੂੰ ਆਰਾਮ ਕਰ ਲੈਣਾ ਤਾਂ ਕੋਈ ਗੱਲ ਨਹੀਂ, ਉੱਥੇ ਆ ਕੇ ਕੰਮ ਕਰਨਾ। ਐਕਚੁਅਲੀ ਉਹਨੂੰ ਉਹਦੇ ਵਿੱਚੋਂ ਕੱਢਣਾ ਚਾਹੀਦਾ। ਉਹਨੂੰ ਸਾਲ ਅੱਬਲ 2 ਸਾਲ ਉਹ ਇਸ ਗੱਲ ਵਾਸਤੇ ਰੈਡੀ ਹੋਵੇ ਕਿ ਮੈਂ ਆਪਣਾ ਆਪ ਸਾਂਭ ਸਕਾਂ, ਆਪਦੀ ਕਿਰਿਆ ਸੋਚ ਸਕਾਂ, ਮੈਂ ਔਖੀ ਥਾਂ ਤੇ ਵੀ ਰਹਿ ਸਕਾਂ, ਮੈਨੂੰ ਅਣਿੰਦਾ ਕੱਟਣਾ ਵੀ ਔਖਾ ਨਾ ਲੱਗੇ। ਉੱਥੇ ਤਾਂ ਸੁੱਤੇ ਹੀ ਰਹਿੰਦੇ, ਇੱਥੇ ਆ ਕੇ ਦੇਖੋ ਕੰਮ ਕਿੰਨਾ, ਪੜ੍ਹਾਈ ਕਰਨੀ ਹੈ ਨਾਲ ਕੰਮ ਕਰਨਾ, ਕੰਮ ਦਾ ਪ੍ਰੈਸ਼ਰ ਕਿੰਨਾ ਜ਼ਿਆਦਾ ਹੈ। ਫਿਰ ਘਰ ਦੇ ਚਾਹੁੰਦੇ ਆ ਕਿ ਪਿੱਛੋਂ ਹੁਣ ਪੈਸੇ ਨਾ ਮੰਗੇ ਜਾਣ। ਹੁਣ ਆਹ ਲੜਕੇ ਦੀ ਗੱਲ ਕਰਦੇ ਹਾਂ, ਦਰਜਨਾਂ ਸੁਸਾਈਡਸ ਹੋਏ ਨੇ ਇੱਥੇ। ਆਹ ਲੜਕੇ ਦੀ ਗੱਲ ਕਰ ਲਈਏ, ਜਿਵੇਂ ਘਰ ਦੇ ਕਹਿੰਦੇ ਵੀ ਸਾਨੂੰ ਆਸ ਸੀ ਕਿ ਘਰ ਦੀ ਗਰੀਬੀ ਦੂਰ ਕਰੇਗਾ। ਇੱਕ ਇਹ ਪ੍ਰੈਸ਼ਰ, ਫਾਈਨੈਂਸ਼ੀਅਲ ਬਰਡਨ। ਅੱਛਾ, ਜਦੋਂ ਉਹਨੂੰ ਇਹ ਕਿਹਾ ਗਿਆ ਕਿ ਘਰ ਦੀ ਗਰੀਬੀ ਦੂਰ ਕਰੇਗਾ, ਉਹ ਪਿੱਛੋਂ ਫਿਰ ਪੈਸੇ ਵੀ ਨਹੀਂ ਮੰਗਾ ਸਕਦਾ। ਇੱਥੇ ਜ਼ਰੂਰ, ਇੱਥੇ ਹੁਣ ਕੋਵਿਡ ਸ਼ੁਰੂ ਹੈ ਜੀ, ਕੋਵਿਡ ਕਰਕੇ ਇਕਲਾਪਾ ਹੋ ਗਿਆ, ਕੋਵਿਡ ਕਰਕੇ ਕੰਮ ਘਟ ਗਏ ਨੇ, ਕੋਵਿਡ ਕਰਕੇ ਫਾਈਨੈਂਸ਼ੀਅਲ ਪ੍ਰੋਬਲਮ ਆਉਣ ਲੱਗੀ ਹੋਈ ਹੈ, ਕੋਵਿਡ ਕਰਕੇ ਦੋਸਤਾਂ ਮਿੱਤਰਾਂ ਨੂੰ ਮਿਲ ਨਹੀਂ ਸਕਦੇ। ਇੰਨੇ ਕਾਰਨ ਇਕੱਠੇ ਹੋ ਗਏ ਨੇ ਔਰ ਇਕਲਾਪਾ ਕੱਟਣਾ ਤਰਨ ਬਹੁਤ ਔਖਾ। ਸਰ 90% ਜੇ ਇਸ ਵਕਤ ਸਟੂਡੈਂਟਸ ਦੀ ਮੈਂ ਗੱਲ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ 90% ਸਟੂਡੈਂਟ ਅਜਿਹੇ ਹੋਣਗੇ ਜਿਹੜੇ ਅਜਿਹੇ ਸਿਚੁਏਸ਼ਨ ਦੇ ਵਿੱਚ ਵੀ ਘਰੋਂ ਪੈਸੇ ਨਾ ਮੰਗਾ ਕੇ ਆਪਣੀਆਂ ਫੀਸਾਂ ਖੁਦ ਕੱਢ ਰਹੇ ਨੇ, ਆਪਣੇ ਕੰਮਕਾਰ ਤੇ ਵੀ ਜਾ ਰਹੇ ਨੇ। ਪਰ ਅਜਿਹਾ ਕਿਹੜਾ ਮੈਂਟਲ ਪ੍ਰੈਸ਼ਰ ਹੈਗਾ ਇਸ ਵਕਤ, ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ। ਵਰਿੰਦਰ ਸਿੰਘ ਸੰਧੂ ਜਿਨ੍ਹਾਂ ਨੇ ਖੁਦਕੁਸ਼ੀ ਕਰ ਲਈ ਸੀ, ਉਹਨਾਂ ਦੇ ਦੋਸਤਾਂ ਦੇ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਗਿਆ। ਆਖਰੀ ਵਾਰੀ ਘਰ ਦੇ ਉਹਦਾ ਮੂੰਹ ਵੀ ਨਹੀਂ ਦੇਖ ਸਕੇ ਕਿਉਂਕਿ ਹਾਲਾਤ ਇੰਨੇ ਜ਼ਿਆਦਾ ਖਰਾਬ ਸੀ ਕਿ ਉਹਨੂੰ ਜ਼ਿਆਦਾ ਦੇਰ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ ਸੀ ਬੋਡੀ ਨੂੰ। ਤੇ ਉਹਨਾਂ ਦਾ 27 ਮਾਰਚ ਨੂੰ ਗੋਲ ਰੋਡ ਦੇ ਉੱਤੇ ਸਥਿਤ ਨਾਨਕਸਰ ਠਾਠ ਈਸ਼ਰ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਦਾ ਅੰਤਿਮ ਅਰਦਾਸ ਕੀਤੀ ਜਾਏਗੀ, ਭੋਗ ਪਾਇਆ ਜਾਏਗਾ। ਇਹ ਵੀ ਜਿਹੜਾ ਉਹਨਾਂ ਦੇ ਸਾਰੇ ਫਰੈਂਡਸ ਮਿਲ ਕੇ ਹੀ ਕਰ ਰਹੇ ਨੇ। ਸਰ, ਇੱਕ ਪਾਸੇ ਪਰਿਵਾਰ ਆਖਰੀ ਵਾਰੀ ਦੇਖਣ ਤੋਂ ਵੀ ਗਿਆ, ਦੂਜੀ ਗੱਲ ਇਹ ਹੈਗੀ ਹੈ ਕਿ ਇੰਨਾ ਮੈਂਟਲ ਪ੍ਰੈਸ਼ਰ ਦੀ ਜਿਵੇਂ ਤੁਸੀਂ ਗੱਲ ਕੀਤੀ ਆ, ਤਾਂ ਕਾਫੀ ਲੰਬੇ ਸਮੇਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਲੋਕ ਇੱਥੇ ਆ ਚੁੱਕੇ ਨੇ, ਸਟੂਡੈਂਟਸ ਦੇ ਤੌਰ ਤੇ ਆ ਚੁੱਕੇ ਨੇ। ਅੱਜ ਕੱਲ ਹਰ ਕਿਸੇ ਨੂੰ ਪਤਾ, ਹਰ ਕਿਸੇ ਦਾ ਦੋਸਤ ਮਿੱਤਰ ਰਿਸ਼ਤੇਦਾਰ ਹਰ ਕੋਈ ਇੱਥੇ ਰਹਿੰਦਾ ਤੇ ਫੋਨ ਦੇ ਉੱਤੇ ਹਰ ਰੋਜ਼ ਗੱਲਾਂ ਹੁੰਦੀਆਂ ਨੇ ਕਿ ਇੱਥੇ ਆ ਕੇ ਤੁਹਾਨੂੰ ਬਹੁਤ ਕੰਮ ਕਰਨਾ ਪੈਣਾ ਆ, ਤੁਹਾਨੂੰ ਇੱਥੇ ਹੋ ਸਕਦਾ ਕਿ ਸੌਣ ਦਾ ਵੀ ਟਾਈਮ ਨਾ ਮਿਲੇ, ਤੁਹਾਨੂੰ ਆਪਣੇ ਖਰਚੇ ਖੁਦ ਕੱਢਣੇ ਪੈਣੇ ਆ। ਸੋ ਇੰਨਾ ਕੁ ਮੈਂਟਲ ਪ੍ਰੈਸ਼ਰ ਸੋਚ ਕੇ ਹਰ ਕੋਈ ਆਉਂਦਾ ਆ। ਪਰ ਇੱਥੇ ਜਿਹੜੇ ਹਾਲਾਤ ਨੇ ਨਾ, ਕੁਝ ਅਜਿਹੇ ਹਾਲਾਤ ਨੇ ਜਿਹੜੇ ਸਾਡੀ ਸੋਸਾਇਟੀ ਨੇ ਖੁਦ ਕ੍ਰੀਏਟ ਕੀਤੇ ਨੇ। ਇੱਕ ਤਾਂ ਹੈਗਾ ਕਿ ਜਦੋਂ ਤੁਸੀਂ ਇੱਥੇ ਆ ਕੇ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਨਹੀਂ ਕਰਦੇ, ਤੁਸੀਂ ਸਟੱਡੀ ਛੱਡ ਕੇ, ਜੋ ਕਿ ਇਹਨਾਂ ਨੇ ਵੀ ਸ਼ਾਇਦ ਕੀਤਾ, ਸਟੱਡੀ ਛੱਡ ਕੇ ਤੁਸੀਂ ਵਿੱਚ ਦੀ ਕੰਮਕਾਰ ਕਰਨਾ ਸ਼ੁਰੂ ਕਰ ਦਿੰਦੇ ਹੋ। ਜੇ ਤੁਸੀਂ ਸਟੂਡੈਂਟ ਵੀਜ਼ਾ ਤੇ ਆਏ ਹੋ, ਤੁਸੀਂ ਉਹ ਚੀਜ਼ ਕਰੋ, ਆਲੇ ਦੁਆਲੇ ਵਾਲੀਆਂ ਸਲਾਹਾਂ ਤੇ ਡਿਪੈਂਡ ਨਾ ਕਰੋ। ਜਦੋਂ ਤੁਸੀਂ ਸਲਾਹਾਂ 'ਚ ਪੈਂਦੇ ਹੋ, ਸਾਡੇ ਆਪਣੀ ਪੁੱਠੀਆਂ ਸਲਾਹਾਂ ਦਿੰਦੇ ਆ, ਫਿਰ ਉਹਨਾਂ ਸਲਾਹਾਂ ਦੇ ਵਿੱਚ ਆ ਕੇ ਅਸੀਂ ਆਪਣੀ ਜ਼ਿੰਦਗੀ ਖੁਦ ਬਰਬਾਦ ਕਰਦੇ ਹਾਂ। ਦੂਜੀ ਗੱਲ ਇਹ ਹੈਗੀ ਆ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ? ਨਹੀਂ, ਤੁਸੀਂ ਕਹੋ। ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਸਾਡੇ ਆਪਣੀ ਭਾਈਚਾਰੇ ਦੇ ਲੋਕ ਜਿਹੜੇ ਆ ਕੰਮ ਕਰਵਾਉਂਦੇ ਨੇ, ਕੰਮ ਕਰਵਾ ਕੇ ਪੈਸੇ ਬਹੁਤ ਮਾਰਦੇ ਨੇ। ਸੋ ਇਹ ਚੀਜ਼ ਠੀਕ ਆ ਕਿ ਉਹ ਵੀ ਗਲਤੀ ਕਰਦੇ ਨੇ ਜਦੋਂ ਤੁਸੀਂ ਕੈਸ਼ ਦੇ ਉੱਤੇ ਜੌਬ ਕਰਦੇ ਹੋ। ਪਰ ਇੱਥੇ ਲਗਭਗ ਸਭ ਨੂੰ ਪਤਾ ਕਿ ਸਟੂਡੈਂਟਸ ਆਉਂਦੇ ਆ ਜਿਨ੍ਹਾਂ ਨੇ ਇਹੋ ਜਿਹੀਆਂ ਜੌਬਸ ਦਿੰਦੇ ਨੇ। ਸਾਰੇ ਨਹੀਂ ਹੈਗੇ, ਬਹੁਤ ਕੁਝ ਕੁ, ਜਿਵੇਂ ਆਟੇ 'ਚ ਲੂਣ ਦੇ ਬਰਾਬਰ ਬਹੁਤ ਘੱਟ ਲੋਕ ਨੇ ਜਿਹੜੇ ਇੱਦਾਂ ਕਰਦੇ ਨੇ, ਪਰ ਕਰਦੇ ਨੇ, ਇਹ ਸਭ ਸੱਚ ਜਾਣਦੇ ਨੇ। ਸੋ ਸਟੂਡੈਂਟਸ ਦੀ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੇ ਕੰਮ ਕਰਨਾ ਆ, ਸੋ ਉਹ ਪੈਸੇ ਲੈਂਦੇ ਨੇ। ਜੇ ਅਸੀਂ ਆਪਣੀ ਗੱਲ ਕਰੀਏ ਤਾਂ ਸਾਡੇ ਇੱਥੇ ਜਿਹੜੇ ਬੱਚੇ ਨੇ ਜੰਮਪਲ ਨੇ, ਉਹ ਵੀ ਕੰਮਕਾਰ ਕਰਦੇ ਨੇ। ਪਰ ਠੀਕ ਹੈ ਕਿ ਉਹਨਾਂ ਦੇ ਕੋਲ ਕੰਮ ਕਰਨ ਦਾ ਪੂਰਾ ਰਾਈਟ ਹੁੰਦਾ ਆ, ਬੱਚਿਆਂ ਨੇ ਆਪਣੀਆਂ ਫੀਸਾਂ ਕੱਢਣੀਆਂ ਨੇ। ਪਰ ਜਦੋਂ ਉਹਨਾਂ ਨੂੰ ਕੰਮ ਕਰਵਾਉਣ ਦੇ ਬਾਵਜੂਦ ਪੈਸੇ ਨਹੀਂ ਦਿੱਤੇ ਜਾਂਦੇ, ਉਹ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਪੈਂਦਾ ਆ। ਕੀ ਕਹੋਗੇ ਸਰ? ਕਰਨ ਗੱਲ ਹੈਗੀ ਹੋ ਤੁਸੀਂ, ਹੁਣ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਪੈਸੇ ਇਕੱਠੇ ਕੀਤੇ ਜਾਂਦੇ, ਹਜ਼ਾਰਾਂ ਡਾਲਰ ਇਕੱਠਾ ਹੋ ਜਾਂਦਾ। ਬਿਲਕੁਲ ਠੀਕ ਹੈ। ਜੇ ਕੋਈ ਬੱਚਾ ਟਰਬਲ ਦੇ ਵਿੱਚ ਹੈਗਾ, ਅੱਜ ਕੱਲ ਪਤਾ ਆਪਾਂ ਨੂੰ ਫਾਈਨੈਂਸ਼ੀਅਲੀ ਕਿਉਂਕਿ ਕੰਮ ਹੈ ਨਹੀਂ, ਅਸੀਂ ਮੌਤ ਤੋਂ ਬਾਅਦ ਤਾਂ ਪੈਸੇ ਇਕੱਠੇ ਕਰਦੇ। ਜੇ ਅਸੀਂ ਉਹੀ ਪੈਸੇ ਪਹਿਲਾਂ ਇਕੱਠੇ ਕਰਕੇ ਇਹਨਾਂ ਦੀ ਹੈਲਪ ਕਰ ਦਿੱਤੀ ਜਾਵੇ ਤਾਂ ਕਿੰਨੀ ਚੰਗੀ ਗੱਲ ਹੈਗੀ ਹੈ। ਅਸੀਂ
ਹੁਣ ਜਦੋਂ ਹਾਲਾਤ ਮਾੜੇ ਹੋਏ, ਠੀਕ ਹੈ, ਅਸੀਂ ਗੁਰੂ ਘਰਾਂ ਦੇ ਵਿੱਚ ਲੰਗਰ ਸ਼ੁਰੂ ਕੀਤੇ ਹੋਏ ਨੇ, ਗੁਰੂ ਘਰਾਂ ਨੇ ਬਹੁਤ ਸਪੋਰਟ ਕੀਤੀ ਹੈ ਵੀ ਜਦੋਂ ਮਰਜ਼ੀ ਕੋਈ ਵੀ ਆਵੇ ਲੰਗਰ ਲੈ ਜਾਵੇ। ਇਹ ਇੱਕ ਵਾਸਤੇ ਨਹੀਂ, ਜਿੰਨੇ ਮਰਜ਼ੀ ਲੈ ਜਾਵੇ, ਪ੍ਰੀ ਪੈਕਡ ਹੈ। ਬੜੀ ਵਧੀਆ ਗੱਲ ਕੀਤੀ ਗੁਰੂ ਘਰਾਂ ਨੇ। ਪਰ ਇਹਦੇ ਵਿੱਚ ਜਦੋਂ ਅਸੀਂ ਆਏ ਫਿਰ ਬਾਅਦ ਚ ਪੈਸੇ ਇਕੱਠੇ ਕਰਦੇ ਹਾਂ, ਅਸੀਂ ਕਿਉਂ ਨਾ ਇਉਂ ਕਰ ਲਈਏ, ਜਿੱਥੋਂ ਵੀ ਬੱਚੇ ਆਏ ਹੋਏ ਨੇ ਮੋਸਟਲੀ ਪਿੰਡਾਂ ਚ ਆਏ ਨੇ, ਸ਼ਹਿਰਾਂ ਦਾ ਵੀ ਇੰਤਜ਼ਾਮ ਹੋ ਸਕਦਾ, ਕਿਉਂ ਨਾ ਅਸੀਂ ਉਸ ਪਿੰਡ ਵਾਲੇ, ਹੁਣ ਵੀ ਉਸ ਪਿੰਡ ਵਾਲੇ ਪੈਸੇ ਇਕੱਠੇ ਕਰਨ ਲੱਗੇ, ਕਿਉਂ ਨਾ ਅਸੀਂ ਉਸ ਪਿੰਡ ਵਾਲੇ ਆਪਣੀ ਜ਼ਿੰਮੇਵਾਰੀ ਸਮਝੀਏ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ, ਉਹਨਾਂ ਦੇ ਪੇਰੈਂਟਸ ਨੇ। ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸਣਾ ਕਿ ਮੇਰੇ ਬੱਚੇ ਇੰਡੀਆ ਚ ਪੜ੍ਹ ਕੇ ਆਏ ਨੇ ਜੀ, ਬੜੇ ਜਿਹੜੇ ਨੇ ਉਹ, ਜਦੋਂ ਅਸੀਂ ਉਹਨਾਂ ਨੂੰ ਜਿਹੜੀ ਇੰਸਟੀਟਿਊਸ਼ਨ ਛੱਡ ਕੇ ਆਏ ਆ ਨਾ, ਉੱਥੇ ਉਹ ਇੰਸਟੀਟਿਊਸ਼ਨ ਹਰ ਇੱਕ ਬੱਚੇ ਨੂੰ ਇੱਕ ਪੇਰੈਂਟ ਪ੍ਰੋਵਾਈਡ ਕਰਦੀ ਹੈ। ਪੇਰੈਂਟ ਕੌਣ ਹੈ? ਉਸ ਇੰਸਟੀਟਿਊਸ਼ਨ ਦੇ ਵਿੱਚ ਕੰਮ ਕਰਦੇ ਹੋਏ ਲੋਕ, ਉਹ ਉਨੀ ਦੇਰ ਤੱਕ ਉਹਨਾਂ ਦਾ ਪੇਰੈਂਟ ਹੈ। ਜਿਹੜੀ ਕਿਸੇ ਦੀ ਜ਼ਰੂਰਤ, ਅਸੀਂ ਤਾਂ ਜਾ ਨਹੀਂ ਸਕਦੇ, ਅਸੀਂ 6 ਮਹੀਨੇ ਜਾਵਾਂਗੇ, ਕੁਝ ਕਰਾਂਗੇ, ਜਿਹੜੀ ਕਿਸੇ ਦੀ ਕੋਈ ਜ਼ਰੂਰਤ ਪੈਂਦੀ ਹੈਗੀ ਆ, ਉਹ ਪੇਰੈਂਟ ਉਹ ਬੱਚੇ ਨਾਲ ਕੰਟੈਕਟ 'ਚ ਰਹਿੰਦਾ। ਜਿਹਨੂੰ ਕਿਸੇ ਦੀ ਜ਼ਰੂਰਤ ਤਾਂ ਨਹੀਂ ਹੈਗਾ, ਕੋਈ ਚੀਜ਼ ਚਾਹੀਦੀ ਹੈ, ਆਰ ਯੂ ਓਕੇ, ਫਾਈਨ, ਵਟਐਵਰ, ਜੋ ਕੁਛ ਹੈਗਾ, ਸਾਡਾ ਕੁਝ ਇੱਥੇ ਮੈਂਟਰਿੰਗ ਦਾ ਸਿਸਟਮ ਅਸੀਂ ਕਰ ਸਕਦੇ ਹਾਂ। ਬਿਲਕੁਲ ਉਵੇਂ ਹੀ ਸਾਨੂੰ ਪਤਾ ਸਾਡੇ ਪਿੰਡ 'ਚੋਂ ਕਿਹੜਾ ਆਇਆ, ਪਿੰਡ ਵਾਲੇ ਦੀ ਮੈਂ ਤਾਂ ਗੱਲ ਕਰਨ ਲੱਗਿਆ ਕਿਉਂਕਿ ਸਾਨੂੰ ਪਤਾ ਉਹਦੇ ਪੇਰੈਂਟਸ ਨੂੰ ਜਾਣਦੇ ਅਸੀਂ, ਸਾਨੂੰ ਉਹ ਬੰਦੇ ਨਾਲ ਗੱਲ ਕਰਨੀ, ਬੱਚੇ ਨਾਲ ਕਰਨੀ ਸੌਖੀ। ਮੈਂ ਤੇਰੇ ਪਿਓ ਨਾਲ ਖੇਡਦਾ ਹੁੰਦਾ ਸੀ, ਪੜ੍ਹਦਾ ਹੁੰਦਾ ਸੀ, ਜਾਂ ਕੁਛ ਵੀ, ਠੀਕ ਹੈ, ਅਸੀਂ ਕੰਮ ਇਕੱਠੇ ਕਰਦੇ ਹੁੰਦੇ ਸੀ। ਸੋ ਸਾਡੇ 'ਚ ਹਾਲੇ ਇਸ ਗੱਲ ਦੀ ਬੜੀ ਵੱਡੀ ਘਾਟ ਹੈਗੀ ਹੈ। ਅਸੀਂ ਮਗਰੋਂ ਜਿਹੜੇ ਪੈਸੇ ਇਕੱਠੇ ਕਰਨੇ, ਵਾਈ ਨਾਟ, ਵੀ ਸ਼ੁੱਡ ਥਿੰਕ ਅਬਾਊਟ ਆਰ ਸੋਸਾਇਟੀ। ਆਪਾਂ ਦਰਸ਼ਕਾਂ ਦੇ ਵੀ ਇਹ 'ਚ ਵਿਚਾਰ ਲੈਣੇ ਚਾਹੁੰਦੇ ਜੀ, ਤੁਸੀਂ ਕਰਨੇ ਜੀ, ਇਸ ਬਾਰੇ ਅਸੀਂ ਜ਼ਰੂਰ ਸੋਚਿਆ ਜਾਵੇ ਕਿ ਅਸੀਂ ਬਾਅਦ ਚ ਕਰਨ ਥਾਂ ਤੇ ਕਿਉਂ ਨਾ ਪਹਿਲਾਂ ਕੀਤਾ ਜਾਵੇ। ਬਿਲਕੁਲ ਸਰ, ਜਦੋਂ ਆਪਾਂ ਉਹੀ ਗੱਲ ਕਰਦੇ ਹਾਂ, ਜਦੋਂ ਆਪਾਂ ਵੀ ਡਿਸਕਸ ਕਰਦੇ ਹਾਂ ਨਿਊਜ਼ ਜਾਂ ਆਪਾਂ ਕੋਈ ਖਬਰ ਪਾਉਂਦੇ ਹਾਂ, ਤਾਂ ਮੈਂ ਇਹੀ ਚੀਜ਼ ਦੇਖ ਰਹੀ ਸੀ, ਮੈਂ ਕੱਲ ਪਰਸੋਂ ਇਹਦੇ ਬਾਰੇ ਸਰਚ ਮਾਰੀ ਸੀ, ਜਦੋਂ ਇਹਦਾ ਵਰਿੰਦਰ ਸੰਧੂ ਦਾ ਜਦੋਂ ਇਹ ਪੇਜ ਜਿਹੜਾ ਆ GoFundMe ਦੇ ਉੱਤੇ ਬਣਾਇਆ ਗਿਆ, ਤਾਂ ਲਗਭਗ 1.5 ਦਿਨਾਂ ਦੇ ਵਿੱਚ ਜਿਹੜੀ ਆ ਫੰਡ ਚਾਹੀਦਾ ਸੀ, ਉਹਨਾਂ ਕੋਲ ਆਲਮੋਸਟ ਲੋਕਾਂ ਨੇ ਕਾਫੀ ਵਿੱਚ ਡੋਨੇਟ ਕੀਤਾ। ਏਦਾਂ ਹੁੰਦਾ ਵੀ ਆ, ਜਦੋਂ ਵੀ ਕੋਈ ਡੈਡ ਬੋਡੀ ਇੰਡੀਆ ਭੇਜਣੀ ਹੁੰਦੀ ਆ, ਤਾਂ 4 ਤੋਂ 5 ਦਿਨਾਂ ਦੇ ਵਿੱਚ ਘੱਟੋ ਘੱਟ 30 ਤੋਂ 40 ਹਜ਼ਾਰ ਡਾਲਰ ਦਾ ਫੰਡ ਈਜ਼ੀਲੀ ਇਕੱਠਾ ਹੋ ਜਾਂਦਾ। ਸਾਡਾ ਭਾਈਚਾਰਾ ਖੁੱਲ੍ਹ ਕੇ ਅਨਾਦਾਨ ਕਰਦਾ ਆ, ਜਦਕਿ ਐਨੇ ਦੇ ਵਿੱਚ ਘੱਟੋ ਘੱਟ 2 ਤੋਂ 3 ਸਟੂਡੈਂਟਸ ਦੀਆਂ ਫੀਸਾਂ ਜਾ ਸਕਦੀਆਂ ਨੇ, ਸਹੀ ਗੱਲ, ਦਿੱਤੀਆਂ ਜਾ ਸਕਦੀਆਂ ਨੇ। ਸੋ ਜੇਕਰ ਆਪਾਂ ਉਸ ਟਾਈਮ ਐਨੀ ਚੀਜ਼ ਡੋਨੇਟ ਕਰ ਸਕਦੇ ਹਾਂ, ਤਾਂ ਮੈਂ ਇਹੀ ਚੀਜ਼ ਦੇਖ ਰਹੀ ਸੀ, ਮੈਂ ਕਿਹਾ ਜੇ ਕਿਸੇ ਨੇ ਫੀਸ ਦੇ ਉੱਤੇ ਕੋਈ ਪਾਈ ਹੋਵੇ, ਤਾਂ ਇੱਕ ਮੈਂ ਦੇਖ ਰਹੀ ਸੀ 10 ਮਹੀਨੇ ਪਹਿਲਾਂ ਇੱਕ ਸਟੂਡੈਂਟ ਨੇ ਕਿਹਾ ਹੋਇਆ ਸੀ ਕਿ ਮੈਨੂੰ 8,000 ਡਾਲਰ ਚਾਹੀਦੇ ਆ ਤੇ ਮੈਨੂੰ ਫੀਸ ਦੇ ਲਈ, ਤੇ ਮੇਰੇ ਕੋਲ ਇਸ ਵਕਤ ਪੈਸੇ ਨਹੀਂ ਹੈਗੇ, ਮੇਰੀ ਜੌਬ ਵੀ ਜਾ ਚੁੱਕੀ ਹੈ, ਕਿ ਕੋਈ ਮੈਨੂੰ ਹੈਲਪ ਕਰ ਸਕਦਾ ਤਾਂ ਮੇਰਾ ਬਹੁਤ ਬਹੁਤ ਧੰਨਵਾਦ ਹੋਏਗਾ। ਨਾਲ ਉਹਨੇ ਆਪਣਾ ਫੋਨ ਨੰਬਰ ਵੀ ਦਿੱਤਾ ਸੀ, ਤਾਂ 8 ਮਹੀਨਿਆਂ ਵਿੱਚ ਉਹਨੂੰ ਡੋਨੇਟ ਹੋਏ ਸੀ ਸਿਰਫ $10। ਸੋ ਇਹੀ ਗੱਲ ਹੈ। ਅੱਛਾ, ਆਹ ਜਿਹੜੀ ਹੁਣ ਗੱਲ ਹੋਈ ਹੈ, ਇਹਦੇ ਚ GoFundMe ਚ ਕਿੰਨੇ ਪੈਸੇ ਇਕੱਠੇ ਹੋਣਗੇ? ਜਦੋਂ ਸਾਨੂੰ ਜ਼ਰੂਰਤ ਹੈਗੀ ਆ, ਜੇ ਅਸੀਂ ਉਹੀ ਕੰਮ ਪਹਿਲਾਂ ਕੀਤਾ ਹੁੰਦਾ ਤਾਂ ਹੋ ਸਕਦਾ ਇਹਦੇ ਨਾਲ ਵੀ ਇਹੀ ਘਟਨਾ ਨਾ ਵਾਪਰਦੀ, ਕਿਉਂਕਿ ਸਾਨੂੰ ਐਜ਼ ਏ ਸੋਸਾਇਟੀ ਸਾਨੂੰ ਇਸ ਗੱਲ ਦਾ ਹੁਣ ਬਹੁਤ ਜ਼ਰੂਰੀ ਸਾਨੂੰ ਕਰਨਾ ਪਿਆ। ਕਾਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਨਕਸਾਰ ਨੂੰ ਸਤਿ ਸ਼੍ਰੀ ਅਕਾਲ, ਤੁਹਾਡੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਮੈਂ ਕੈਲਗਰੀ ਤੋਂ ਬੋਲਦਾ ਜੀ, ਸ਼ਿਵਜੀਤ ਸਿੰਘ ਢੱਟ। ਹਾਂਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ ਹੋ? ਨਕ ਸਾਹਿਬ, ਇਹੀ ਕੇਸ ਮੇ ਫਿਰ 5-4 ਦਿਨ ਹੋ ਗਏ ਨਾ, ਸੇਮ ਹੀ ਇੰਗਲੈਂਡ ਦਾ ਮੈਂ ਦੇਖਿਆ ਹੈਗਾ। ਇਹਦੀ ਵੀ ਮੈਂ ਇੰਟਰਵਿਊ ਤੁਹਾਡੇ ਆਪਣੇ ਕੋਈ ਪੱਤਰਕਾਰ ਆਪਣੇ ਉਹਦੇ ਲੈ ਰਿਹਾ ਸੀਗਾ, ਇਹਦੇ ਵੀ ਮਾਪੇ ਦੀ ਆਪਣੇ ਸੁਣੀ। ਉਹ ਵੀ ਮੁੰਡਾ ਐਵੇਂ ਬੜਾ ਸੁਨੱਖਾ ਸੀ ਇੰਗਲੈਂਡ ਵਾਲਾ, ਉਹ ਵੀ ਆਪਣੇ ਜਿਵੇਂ ਉਹਨੇ ਫਾਹਾ ਲਿਆ ਹਨਾ, ਮੈਂ ਕਹਿੰਦਾ ਚੰਗਾ ਨਹੀਂ ਲੱਗਦਾ। ਉਹਨਾਂ ਕੋਲ ਵੀ 2 ਕਿੱਲੇ, ਸੇਮ ਹੀ ਸਟੋਰੀ ਹੈ। ਬਾਕੀ ਹੁਣ ਤੂੰ ਵੀ ਸਿਆਣਾ ਹਨਾ, ਮੈਂ ਸਿਆਣਾ। ਇੱਥੇ ਆ ਕੇ ਨਾ ਮੈਨੂੰ ਇੱਕ ਲੜਕਾ ਮਿਲਿਆ, ਮੈਂ ਥੋੜਾ ਜਿਹਾ ਟਾਈਮ ਨੂੰ ਬਾਹਰ ਨਹੀਂ ਲੈਂਦਾ, ਮੇਰੇ ਘਰੇ ਕੋਈ ਕੰਮ ਆਇਆ ਸੀ ਟੀਵੀ ਵਾਸਤੇ, ਤਾਂ ਲੁਧਿਆਣੇ ਦਾ ਸੀਗਾ। ਮੈਂ ਕਿਹਾ ਕਾਕਾ ਤੂੰ ਕਿਵੇਂ? ਕਹਿੰਦਾ ਪਿੰਡ ਸਟੇਸ਼ਨ ਤੇ ਆਇਆ ਸੀ, ਕਹਿੰਦਾ ਮੈਂ ਕਿਹਾ ਪੱਕਾ ਹੋ? ਕਹਿੰਦਾ ਹੋ ਗਿਆ। ਮੈਂ ਕਿਹਾ ਕਾਕਾ ਪੈਸੇ ਪੂਸੇ? ਕਹਿੰਦਾ ਵੀ ਮੈਂ ਕੁਛ ਕੈਸ਼ ਬੜਾ ਕੰਮ ਕੀਤਾ, ਹੋਰ ਘਰ ਜਦੋਂ 1 ਪੈਸਾ ਨਹੀਂ ਮੈਂ ਮੰਗਾਇਆ। ਬਾਕੀ ਤਾਂ ਹੁਣ ਦੇਖੋ ਨਾ, ਪ੍ਰੈਸ਼ਰ ਪਿੱਛੇ 2 ਕਿੱਲੇ ਸੀ, ਕੋਈ ਮੈਨੂੰ ਨੀ ਪਤਾ ਪੈਸਾ ਕਿੰਨਾ ਚੱਕਿਆ, ਕਿੰਨਾ ਵਿਆਜ ਪੈਂਦਾ। ਉਹਨਾਂ ਨੂੰ ਵੀ ਸੇਮ 7 ਭੈਣਾਂ ਸੀ, 3 ਗੁਜ਼ਰ ਗਈਆਂ ਸੀ, 4 ਭੈਣਾਂ ਦਾ ਇਕੱਲਾ ਭਰਾ ਸੀ, ਤਰਨਤਾਰਨ ਪਨੋਰੀ ਦੇ ਪਿੰਡ ਦੀ, ਬਿਜਲੀ ਵਾਲਾ ਇੰਗਲੈਂਡ ਵਾਲੀ। ਆਹ ਜਿਹੜੀ ਆਪਣਾ ਹੈਗੀ, ਇਹ ਲੜਕਾ ਵੀ ਜਿਹੜਾ ਸੁਨੱਖਾ, ਉਹ ਵੀ ਸੁਨੱਖਾ। ਇਹ ਨਾ ਫੀਸਾਂ ਬੜੀਆਂ ਹੁੰਦੀਆਂ, ਕੋਈ ਸੰਸਥਾ ਇਹ ਜੀ ਤਿਆਰ ਹੋਵੇ ਜਿਵੇਂ ਤੁਸੀਂ ਜ਼ਿਕਰ ਕੀਤਾ, ਮੈਂ ਤੁਹਾਡੇ 100% ਐਗਰੀ ਹਾਂ ਵੀ ਜਿਉਂਦੇ ਜੀ ਦੀ ਹੈਲਪ ਕੀਤੀ ਜਾਵੇ। ਬਾਕੀ ਦਾ ਸਭ ਆਪਣੀ ਬਾਣੀ ਕਹਿੰਦੀ ਆ, ਪਰਿਵਾਰ ਤੋਂ ਵਿਛੜਨਾ, ਜਿਹੜਾ ਕਰਜ਼ਾ ਦੇਣਾ ਕਰਨਾ ਮਾਂ ਪਿਓ ਤੇ ਲੈਣਾ ਕਿਸੇ ਧੀ ਪੁੱਤ ਨੇ, ਉਹੋ ਜੀ ਇੱਥੇ ਆ ਕੇ ਗੱਲ ਬਾਣੀ ਕਹਿੰਦੀ, ਜਿੱਥੇ ਉਹਨੂੰ ਜਗ੍ਹਾ ਮਿਲਣੀ ਹੈ ਵਿਚਾਰੇ ਨੂੰ, ਮਾਂ ਪਿਓ ਨੇ ਆਪਣੇ ਮੂੰਹ ਨਹੀਂ ਦੇਖਿਆ ਲੜਕੇ ਦਾ,
ਤਾਂ ਇਹਦੇ ਵਿੱਚ ਬੜਾ ਹੀ ਦੁੱਖ ਹੋਇਆ ਸੁਣ ਕੇ। ਇਹ ਨਾ ਅਸੀਂ ਬਾਣੀ ਦੇ ਨਾਲ ਜਾਈਏ ਜਿੱਥੇ ਉਹਨੂੰ ਜਗ੍ਹਾ ਮਿਲਣੀ ਸੀ, ਸਾਹ ਪੂਰੇ ਹੋਣੇ ਦੀ, ਕਰਜ਼ਾ ਪੂਰਾ ਕਰ ਗਿਆ ਆਪਣਾ, ਮੇਰਾ ਮਾਂ ਬੇਟੇ ਲੈ ਕੇ ਪਤਾ ਨਹੀਂ ਕਿਵੇਂ ਲਾਉਂਦੇ ਰਹਿਣਗੇ। ਬੜਾ ਦੁੱਖ ਹੋਇਆ ਸੁਣ ਕੇ। ਬਾਕੀ ਤੁਹਾਡਾ ਬਹੁਤ ਬੜੇ ਪ੍ਰੋਗਰਾਮ ਸੋਹਣੇ ਹੁੰਦੇ ਨੇ, ਇਸ ਤਰ੍ਹਾਂ ਸੇਵਾ ਕਰਦੇ ਰਹੋ। ਕਾਲਰ ਇੱਕ ਹੋਰ ਜੁੜ ਕੇ ਨੇ, ਅਸੀਂ ਉਹਨਾਂ ਦੀ ਵੀ ਕਾਲ ਲੈ ਲਈਏ, ਫਿਰ ਅਸੀਂ ਆਪਣੇ ਅੱਗੇ ਟੌਪਿਕ ਤੇ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਮੈਂ ਅਮਰੀਕ ਸਿੰਘ ਸੋਹਲ ਬੋਲਦਾ ਜੀ, ਵਿਨੀਪੇਗ ਤੋਂ। ਤਰਨ ਜੀ ਤੇ ਨਵ ਸਰ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਨਵ ਸਾਹਿਬ, ਆ ਜਿਹੜਾ ਤੁਸੀਂ ਦਿਖਾ ਰਹੇ ਹੋ ਬੱਚੇ ਦਾ ਅੰਤਿਮ ਅਰਦਾਸ ਤੇ ਭੋਗਨ ਵਰਿੰਦਰ ਸਿੰਘ ਸੰਧੂ, ਉਹਨੇ ਜਿਹਨੇ ਟ੍ਰੇਨ ਦੇ ਮੂਹਰੇ ਸੁਸਾਇਡ ਕੀਤਾ ਜੀ। ਹਾਂਜੀ ਹਾਂਜੀ ਬਿਲਕੁਲ। ਤੇ ਨਵ ਸਾਹਿਬ, ਜਿਵੇਂ ਹੁਣ ਭਾਈ ਸਾਹਿਬ ਪਹਿਲਾਂ ਕਹਿ ਕੇ ਗਏ ਆ, ਜਿਹੜਾ ਆਪਾਂ ਬਾਅਦ ਦੇ ਵਿੱਚ ਹੈਲਪ ਕਰਦੇ ਆ, ਜੇ ਉਹ ਪਹਿਲਾਂ ਹੀ ਹੈਲਪ ਦੀ ਲੋੜ ਆ ਤਾਂ ਉਹਨਾਂ ਨੂੰ ਪਹਿਲਾਂ ਹੀ ਹੈਲਪ ਕੀਤੀ ਜਾਵੇ, ਐਸਾ ਭਾਣਾ ਤਾਂ ਨਾ ਵਰਤੇ ਜੀ। ਬਿਲਕੁਲ ਜੀ, ਸਹੀ ਗੱਲ ਹੈ ਜੀ। ਨਹੀਂ, ਉਹਦੇ ਵਾਸਤੇ ਨਾ ਇੱਕ ਜਿਵੇਂ ਹੁਣੇ ਤਰਨ ਜੀ ਨੇ ਦੱਸਿਆ ਸੀ ਕਿ ਇੱਕ ਮੁੰਡੇ ਨੇ ਪਾਇਆ ਸੀ ਕਿ ਉਹਨੂੰ ਫੀਸ ਚਾਹੀਦੀ, ਉਹਨੂੰ ਕੋਈ ਫੰਡ ਨਹੀਂ ਇਕੱਠਾ ਹੋਇਆ, ਤੇ ਕੋਈ ਨਾ ਇੱਕ ਐਸੀ ਆਪਣੇ ਉੱਥੇ ਕਮਿਊਨਿਟੀ ਦੀ ਕੋਈ ਕਮੇਟੀ ਬਣਨੀ ਚਾਹੀਦੀ ਆ ਵੀ ਹਾਂ ਬਈ ਇਹਨੂੰ ਵਾਕਈ में ਹੀ ਲੋੜ ਆ। ਹਾਂਜੀ, ਇਹ ਵਾਕਈ में ਇਹ ਬਈ ਆਪਣਾ ਇਹਨੂੰ ਯਾਨੀ ਲੋੜਵੰਦ ਆ ਜਿਹੜਾ ਇਹ ਬੱਚਾ, ਵੀ ਇਹਦੀ ਹੈਲਪ ਦੀ ਲੋੜ ਹੈ। ਕਮੇਟੀ ਐਸੀ ਬਣਨੀ ਚਾਹੀਦੀ ਹੈ ਕਮਿਊਨਿਟੀ ਦੇ ਵਿੱਚ, ਤੇ ਤੁਸੀਂ ਇਹਦੇ ਵਾਸਤੇ ਥੋੜੀ ਜਿਹੀ ਪਹਿਲ ਕਰੋ ਵੀਰ ਜੀ। ਜਿਹੜਾ ਐਸਾ ਭਾਣਾ ਨਾ ਵਰਤੇ, ਬੜਾ ਦੁੱਖ ਹੁੰਦਾ ਜੀ ਦੇਖ ਕੇ। ਬਿਲਕੁਲ ਥੈਂਕ ਯੂ ਜੀ, ਦੇਖੋ ਬਹੁਤ ਸ਼ੁਕਰੀਆ ਜੀ ਵਿਚਾਰ ਸਾਂਝੇ ਕਰਨ ਲਈ। ਜਿਹੜੇ ਬੱਚੇ ਨੇ ਇਹ ਅਲਟੀਮੇਟਲੀ ਇਸ ਕੰਟਰੀ ਦਾ ਫਿਊਚਰ ਨੇ। ਇਹਨਾਂ ਚੋਂ ਕੋਈ ਪੁਲਿਸ ਅਫਸਰ ਬਣੇਗਾ, ਕੋਈ ਹੋ ਸਕਦਾ ਪ੍ਰਾਈਮ ਮਿਨਿਸਟਰ ਬਣੇਗਾ। ਇੱਥੇ ਤੱਕ ਇਹ ਕੰਟਰੀ ਅਲਾਉ ਕਰਦਾ, ਜਿਹੜੀ ਸਕਾਈ ਇਜ਼ ਦ ਲਿਮਿਟ। ਇਹਨਾਂ ਨੇ ਪਤਾ ਨਹੀਂ ਕੀ ਕੁਛ ਕਰਨਾ ਇਸ ਦੇਸ਼ ਦੀ ਤਰੱਕੀ 'ਚ ਕਿੰਨਾ ਹਿੱਸਾ ਪਾਉਣਾ। ਤੇ ਮੇਰਾ ਖਿਆਲ ਆ ਇਹ ਸਾਨੂੰ ਐਜ਼ ਅ ਸੋਸਾਇਟੀ ਇਹਨਾਂ ਨੂੰ ਇੱਕ ਪੀਅਰ ਪ੍ਰੈਸ਼ਰ ਹੈ, ਇਹ ਬੜੀ ਪ੍ਰੋਬਲਮ ਹੈਗੀ। ਪੀਅਰ ਪ੍ਰੈਸ਼ਰ ਦੇ ਅੰਦਰ ਬੱਚਾ ਪਤਾ ਨਹੀਂ ਕਈ ਵਾਰੀ ਨਾਲ ਦੇ ਕੁਛ ਹੋਰ ਕਰਦੇ ਆ, ਕਈ ਵਾਰੀ ਤੁਸੀਂ ਉਹਨਾਂ ਦੇ ਪ੍ਰੈਸ਼ਰ ਅੰਡਰ ਆ ਕੇ ਇਹੋ ਜਿਹਾ ਕੁਛ ਕਰਨ ਲੱਗ ਜਾਂਦੇ ਹੋ, ਗਲਤ ਰਾਹ ਪੈ ਜਾਂਦੇ ਹੋ, ਨਸ਼ਿਆਂ ਵਾਲੇ ਪਾਸੇ ਚਲੇ ਜਾਂਦੇ ਹੋ। ਹਟਾਵੇਗਾ ਕੌਣ? ਜੇ ਤੁਹਾਡੀ ਕਿਸੇ ਨਾਲ ਗੱਲਬਾਤ ਹੁੰਦੀ ਹੈ, ਤੁਹਾਡੀ ਕਿਸੇ ਸੀਨੀਅਰ ਨਾਲ ਗੱਲਬਾਤ ਹੁੰਦੀ ਹੈ, ਕਿਸੇ ਸਿਆਣੇ ਨਾਲ, ਤੁਸੀਂ ਕੋਈ ਮੈਂਟਰ ਤੁਹਾਨੂੰ ਕੋਈ ਨਾ ਕੋਈ ਜ਼ਰੂਰ ਚਾਹੀਦਾ ਕਿ ਜਿਹੜਾ ਤੁਹਾਡੇ ਨਾਲ, ਜਿਹਨਾਂ ਤੁਸੀਂ ਆਪਣਾ ਮਨ ਹੌਲਾ ਕਰ ਸਕੋ, ਸਾਂਝਾ ਕਰ ਸਕੋ। ਸੁਸਾਈਡ ਜਿਹੜਾ ਹੈਗਾ, ਜਿੰਨੇ ਵੀ ਸੁਸਾਈਡ ਪ੍ਰੀਵੈਂਸ਼ਨ ਹੈਲਪਲਾਈਨਸ ਨੇ ਨਾ, ਉਹ ਇਹੀ ਕਹਿੰਦੇ ਸਾਡੇ ਨਾਲ ਗੱਲ ਕਰੋ, ਔਰ ਗੱਲ ਕਰਨੀ ਜ਼ਰੂਰੀ ਹੈ। ਜੇ ਤੁਸੀਂ ਗੱਲ ਨਹੀਂ ਨਾ ਕਰਦੇ, ਫਿਰ ਬੰਦਾ ਅੰਦਰ ਹੀ ਅੰਦਰ ਬੈਠਾ ਹੈਗਾ, ਤੇ ਫਿਰ ਇਹ ਭਾਣਾ ਵਰਤੇ ਤੇ ਹੀ ਪਤਾ ਲੱਗਦਾ ਵੀ ਆਹ ਗੱਲ ਹੋ ਗਈ। ਬਿਲਕੁਲ ਸਰ, ਪਰ ਗੱਲ ਇਹ ਵੀ ਹੈਗੀ ਆ ਕਿ ਜਦੋਂ ਸੋਸਾਇਟੀ ਦੇ ਵਿੱਚ ਆਪਸ ਦੇ ਵਿੱਚ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਆ, ਤਾਂ ਜਿੰਨਾ ਜ਼ਿਆਦਾ ਬੰਦਾ ਸਿੰਸੀਅਰ ਹੁੰਦਾ ਨਾ, ਉਹਦਾ ਉਨਾ ਹੀ ਜ਼ਿਆਦਾ ਮਜ਼ਾਕ ਉਡਾਇਆ ਜਾਂਦਾ। ਮੈਂ ਤੇ ਫਰੈਂਡਸ ਦੀ ਗੱਲ ਕਰ ਰਹੀ ਸੀ, ਤਾਂ ਇੱਕ ਜਦੋਂ ਇਹ ਪੋਸਟ ਪਾਈ ਗਈ ਤਾਂ ਕਿਸੇ ਨੇ ਨੀਚੇ ਲਿਖਿਆ ਹੋਇਆ ਸੀ ਕਿ ਸਾਡੇ ਨਾਲ ਆਇਲਸ ਕਰਦਾ ਸੀ ਮੁੰਡਾ, ਬੜਾ ਸਿੰਸੀਅਰ ਸੀ, ਅਸੀਂ ਇਹਨੂੰ ਟੂਟੀ ਟੂਟੀ ਕਹਿ ਕੇ ਬੁਲਾਉਂਦੇ ਸੀ, ਵੀ ਬੜਾ ਸਿੱਧਾ ਸੀਗਾ। ਮਤਲਬ ਕਿ ਜੇ ਉਹ ਇੰਨਾ ਹੈਗਾ ਸੀ, ਸਿੰਪਲ ਸੋਬਰ ਗਾਇ ਸੀਗਾ, ਤਾਂ ਇੰਨੀਆਂ ਮੁਸ਼ਕਿਲਾਂ ਨਹੀਂ ਉਹ ਝੱਲ ਸਕਿਆ, ਤੇ ਉਹਨੇ ਫਾਈਨਲੀ ਜਿਹੜੀ ਹੈ ਸੁਸਾਈਡ ਨੂੰ ਜ਼ਿਆਦਾ ਬੈਟਰ ਸਮਝਿਆ, ਕਿਉਂਕਿ ਪੀਆਰ ਦਾ ਉਹਦਾ ਕੋਈ ਸਿਸਟਮ ਨਹੀਂ ਬਣ ਪਾ ਰਿਹਾ ਸੀ। ਗੱਲ ਉਹੀ ਇੱਥੇ ਆ ਕੇ ਮੁੱਕਦੀ ਹੈ ਕਿ ਸਾਡਾ ਆਪਦਾ ਜਿਹੜਾ ਸਮਾਜ ਹੈ ਨਾ, ਕਿਤੇ ਨਾ ਕਿਤੇ ਉਹ ਵੀ ਇਹਦੇ ਲਈ ਰਿਸਪੌਂਸੀਬਲ ਹੈਗਾ। ਇੱਥੇ ਅਸੀਂ 2-4 ਮਿੰਟਾਂ ਵਿੱਚ ਨਿੰਦ ਬਹੁਤ ਜਲਦੀ ਦਿੰਦੇ ਹਾਂ ਕਿ ਸਟੂਡੈਂਟਸ ਨੇ ਐਂ ਕਰੀ ਫਿਰਦੇ ਆ, ਬਟ ਲਿਮਿਟਿਡ ਗਿਣਤੀ ਦੇ ਵਿੱਚ ਉਹ ਹੋਣਗੇ ਜਿਹੜੇ ਸਿੰਸੀਅਰ ਸਟੂਡੈਂਟਸ ਨੇ। ਅਸੀਂ ਰਾਤ ਨੂੰ ਦੇਖਦੇ ਹਾਂ, ਸ਼ਿਫਟਾਂ ਤੋਂ ਵਾਪਸ ਆ ਰਹੇ ਨੇ, ਠੰਡ ਹੋਵੇ ਗਰਮੀ ਹੋਵੇ, ਸਭ ਕੁਝ ਕਰਦੇ ਨੇ, ਤੇ ਪਰ ਉਸਦੇ ਬਾਵਜੂਦ ਉਹ ਚੀਜ਼ ਸਟਰਗਲ ਨੂੰ ਨਹੀਂ ਦੇਖਿਆ ਜਾਂਦਾ। ਅਸੀਂ ਬਹੁਤ ਛੇਤੀ ਉਹਨਾਂ ਦੇ ਆંકੜੇ ਕਰਨੇ ਸ਼ੁਰੂ ਕਰ ਦਿੰਦੇ ਹਾਂ ਵੀ ਕਿੰਨੇ % ਸਹੀ ਨੇ, ਕਿੰਨੇ % ਗਲਤ। ਸਹੀ ਗੱਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਨੂੰ 10 ਸਾਲ ਪਹਿਲਾਂ ਸੁਸਾਈਡ ਦਾ ਐਪੀਸੋਡ ਆਇਆ ਸੀਗਾ 5 ਮਿੰਟ ਵਾਸਤੇ। ਹਾਂਜੀ। ਤੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਦਾ ਸੀ ਕਿ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਾ ਲਾ ਜੀ, ਤੇ ਪਰ ਮੈਂ 10-20% ਮੇਰਾ ਬ੍ਰੇਨ ਕੰਮ ਕਰ ਰਿਹਾ ਸੀ, ਤੇ ਮੈਂ ਕੁਦਰਤੀ ਆਪਣੇ ਮੰਮੀ ਡੈਡੀ ਨੂੰ ਚੀਕਾਂ ਮਾਰ ਕੇ ਦੱਸੀਆਂ ਕਿ ਮੈਨੂੰ ਸੁਸਾਈਡਲ ਥਾਟਸ ਆ ਰਹੇ ਨੇ, ਤੇ ਫਿਰ ਮੈਨੂੰ ਹਸਪੀਟਲ ਲੈ ਗਏ। ਤੇ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ, ਜ਼ਿੰਦਗੀ ਤੋਂ ਵੱਡੀ ਚੀਜ਼ ਕੁਛ ਨਹੀਂ, ਚਾਹੇ ਪੈਸਾ। ਸਹੀ ਗੱਲ ਹੈ। ਚਾਹੇ ਕੋਈ ਵੇਖ ਨਾ, ਤੇ ਜ਼ਿੰਦਗੀ ਦੇ ਵਿੱਚ ਲੜਨਾ ਸਿੱਖੋ। ਮੈਂ ਰੋਜ਼ ਦਿਖਦਾ ਤੇ ਰੋਜ਼ ਖੜਾ ਹੁੰਦਾ, ਤੇ ਸੁਸਾਈਡ ਕੋਈ ਵੀ ਚੀਜ਼ ਦਾ ਹੱਲ ਨਹੀਂ ਹੈਗਾ। ਮੈਨੂੰ ਮਹੀਨਾ ਪਹਿਲਾਂ ਡਿਪਰੈਸ਼ਨ ਰਿਹਾ, ਮੈਂ ਘਰੇ ਰਿਹਾ, ਮੈਂ ਕੋਈ ਗੱਲ ਨਹੀਂ, ਪਰ ਆਪਾਂ ਕੋਈ ਚੱਕਰ ਨਹੀਂ। ਇਸ ਕਰਕੇ ਇਹ ਚੀਜ਼ ਕਦੇ ਨਾ ਦੇਖੋ, ਐਕਸਰਸਾਈਜ਼ ਕਰੋ, ਨਸ਼ੇ ਤੋਂ ਬਚੋ। ਦੂਜੀ ਚੀਜ਼ ਮੈਂ ਇਹ ਪੁੱਛਣਾ ਚਾਹੁੰਦਾ, ਮੇਰੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆ ਕਿ ਸਾਨੂੰ ਇੰਜੈਕਸ਼ਨ ਕਦੋਂ ਮਿਲੂਗਾ ਜੀ? ਓਕੇ ਜੀ, ਥੈਂਕ ਯੂ ਜੀ। ਤੁਸੀਂ ਸ਼ਾਮ ਨੂੰ ਟਰਾਈ ਕਰ ਸਕਦੇ ਹੋ ਉਹਦੇ ਬਾਰੇ ਵਿੱਚ। ਤੇ ਇੱਕ ਦਰਸ਼ਕ ਪਹਿਲਾਂ ਹੋਰ ਜੁੜ ਗਏ ਨੇ, ਜਦੋਂ ਸਾਡੇ ਡਾਕਟਰ ਸਾਹਿਬ ਸਾਡੇ ਨਾਲ ਜੁੜੇ ਹੋਣਗੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਦੇਵਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ ਸਰ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਬ੍ਰਹਮਪੁਰ ਤੋਂ ਬੋਲ ਰਿਹਾ ਜੀ। ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ, ਸਾਨੂੰ ਸਾਰਿਆਂ ਨੂੰ ਇਸ ਨਾ
ਮਸਲੇ ਨੂੰ ਬੜਾ ਗੰਭੀਰਤਾ ਨਾਲ ਲੈਣਾ ਚਾਹੀਦਾ ਜੀ। ਮੈਂ ਇੱਕ ਤੇ ਹੱਥ ਜੋੜ ਕੇ ਆਪਣੇ ਜਿਹੜੇ ਬਿਜ਼ਨਸਮੈਨ ਭਰਾ ਨਾ ਉਹਨਾਂ ਨੂੰ ਬੇਨਤੀ ਕਰਨਾ ਵੀ ਸਟੂਡੈਂਟਸ ਨੂੰ ਪਲੀਜ਼ ਕੋਈ ਰਿਪ ਆਫ ਨਾ ਕਰੇ। ਉਹਨਾਂ ਨੂੰ ਜਿੰਨੇ ਪੈਸੇ ਬਣਦੇ ਨੇ ਉਨੇ ਹੀ ਪੈਸੇ ਉਹਨਾਂ ਨੂੰ ਦਿੱਤੇ ਜਾਣ। ਉਹਨਾਂ ਦੀ ਮਜਬੂਰੀ ਦਾ ਬਿਲਕੁਲ ਕੋਈ ਫਾਇਦਾ ਨਾ ਉਠਾਇਆ ਜਾਵੇ। ਰੱਬ ਕੋਲ ਡਰਨਾ ਚਾਹੀਦਾ। ਜਿਹੜੇ ਅਸੀਂ ਪੁਰਾਣੇ ਆਏ ਆ, ਜਿਹੜੇ ਬਿਜ਼ਨਸਮੈਨ ਆ, ਸਾਨੂੰ ਇਸ ਗੱਲ ਕਿਸ ਤਰ੍ਹਾਂ ਮੈਂ ਸਮਝਾਵਾਂ, ਬੜਾ ਦੁੱਖ ਹੁੰਦਾ ਜਦੋਂ ਸਟੂਡੈਂਟ ਕਹਿੰਦੇ ਨੇ ਵੀ ਸਾਨੂੰ ਫਲਾਣੇ ਸਟੋਰ ਤੇ ਹੀ ਕੰਮ ਕੀਤਾ, ਉਹਨੇ ਪੈਸੇ ਨਹੀਂ ਦਿੱਤੇ, ਸਾਨੂੰ ਇੰਨੇ ਪੈਸੇ ਕੱਟ ਕੇ ਪੈਸੇ ਉਹਨੇ ਦਿੱਤੇ। ਉਹ ਜਿਹੜਾ ਨਾ ਉਹ ਧਰਤੀ ਵੇਰ ਨਹੀਂ ਦਿੰਦੀ ਇਹਨਾਂ ਦੀਆਂ ਗੱਲਾਂ ਸੁਣ ਕੇ। ਜਦੋਂ ਇਹੋ ਜਿਹੀਆਂ ਗੱਲਾਂ ਸੁਣਦੇ ਆ ਵੀ ਜਿਹੜੇ ਬਿਜ਼ਨਸਮੈਨ ਨੇ ਉਹ ਇਹਨਾਂ ਵਿਚਾਰਿਆਂ ਗਰੀਬਾਂ ਦਾ ਲਹੂ ਪੀਂਦੇ ਨੇ। ਫਿਰ ਦੂਸਰੀ ਗੱਲ ਇੱਕ ਇਹ ਵੀ ਮੈਂ ਕਹਿੰਦਾ ਮਾਂ ਪਿਓ ਦਾ ਵੀ ਕਸੂਰ ਆ। ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਇੰਨਾ ਕਰ ਦਿੰਦੇ ਨੇ ਵੀ ਤੂੰ ਹੁਣ ਨਾ ਬਸ ਤੇਰਾ ਹੁਣ ਹੱਥ ਡਾਲਰਾਂ ਨੂੰ ਪੈ ਗਿਆ, ਹੁਣ ਪਰਿਵਾਰ ਨੂੰ ਵੀ ਪਿੱਛੇ ਪੈਸੇ ਭੇਜ ਤੇ ਆਪਣੀਆਂ ਫੀਸਾਂ ਵੀ ਕੱਢ। ਮੈਂ ਕਈ ਸਟੂਡੈਂਟ ਕੁੜੀਆਂ ਵਿਚਾਰੀਆਂ ਦੇਖੀਆਂ ਜਿਹੜੀਆਂ ਇਸ ਤਰ੍ਹਾਂ ਤਰਲੇ ਕਰਦੀਆਂ ਨੇ ਵੀ ਸਾਨੂੰ 2-2 ਜੋਬਾਂ ਕਰਕੇ ਵਿਚਾਰੀਆਂ ਦੀ ਨੀਂਦ ਵੀ ਪੂਰੀ ਨਹੀਂ ਹੁੰਦੀ। ਇੰਨਾ ਉਹਨਾਂ ਦੇ ਪ੍ਰੈਸ਼ਰ ਪਿੱਛੋਂ ਹੁੰਦਾ ਵੀ ਤੁਸੀਂ ਆਪਣੇ ਖਰਚੇ ਕੱਢੋ। ਹੁਣ ਕਿਸੇ ਨੂੰ ਚੰਗੀ ਜੋਬ ਮਿਲ ਜਾਂਦੀ ਹੈ, ਕਿਸੇ ਨੂੰ ਨਹੀਂ ਚੰਗੀ ਮਿਲਦੀ। ਇਹਨੂੰ ਆਪਾਂ ਐਪਲ ਟੂ ਐਪਲ ਕੰਪੇਅਰ ਤੇ ਨਾ ਕਰ ਸਕਦੇ। ਬਿਲਕੁਲ ਸਹੀ ਗੱਲ। ਇਸ ਕਰਕੇ ਮੈਂ ਕਹਿੰਦਾ ਮਾਂ ਪਿਓ ਨੂੰ ਵੀ ਚਾਹੀਦਾ। ਫਿਰ ਦੂਸਰੀ ਗੱਲ, ਬੱਚਿਆਂ ਨੂੰ ਫਿਰ ਟ੍ਰੇਨਿੰਗ ਦੇ ਕੇ ਭੇਜਣ ਕਿ ਕਾਕਾ ਉੱਥੇ ਮਿਹਨਤ ਕਰਨੀ ਪੈਣੀ ਹੈ। ਮੈਂ ਇੱਕ ਛੋਟੀ ਜਿਹੀ ਤੁਹਾਨੂੰ ਮਿਸਾਲ ਦੇਣਾ ਜੀ। ਮੈਂ ਇੱਕ ਦਿਨ ਮੈਨੂੰ ਸਟੂਡੈਂਟ ਕਹਿੰਦੇ ਵੀ ਸਾਨੂੰ ਕੰਮ ਤੇ ਲੈ ਜਾਓ ਜੀ ਤੁਸੀਂ। ਮੈਂ ਨਾਲ ਲੈ ਗਿਆ। ਉਹਨੂੰ ਮੈਂ ਡਿੱਗ ਕਰਨੀ ਸੀ ਕੋਈ ਥੱਲਿਓਂ, ਤੇ ਮੈਂ ਉਹਨੂੰ ਡਿੱਗ ਕਰਨ ਲਾਇਆ ਤੇ ਉਹਨੂੰ ਮੁੰਡੇ ਨੂੰ ਕੋਈ ਕੰਮ ਨਹੀਂ ਸੀ ਹੁੰਦਾ। ਮੈਂ ਉਹਨੂੰ ਕਿਹਾ ਕਾਕਾ ਤੂੰ ਇਹਨਾਂ ਦਾ ਮੁੰਡਾ? ਕਹਿੰਦਾ ਜੀ ਮੈਂ ਜੱਟਾਂ ਦਾ ਮੁੰਡਾ। ਮੈਂ ਕਦੀ ਖੇਤਾਂ 'ਚ ਕੰਮ ਨਹੀਂ ਕੀਤਾ? ਕਹਿੰਦਾ ਨਾ ਜੀ ਮੈਂ ਕਦੀ ਕੰਮ ਨਹੀਂ ਕੀਤਾ, ਮੇਰਾ ਪਾਪਾ ਹੀ ਕਰਦਾ ਸੀ। ਹੁਣ ਵੇਖੋ ਉਹ ਜਾ ਕੇ ਥੱਲੇ ਦਰਖਤ ਤੇ ਬਹਿ ਗਿਆ, ਕਹਿੰਦਾ ਮੈਂ ਨਹੀਂ ਕੰਮ ਕਰ ਸਕਦਾ ਜੀ। ਹੁਣ ਇਹੋ ਜਿਹੀ ਸਿਚੁਏਸ਼ਨ 'ਚ ਜਦੋਂ ਬੱਚਾ ਆਵੇਗਾ ਉਹ ਪ੍ਰਪੇਅਰ ਹੀ ਨਹੀਂ ਸੀ ਹੈਗਾ। ਕੋਈ ਇੱਕ ਦੋ ਤੇ ਚਲੋ ਮਾਂ ਪਿਓ ਪੈਸੇ ਭੇਜ ਸਕਦੇ ਨੇ, ਪਰ ਸਾਨੂੰ ਮਾਂ ਪਿਓ ਨੂੰ ਉੱਥੇ ਚਾਹੀਦਾ ਵੀ ਆਪਾਂ ਬੱਚੇ ਨੂੰ ਪ੍ਰਪੇਅਰ ਕਰਕੇ ਭੇਜੀਏ ਵੀ ਤੈਨੂੰ ਉੱਥੇ ਕੰਮ ਕਰਨਾ ਪੈਣਾ, ਹਾਰਡ ਵਰਕ ਕਰਨਾ ਪੈਣਾ। ਸੌਰੀ ਟੂ ਸੇ ਮੁੰਡਾ ਇੱਕ ਸ਼ਰਮਾ ਸੀ, ਉਹਦਾ ਲਾਸਟ ਨੇਮ ਉਹ ਸ਼ਹਿਰ ਦਾ, ਉਹ ਪਿੰਡ ਦਾ ਸੀ, ਉਹ ਕੰਮ ਕਰਦਾ ਸੀ। ਪਰ ਜਿਹੜਾ ਸ਼ਹਿਰੀ ਜੱਟਾਂ ਦਾ ਮੁੰਡਾ ਸੀ ਉਹਦੇ ਕੋਲ 2 ਚਮਚੇ ਮਿੱਟੀ ਨਹੀਂ ਪੁੱਟੀ ਜਾਂਦੀ। ਜੀ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ। ਦੇਖੋ ਉਹੀ ਗੱਲ ਹੈ ਤਰਨ ਵੀ ਤਿਆਰ ਨਹੀਂ ਹੈ। ਅਸੀਂ ਬੱਚੇ ਨੂੰ ਪ੍ਰਪੇਅਰ ਕਰਕੇ ਨਹੀਂ ਭੇਜਦੇ ਹਾਂ। ਅਸੀਂ ਸਮਾਂ ਉਹਨੂੰ ਹੋਰ ਸੌਫਟ ਹੁੰਦੇ ਹਾਂ ਵੀ ਕੋਈ ਨਾ ਕਹਿੰਦਾ ਤੂੰ ਉੱਥੇ ਕੰਮ ਕਰਨਾ ਹੀ ਆ। ਉਹ ਕੰਮ ਵਾਸਤੇ ਇੱਕ ਵਾਰੀ ਹੱਥੋਂ ਕੰਮ ਨਿਕਲਣਾ ਚਾਹੀਦਾ। ਬੱਚੇ ਨੂੰ ਇਕੱਲਾ ਇਹੀ ਨਹੀਂ ਹੈ ਵੀ ਤੁਸੀਂ ਗੇੜੇ ਦੇਣ ਤੇ ਰਹਿਣਾ ਜਾਂ ਪੈਣ ਤੇ ਹੀ ਰਹਿਣਾ ਜਾਂ ਸੌਣ ਤੇ ਹੀ ਰਹਿਣਾ। ਸਮੇਂ ਨਾਲ ਉੱਠਣਾ ਉੱਥੋਂ ਸਿੱਖ ਕੇ ਆਉਣਾ ਚਾਹੀਦਾ। ਇਹ ਨਹੀਂ ਆ ਵੀ ਜਦੋਂ ਜੀ ਕੀਤਾ ਉਦੋਂ ਉੱਠ ਖੜੇ। ਨੋ, ਯੂ ਗਾਟ ਟੂ ਹੈਵ ਸਮ ਸੋਰਟ ਆਫ ਸਕੇਜੂਲ ਬਿਫੋਰ ਯੂ ਕਮ ਹੇਅਰ। ਤੁਹਾਨੂੰ ਪਤਾ ਹੋਣਾ ਚਾਹੀਦਾ ਕਰਨਾ ਕੀ ਹੈ। ਨਾਲ ਦੀ ਨਾਲ ਜਿਹੜੇ ਵੀ ਇੱਥੇ ਲੋਕ ਖਾਸ ਤੌਰ ਤੇ ਪਹਿਲਾਂ ਦੇ ਆਏ ਹੋਏ ਨੇ ਹਨਾ, ਹਰੇਕ ਦਾ ਕੋਈ ਨਾ ਕੋਈ ਨੋਨ ਇੱਥੇ ਬੱਚਾ ਆਇਆ ਹੋਇਆ। ਸੋ ਅਸੀਂ ਇਹ ਸੋਚ ਕੇ ਕਹਿੰਦੇ ਆ ਕਿ ਕਿਤੇ ਕੱਲ ਨੂੰ ਕੋਈ ਵਿਗਾੜ ਨਾ ਪਾ ਦੇ ਜਾਂ ਕੁਛ ਗੱਲਬਾਤ ਹੀ ਨਹੀਂ ਕਰਦੇ, ਅਸੀਂ ਕੰਟੈਕਟ ਨਹੀਂ ਕਰਦੇ। ਚਾਹੇ ਆਪਾਂ ਕਿਸੇ ਦੀ ਕੋਈ ਤਰੀਕੇ ਨਾਲ ਹੈਲਪ ਨਾ ਕਰ ਸਕੀਏ, ਪਰ ਕਮ ਸੇ ਕਮ ਮਹੀਨੇ ਵਿੱਚ ਇੱਕ ਵਾਰੀ ਕਾਲ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਜ਼ਰੂਰ ਬੇਨਤੀ ਹੈ, ਜੇ ਤੁਹਾਡੇ ਕੋਈ ਨੋਨ ਦੇ ਵਿੱਚ ਕੋਈ ਬੱਚਾ ਇੱਥੇ ਆਇਆ ਹੋਇਆ, ਕਮ ਸੇ ਕਮ ਮਹੀਨੇ 'ਚ ਇੱਕ ਵਾਰੀ ਫੋਨ ਕਰਕੇ ਉਹਦਾ ਹਾਲ ਚਾਲ ਜ਼ਰੂਰ ਪੁੱਛ ਲਓ ਕਿ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਕੋਈ ਬੰਦਾ ਕਿਸੇ ਦਾ ਦੁੱਖ ਸੁੱਖ ਸੁਣ ਲੈਂਦਾ ਤਾਂ ਸ਼ਾਇਦ ਉਸ ਟਾਈਮ ਅਸੀਂ ਕਿਸੇ ਨੂੰ ਸੁਸਾਈਡ ਤੋਂ ਪਿੱਛੇ ਵੀ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਸਿਰਫ ਫਾਈਨੈਂਸ਼ੀਅਲ ਹੈਲਪ ਹੀ ਸਾਰਾ ਕੁਝ ਹੁੰਦੀ ਆ। ਦਰਸ਼ਕ ਇੱਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਬਹੁਤ ਤੁਹਾਨੂੰ ਤੇ ਬੋਲਣਾ ਮੈਂ ਬ੍ਰੈਂਟ ਤੋਂ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਵੀ ਨੱਥ ਸਾਹਿਬ ਨੂੰ ਪਤਾ ਵੀ ਜਦੋਂ ਅਸੀਂ ਆਏ $4 ਦੀ ਜੋਬ ਸੀ, 2.5 ਘੰਟੇ ਜਾਣ ਦੇ 2.5 ਜਿਨ੍ਹਾਂ ਦੀ ਫੈਕਟਰੀ ਕੰਮ ਕੀਤਾ ਮੋਟਿਆ ਲਗਾ ਤਾਂ ਕਰਨੀ ਪੈਣੀ। ਹੁਣ ਹੌਲੀ ਸਾਰਾ ਕੁਝ ਬਣਦਾ ਹੁੰਦਾ ਤੇ ਉੱਥੇ ਬੱਚਿਆਂ ਨੂੰ ਕੰਮ ਹੀ ਨਹੀਂ ਕਰਾਉਂਦੇ ਘਰ ਦੇ ਤੇ ਅਸੀਂ ਛੋੜੇ ਉਹਨਾਂ ਦੇ। ਸਾਡੀ ਮਾਂ ਨੇ ਸਾਰਾ ਕੁਝ ਹੀ ਕਰਾਉਣਾ, ਸਾਡੇ ਡੈਡੀ ਨੇ ਬਾਹਰ ਹੈਲਪ ਕਰਾਈ ਦੀ। ਉੱਥੇ ਹੁਣ ਤਾਂ ਉਹ ਕੰਮ ਨਹੀਂ ਕਰਦਾ। ਇੱਥੇ ਆਣ ਕੇ ਖਰਚੇ ਪੂਰੇ ਨਹੀਂ ਹੁੰਦੇ ਤੇ ਸਾਡੇ ਵਿੱਚ ਰਹਿੰਦੇ ਵੀ ਤੁਹਾਡੇ ਰਿਸ਼ਤੇਦਾਰ ਜਿਹੜੇ ਸਹੀ ਗੱਲ ਭਤੀਜਾ ਇੱਥੇ ਆਇਆ ਤੁਹਾਡੇ ਨਾਲ ਬਹਿ ਕੇ ਕੋਈ ਗੱਲ ਹੀ ਨਹੀਂ ਕਰਦੇ। ਉਹ ਮੇਰੀ ਵਾਈਫ ਦੇ ਭਤੀਜੇ ਨੂੰ 6 ਸਾਲ ਹੋ ਗਏ ਇੱਥੇ ਆਇਆ ਨੂੰ, ਕਦੀ ਸਾਡੀ ਫੈਮਿਲੀ 'ਚ ਨਹੀਂ ਬੈਠਾ, ਉਹ ਗੱਲ ਨਹੀਂ ਕਰਦਾ। ਉਹਨੂੰ ਆਪ ਕੁਛ ਪੱਚੀ ਰਨ ਗੱਲ ਕਰਨ ਦੇ ਨਿਆਣਾ ਕੋਈ ਗੱਲ ਕਰੇ ਤਾਂ ਆਪਾਂ ਨੂੰ ਪਤਾ ਲੱਗੇ ਨਾ। ਬਿਲਕੁਲ ਸਹੀ ਗੱਲ। ਥੈਂਕ ਯੂ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਚਰਨ ਗੱਲ ਇਹ ਹੈ ਫਿਰ ਅੱਛਾ ਹੋਰ ਜਿਹੜਾ ਪ੍ਰੈਸ਼ਰ ਆ ਪਿੱਛੋਂ ਦਾ ਹੈਗਾ, ਇੱਥੇ ਵੱਖਰਾ ਪ੍ਰੈਸ਼ਰ ਆ ਖਾਸ ਕਰਕੇ ਕੁੜੀਆਂ ਮੁੰਡਿਆਂ ਦੋਨਾਂ ਤੇ ਹੀ ਆ। ਕਈਆਂ ਦੇ ਰਿਲੇਸ਼ਨ ਹੋ ਜਾਂਦੇ, ਕਈਆਂ ਦੇ ਨਹੀਂ ਹੁੰਦੇ। ਜਿਨ੍ਹਾਂ ਦੇ ਹੋਏ ਆ, ਜਿਨ੍ਹਾਂ ਦੇ ਨਹੀਂ ਹੋਏ, then they are looking for something. They go for whatever is available. It happens. ਉਹ ਸਹੀ ਮੈਚ ਨਹੀਂ ਹੈਗਾ। ਉਹ ਅੱਡ ਕਲੇਸ਼ ਨੂੰ ਥਾਂ ਹੁੰਦਾ। ਇੱਕ ਤਾਂ ਵੱਖਰਾ ਪ੍ਰੈਸ਼ਰ ਆ, ਕੰਮ ਦਾ ਪ੍ਰੈਸ਼ਰ ਆ, ਫਾਈਨੈਂਸ਼ੀਅਲ ਪ੍ਰੈਸ਼ਰ ਆ, ਫਿਰ ਜਿਹੜਾ ਨਾਲ ਦਾ ਹੋ ਗਿਆ ਉਹਦਾ ਪ੍ਰੈਸ਼ਰ ਹੋ ਜਾਂਦਾ। ਇੱਕ ਹੋਰ ਆ ਅੱਛਾ ਪਿੱਛੋਂ ਸੁਨੇਹਾ ਆਉਂਦਾ ਤਾਂ ਇਹ ਕੰਮ ਕੁੜੀਆਂ ਨੂੰ ਖਾਸ ਕਰਕੇ ਇਹ ਕੰਮ ਨਹੀਂ ਕਰਨਾ। ਸਾਡੀ ਇੱਜ਼ਤ ਦਾ ਸਵਾਲ ਆ, ਇਹ ਕੰਮ ਨਹੀਂ ਕਰਨਾ। ਉਹਦੇ ਨਾਲ ਦੀਆਂ ਦੇ ਇੱਥੇ ਬਾਕੀ ਨਾਲ ਰਿਲੇਸ਼ਨ ਹੈਗੇ ਆ।
ਉਹਨਾਂ ਦੇ ਨੂੰ ਵੀ ਬੱਚੇ ਪੇਰੈਂਟਸ ਇਹੀ ਕਹਿ ਰਹੇ ਆ, ਬਿਲਕੁਲ, ਜਿਨ੍ਹਾਂ ਦੇ ਆਲਰੇਡੀ ਰਿਲੇਸ਼ਨ ਹੈਗੇ ਉਹਨਾਂ ਨੂੰ ਵੀ ਬੱਚੇ ਪੇਰੈਂਟਸ ਇਹੀ ਕਹਿ ਰਹੇ ਆ, ਜਿਨ੍ਹਾਂ ਦਾ ਨਹੀਂ ਹੈਗਾ ਉਹਨੂੰ ਵੀ ਇਹ ਕਿਹਾ ਜਾ ਰਿਹਾ। ਇਟਸ ਅਨਦਰ ਪ੍ਰੈਸ਼ਰ। ਅੱਛਾ, ਇੱਥੋਂ ਦੀ ਸੁਸਾਇਟੀ ਆ, ਇਟਸ ਬਿਟ ਆਫ ਓਪਨ ਸੁਸਾਇਟੀ। ਇਹ ਪੇਰੈਂਟਸ ਨੂੰ ਉੱਥੋਂ ਇਹ ਸੋਚ ਕੇ ਭੇਜਣਾ ਚਾਹੀਦਾ ਜੀ ਬੱਚਾ, ਚਾਂਸਸ ਆਰ, ਮੈਂ ਉਹਨੇ ਕਹਿੰਦਾ ਹਰੇਕ ਦੀ ਰਿਲੇਸ਼ਨ ਆ, ਚਾਂਸਸ ਆਰ ਦਿਸ ਥਿੰਗ ਗੋਇੰਗ ਟੂ ਹੈਪਨ। ਜੇ ਇਹ ਗੱਲ ਹੁੰਦੀ ਹੈ ਤਾਂ ਤੁਸੀਂ ਬੱਚੇ ਨਾਲ ਕਾਟੋ ਕਲੇਸ਼ ਨਾ ਪਾਇਓ। ਤੁਸੀਂ ਬੱਚੇ ਨੂੰ ਇਕੱਲੇ ਨੂੰ ਭੇਜਿਆ, ਬੱਚੇ ਦਾ ਪੀਰ ਪ੍ਰੈਸ਼ਰ ਸੀਗਾ, ਅਜਿਹੀ ਗੱਲ ਹੋ ਗਈ ਹੈ। ਆਮ ਨਾਟ ਸੇਇੰਗ ਵੀ ਹਰੇਕ ਦਾ ਰਿਲੇਸ਼ਨ ਹੋਣਾ ਚਾਹੀਦਾ, ਆਮ ਨਾਟ ਪ੍ਰਮੋਟ ਨਹੀਂ ਕਰ ਲੱਗਿਆ, ਪਰ ਪੇਰੈਂਟਸ ਨੂੰ ਇਹ ਗੱਲ ਸੋਚਣੀ ਜ਼ਰੂਰ ਚਾਹੀਦੀ ਹੈ ਕਿ ਜਵਾਨ ਬੱਚਾ ਘਰੋਂ ਚੱਲਿਆ, ਚਾਂਸਸ ਆਰ ਇਹਦਾ ਕਿਤੇ ਨਾ ਕਿਤੇ ਸ਼ਾਇਦ ਰਿਲੇਸ਼ਨ ਹੋਵੇਗਾ, ਇੱਥੋਂ ਦੀ ਸੁਸਾਇਟੀ ਦੇ ਵਿੱਚ ਹੈਗਾ, ਔਰ ਤੁਸੀਂ ਉਹਦੇ ਪਿੱਛੇ ਘਰਦਿਆਂ ਨੂੰ ਵੀ ਬਹੁਤਾ ਕਲੇਸ਼ ਨਹੀਂ ਪਾਉਣਾ ਚਾਹੀਦਾ, ਸਮਝਾ ਲੈਣਾ ਚਾਹੀਦਾ। ਤੁਸੀਂ ਜੇ ਇੱਥੇ ਕੁਝ ਭੇਜਿਆ ਕਰਨ ਵਾਸਤੇ ਫਾਇਦਾ ਵੀ ਹੈ, ਉਹਦੀ ਕੀਮਤ ਵੀ ਹੈ, ਸ਼ਾਇਦ ਕੀਮਤ ਤੁਸੀਂ ਇਸ ਹਿਸਾਬ 'ਚ ਦੇਣੀ ਪਵੇਗੀ। ਬਿਲਕੁਲ ਸਰ, ਤੇ ਨਾਲ ਦੀ ਨਾਲ ਥੋੜਾ ਜਿਹਾ ਬੈਕ ਸੋਸਾਇਟੀ ਪ੍ਰੈਸ਼ਰ ਵੀ ਬਹੁਤ ਹੁੰਦਾ ਆ। ਇੱਥੇ ਸਾਨੂੰ ਪਤਾ ਹੈ ਕਿ ਕੈਨੇਡਾ ਵਿੱਚ ਬਾਕੀ ਮੁਲਕਾਂ ਦੇ ਮੁਕਾਬਲੇ ਅਸੀਂ ਈਜ਼ੀਲੀ ਜਿਹੜੀ ਆ PR ਅਸੀਂ ਗ੍ਰੈਬ ਕਰ ਸਕਦੇ ਹਾਂ, ਪਰ ਜੇ ਅਸੀਂ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰੀਏ। ਪਰ ਕਈ ਵਾਰੀ ਇੱਦਾਂ ਹੁੰਦਾ ਕਿ ਸਰਕਮਸਟਾਂਸਿਸ ਇਹੋ ਜਿਹੇ ਬਣ ਜਾਂਦੇ ਆ ਤੇ PR ਤੱਕ ਤੁਸੀਂ ਪਹੁੰਚ ਨਹੀਂ ਕਰ ਪਾਉਂਦੇ। ਸਰ, ਸਭ ਤੋਂ ਵੱਡਾ ਉਸ ਵੇਲੇ ਪ੍ਰੈਸ਼ਰ ਇਹ ਹੁੰਦਾ ਜਿਹੜਾ ਕਿ ਇਸ ਵਕਤ ਵਿਰਿੰਦਰ ਨਾਲ ਵੀ ਹੋਇਆ ਕਿ ਵਰਕ ਪਰਮਿਟ ਲਈ ਅਪਲਾਈ ਕਰਨ ਲਈ ਐਲੀਜੀਬਲ ਨਹੀਂ ਸੀ। ਸੋ ਉਹਨੂੰ ਇਹ ਸੀ ਵੀ ਕਿਸੇ ਵੀ ਟਾਈਮ ਜੇ ਉੱਥੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਗਈ ਤਾਂ ਉਹ ਕੀ ਕਰੇਗਾ, ਕਿਉਂਕਿ ਸੋਸਾਇਟੀ ਸਾਡੇ ਉੱਥੇ ਵੀ ਤੁਸੀਂ ਦੇਖੋਗੇ ਕਿਸੇ ਕੁੜੀ ਦਾ ਕਿਸੇ NRI ਨਾਲ ਰਿਸ਼ਤਾ ਹੁੰਦਾ, ਸਾਲ ਆਪਦੇ ਘਰੇ ਬੈਠ ਜਾਵੇ ਤਾਂ ਜਦੀ ਕੁਐਸਚਨਸ ਹੋਣੇ ਸ਼ੁਰੂ ਹੋ ਜਾਂਦੇ ਆ ਕਿ ਕਿਉਂ ਨਹੀਂ ਹਜੇ ਤੱਕ ਕੀ ਗੱਲ ਹੋ ਗਈ ਹੈ ਨਾ। ਸੋ ਜੇਕਰ ਕਿਸੇ ਦਾ ਵੀਜ਼ਾ ਆ ਜਾਂਦਾ ਫਿਰ ਕੁਐਸਚਨ ਕੀਤਾ ਜਾਂਦਾ ਵੀ ਤੇਰਾ ਤਾਂ ਕੇਸ ਲਗਾਇਆ ਸੀ, ਹਜੇ ਤੱਕ ਵੀਜ਼ਾ ਨਹੀਂ ਆਇਆ। ਸੋ ਜੇ ਤੁਸੀਂ ਡਿਪੋਰਟ ਹੋ ਕੇ ਵਾਪਸ ਜਾਂਦੇ ਹੋ ਤਾਂ ਉਹ ਸੋਸਾਇਟੀ ਦੇ ਵਿੱਚ ਏਦਾਂ ਹੁੰਦਾ ਕਿ ਤੁਸੀਂ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੋਗੇ। ਸੋ ਇਹ ਚੀਜ਼ ਵੀ ਬਹੁਤ ਵੱਡਾ ਪ੍ਰੈਸ਼ਰ ਹੈ ਕਿ ਜੇ ਮੈਂ ਬੈਕ ਚਲਾ ਗਿਆ, ਰਿਸ਼ਤੇਦਾਰ ਤਾਂ ਤਾਨੇ ਮੇਣੇ ਮਾਰ ਕੇ ਸਾਨੂੰ ਮਾਰ ਦੇਣਗੇ ਕਿ ਮੁੰਡਾ ਗਿਆ ਸੀ, ਬਾਹਰ ਭੇਜਿਆ ਸੀ, ਜ਼ਮੀਨਾਂ ਵੇਚ ਕੇ ਭੇਜਿਆ ਸੀ, ਕੀ ਕਰ ਲਿਆ। ਸਰ, ਇੱਕ ਗੱਲ ਜ਼ਰੂਰ ਹੈ ਇਸ ਮਾਮਲੇ ਦੇ ਵਿੱਚ, ਮੈਂ ਆਮ ਨਾਟ ਟਾਕਿੰਗ ਅਬਾਊਟ ਦਿਸ ਕੇਸ, ਕਈ ਕੇਸ ਐਸੇ ਵੀ ਹੈ, ਇਹ ਜਿਹੜੇ ਬੱਚੇ ਇੱਥੇ ਆਉਂਦੇ ਆ ਉਹ ਇੱਥੋਂ ਦੇ ਸਿਸਟਮ ਤੋਂ ਅਣਜਾਣ ਨੇ। ਉਹ ਜਿਹੜੇ ਪਹਿਲਾਂ ਆਏ ਹੋਏ ਆ ਉਹਨਾਂ ਦੀਆਂ ਗੱਲਾਂ ਮੰਨਣ ਨੂੰ ਤਿਆਰ ਆ, ਆਪਦੇ ਜਿਹੜੇ ਕਾਲਜਸ ਆ ਉਹਨਾਂ ਦੀਆਂ ਗੱਲਾਂ ਮੰਨਣ ਨੂੰ ਤਿਆਰ ਨਹੀਂ ਹੈ। ਮੈਂਟਲ ਆਉਂਦੇ ਆ, ਐਂ ਕਰ ਆਹ ਗੱਲ ਨੂੰ ਛੱਡ ਪਰੇ, ਤੂੰ ਇੱਥੇ ਆ ਜਾ, ਆਪਾਂ ਉੱਥੇ ਇਕੱਠੇ ਰਹਾਂਗੇ, ਠੀਕ ਹੈ ਨਾ। ਤੁਸੀਂ ਜਿਹੜੀ ਲਾਈਨ ਨੂੰ ਲੈ ਕੇ ਆਏ ਹੋ, ਜੇ ਤੁਸੀਂ ਉਸ ਲਾਈਨ 'ਚ ਤੁਰੇ ਜਾਂਦੇ ਹੋ ਤਾਂ ਤੁਸੀਂ ਚਾਂਸਸ ਆਰ ਯੂ ਵਿਲ ਬੀ ਅ PR। ਜੇ ਤੁਸੀਂ ਇੱਧਰ ਹੋ ਗਏ ਫਿਰ ਕਈ ਵਾਰੀ ਹੁੰਦਾ ਮੈਨੂੰ ਤਾਂ ਟਰੱਕ ਦੀ ਜੌਬ ਮਿਲ ਗਈ, ਪੈਸੇ ਬੜੇ ਬਣਦੇ ਆ, ਭਾਈ ਪਹਿਲਾਂ PR ਤਾਂ ਲੈ ਲੈ। ਜਿਹੜੀ ਚੀਜ਼ ਤੋਂ ਮੇਨ ਚਾਹੀਦੀ ਹੈ, ਸਾਰੀ ਉਮਰ ਕੰਮ ਕਰਨਾ, ਸਾਰੀ ਉਮਰ ਪੈਸੇ ਬਣਨਗੇ, PR ਇੱਕ ਵਾਰੀ ਬਣਦਾ ਜਾਓ। ਤੁਸੀਂ ਜਿਹੜੀ ਆ ਟੈਂਪਰੇਰੀ ਪਾਉਣ ਲੱਗੇ ਹੋ, ਤੁਸੀਂ ਲੁੱਕ ਐਟ ਦ ਬਿਗਰ ਪਿਕਚਰ ਵੀ ਉਹਦਾ ਮੈਂ ਕਿੰਨਾ ਨੁਕਸਾਨ ਕਰ ਰਿਹਾ। ਪਰ ਹੁਣ ਕੈਨੇਡਾ ਵਿੱਚ PR ਵੀ ਸੌਖੀ ਨਹੀਂ ਰਹੀ। ਸੋ ਥੋੜਾ ਜਿਹਾ ਸਰਕਾਰ ਨੂੰ ਇਸ ਬਾਰੇ ਵੀ ਐਜੂਕੇਟ ਕਰਨਾ ਚਾਹੀਦਾ, ਕਿਉਂਕਿ ਆਸਟ੍ਰੇਲੀਆ ਦੇ ਬਾਰੇ ਵਿੱਚ ਆਲਮੋਸਟ ਇੰਡੀਆ ਵਿੱਚ ਬੈਠੇ ਬਹੁਤੇ ਲੋਕਾਂ ਨੂੰ ਪਤਾ ਕਿ ਉੱਥੇ ਜਿਹੜੇ ਕਾਨੂੰਨ ਨੇ ਸਟ੍ਰਿਕਟ ਨੇ। ਘੱਟੋ ਘੱਟ ਤੁਹਾਨੂੰ ਕਿੰਨੇ ਬੈਂਡ ਲੈਣੇ ਪੈਣੇ ਆ, ਕਿੰਨੇ ਸਕੋਰਸ ਤੇ ਸਾਰਾ ਸਿਸਟਮ ਜਾ ਰਿਹਾ ਕਿ ਤੁਸੀਂ ਉੱਥੇ ਜਾ ਕੇ ਔਖੇ ਹੋ ਕੇ ਤੁਹਾਨੂੰ PR ਮਿਲ ਜੂ, ਬਟ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਣੀ ਆ। ਕੈਨੇਡਾ ਦੇ ਬਾਰੇ ਵਿੱਚ ਉੱਥੇ ਏਜੰਟਸ ਇੰਨਾ ਕੁ ਸਬਜ਼ਬਾਗ ਦਿਖਾਉਂਦੇ ਨੇ ਕਿ ਤੁਸੀਂ ਆਇਲਸ ਤੋਂ ਬਿਨਾਂ ਜਾ ਸਕਦੇ ਹੋ, ਤੁਸੀਂ ਆਇਲਸ ਕਰਕੇ ਚਲ ਜਾਓ, ਘੱਟ ਬੈਂਡ ਤੇ ਚਲ ਜਾਓ, ਤੁਸੀਂ ਉੱਥੇ ਜਾ ਕੇ ਕੁਝ ਵੀ ਕਰ ਸਕਦੇ ਹੋ। ਸੋ ਇੰਨਾ ਕੁ ਮਿਸਗਾਈਡ ਕੀਤਾ ਜਾਂਦਾ ਕਿ ਲੋਕੀ ਇੱਥੇ ਜਦੋਂ ਪਹੁੰਚਦੇ ਨੇ ਮੀਟ ਕਰ ਨਹੀਂ ਪਾਉਂਦੇ ਉਹਨਾਂ ਪੁਆਇੰਟਸ ਨੂੰ। ਫਿਰ ਸਭ ਤੋਂ ਵੱਧ ਪ੍ਰੈਸ਼ਰ ਉਦੋਂ ਪੈਂਦਾ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ, ਦੂਜੇ ਤੋਂ ਤੀਸਰੇ ਪ੍ਰੋਵਿੰਸ। ਤੁਹਾਡਾ ਟਾਈਮ ਪਾਸ ਹੋਈ ਜਾਂਦਾ ਪਿਆ, ਤੁਹਾਡਾ ਐਕਸਪੀਰੀਅੰਸ ਦਾ ਜਿਹੜਾ ਟਾਈਮ ਹੋਣਾ ਚਾਹੀਦਾ ਆ ਉਹ ਤੁਸੀਂ ਗਵਾ ਰਹੇ ਹੋ। ਸੋ ਉਸ ਮੌਕੇ ਦੇ ਉੱਤੇ ਪੁਆਇੰਟਸ ਹੀ ਨਹੀਂ ਮੀਟ ਕਰ ਪਾਉਂਦੇ। ਮੈਂ ਇਸ ਗੱਲ ਤੇ ਇੱਕ ਗੱਲ ਜ਼ਰੂਰ ਕਹਾਂਗਾ, ਜਿੰਨੇ ਬੱਚੇ ਆ ਰਹੇ ਆ ਸਾਰੇ ਪੜ੍ਹੇ ਲਿਖੇ ਆ, ਠੀਕ ਹੈ। ਉਹਨਾਂ ਨੂੰ ਜਿਹੜਾ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਾਜ਼ ਹੈਗੇ ਨੇ ਸਾਰੇ ਆਨਲਾਈਨ ਅਵੇਲੇਬਲ ਆ। ਜਦੋਂ ਅਸੀਂ ਆਏ ਆ ਉਦੋਂ ਕੁਛ ਨਹੀਂ ਸੀ ਅਵੇਲੇਬਲ ਹੁੰਦਾ, ਅਸੀਂ ਬੁੱਕ ਲੈਣੀ ਪਏਗੀ, ਉਹਨੂੰ ਪੜ੍ਹਨਾ ਪਏਗਾ। ਹੁਣ ਐਵਰੀਥਿੰਗ ਇਜ਼ ਅਵੇਲੇਬਲ ਆਨਲਾਈਨ। ਤੁਹਾਨੂੰ ਵੀ ਪਤਾ ਹੋਣਾ ਚਾਹੀਦਾ, ਤੁਸੀਂ ਇੱਕ ਕੰਟਰੀ ਦੇ ਵਿੱਚੋਂ ਆ ਰਹੇ ਹੋ, ਸਾਰਾ ਕੁਝ ਜੁਗਾੜ ਪੱਟ ਕੇ ਦੂਜੇ ਥਾਂ ਤੇ ਆ ਰਹੇ ਹੋ, ਇਸ ਵਾਸਤੇ ਆ ਰਹੇ ਹੋ ਕਿ ਮੈਂ ਉੱਥੇ ਪੱਕਾ ਹੋਣਾ, ਪਰਮਨੈਂਟ ਰੈਜ਼ੀਡੈਂਸ ਹੈ। ਜਦੋਂ ਤੁਸੀਂ ਕਿਸੇ ਏਜੰਟਾਂ ਰਾਹੀਂ, ਸੋ ਕਾਲਡ ਏਜੰਟਸ, ਉਹਨਾਂ ਰਾਹੀਂ ਆਉਂਦੇ ਹੋ, ਉਹਨਾਂ ਨੂੰ ਇੰਨੇ ਪੈਸੇ ਦਿੰਦੇ ਹੋ, ਉਹਨਾਂ ਪੈਸੇ ਦੇਣ ਦੀ ਲੋੜ ਨਹੀਂ ਹੈ, ਸਿੱਧਾ ਆਉਣ ਦਾ ਸਿਸਟਮ ਵੀ ਹੈਗਾ। ਉਹ ਏਜੰਟਸ ਕੀ ਕਰਦੇ ਆ, ਏਜੰਟ ਨੇ ਉਹੀ ਵੈਬਸਾਈਟ ਤੋਂ ਪੜ੍ਹ ਕੇ ਤੁਹਾਨੂੰ ਦੱਸਿਆ ਹੋਇਆ, ਉਸ ਚੀਜ਼ ਨੂੰ ਉਹ ਤੋੜ ਮਰੋੜ ਕੇ ਦੱਸ ਰਿਹਾ ਆਪਦੇ ਫਾਇਦੇ ਵਾਸਤੇ। ਇਹ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਆ ਰਹੇ ਹੋ ਤੇ ਮੈਂ ਇੰਨਾ ਵੱਡਾ ਰਿਸਕ ਲੈ ਰਿਹਾ ਕਿ ਮੈਂ ਇਸ ਕੰਮ ਦੇ ਵਿੱਚ ਸਾਰਾ ਪੱਕਾ ਹੋ ਜਾ। ਆਪਾਂ ਸਿਰਫ ਇਸ ਗੱਲ ਤੇ ਨਾ ਰਹੋ ਵੀ ਮੈਨੂੰ ਪਲੇਨ ਦਾ ਟਿਕਟ ਮਿਲ ਗਿਆ ਤਾਂ ਉੱਥੇ ਆ ਕੇ ਲੈਣ ਹੋਗਾ, ਕੋਈ ਗੱਲ ਨਹੀਂ, ਫਿਰ ਮੈਂ ਮੁੜਦਾ ਨਹੀਂ। ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ PR ਮਿਲੇ, ਜੇ ਸਾਨੂੰ ਇਨਫੋਰਮੇਸ਼ਨ ਪੂਰੀ ਹੋਵੇਗੀ। ਅੱਛਾ, ਫਿਰ ਇੱਕ ਗੱਲ ਹੋਰ ਹੈ ਸਰ, ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਬ੍ਰੈਂਟਨ ਤੋਂ ਬੋਲ ਰਿਹਾ ਜੀ। ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਬਹੁਤ ਸਿਆਣੀਆਂ ਗੱਲਾਂ ਕਰਦੇ ਤੁਸੀਂ। ਸ਼ੁਕਰੀਆ ਜੀ। ਅੱਛਾ, ਇੱਕ ਮੈਂ ਇਹ ਦੱਸਣਾ ਸੀ, ਕੱਲ ਮੇਰੇ ਰੋਪੜ ਸੁਰ ਰਹੇ ਆ ਜੀ। ਅੱਛਾ, ਤੇ ਉਹ
ਸਾਡੇ ਜਿਹੜੇ ਬੰਦੇ ਉਹਨਾਂ ਕੋਲ ਦੇਖੋ ਜੀ ਕਰੋੜਾਂ ਦੀਆਂ ਕੋਠੀਆਂ ਦੇ ਨਾਲੇ ਚੰਗਾ ਬਿਜ਼ਨਸ ਆ। ਮੈਨੂੰ ਕੱਲ ਫੋਨ ਆਇਆ, ਮੈਨੂੰ ਕਹਿੰਦਾ ਵੀ ਇੱਥੇ ਮੈਨੂੰ ਸੱਦ ਲਓ ਤੇ ਲੋਕੀ ਪੈਸੇ ਬਹੁਤ ਕਮਾਉਂਦੇ ਆ ਕਿ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਤੇ 40 ਲੱਖ ਰੁਪਈਆ ਏਜੰਟ ਮੰਗਦਾ। ਮੈਂ ਕਿਹਾ ਮੇਰੇ ਕੋਲ ਨਾ ਆਈ, ਨਾ ਮੈਂ ਤੈਨੂੰ ਪੈਸੇ ਦੇਣੇ ਆ ਤੇ ਨਾ ਮੈਂ ਤੈਨੂੰ ਰੱਖਣਾ। ਉਹਦੇ ਮਾਂ ਪਿਓ ਕਹਿੰਦੇ ਆ ਇਹ ਪਾਗਲ ਲੋਕਾਂ ਦੇ ਮਗਰ ਲੱਗਾ ਆ ਵੀ ਸਕੂਲ 'ਚ ਕਿ ਮੈਂ ਵੀ ਬਾਹਰ ਕੈਨੇਡਾ ਜਾਵਾਂ। ਮੈਂ ਕਿਹਾ ਕੈਨੇਡਾ ਸਾਨੂੰ 50 ਸਾਲ ਹੋ ਗਏ ਆਇਆ ਨੂੰ, ਤੇ ਤੂੰ ਇੱਥੇ ਕਰਦੇ ਕੀ ਹੁਣ ਜੇ ਕੋਈ ਇੰਨਾ ਪੈਸਾ ਹੈ। ਏਦਾਂ ਦੇ ਲੋਕ ਉੱਥੇ ਉਹ ਇੱਕ ਵੀ ਮੁੰਡੇ ਉੱਥੇ ਤਾਂ ਕਹਿੰਦੇ ਵੀ ਚਲੋ ਉੱਥੇ ਚੱਲੀਏ ਬਾਹਰ। ਲੈਕ ਆਫ ਇਨਫੋਰਮੇਸ਼ਨ ਹੈ ਜੀ, ਇਨਫੋਰਮੇਸ਼ਨ ਸਹੀ ਹੈ। ਥੈਂਕ ਯੂ ਜੀ। ਲੈਕ ਆਫ ਇਨਫੋਰਮੇਸ਼ਨ ਹੈ ਜੀ। ਫਿਰ ਜਦੋਂ ਤੁਸੀਂ ਇੰਨਾ ਪੈਸਾ ਖਰਚ ਲੱਗੇ ਹੋ 40 ਲੱਖ ਰੁਪਏ ਖਰਚਣਾ, ਤੁਸੀਂ ਇਹ ਤਾਂ ਪਤਾ ਕਰ ਲਓ ਵੀ ਇਹਨੂੰ ਇਮੀਗ੍ਰੇਸ਼ਨ ਮਿਲੂਗੀ ਕਿਵੇਂ, ਕਿਹੜੇ ਹਿਸਾਬ 'ਚ। ਫਿਰ ਕਈ ਵਾਰੀ ਸਾਡੇ ਵਰਗੇ ਨੂੰ ਫੋਨ ਆ ਜਾਂਦਾ, ਅਸੀਂ ਕਹਿੰਦੇ ਭਾਈ ਆਹ ਗੱਲ ਹੈਗੀ ਆ, ਖਿਆਲ ਰੱਖਿਓ ਤੁਸੀਂ, ਇਹਨਾਂ ਗੱਲਾਂ ਨੂੰ ਵਿਚਾਰ ਲਓ ਫਿਰ ਆਇਓ। ਉਧਰੋਂ ਫੋਨ ਰੱਖਦੇ ਨਹੀਂ, ਨਾਲ ਦੇ ਨੂੰ ਪਤਾ ਕੀ ਕਹਿੰਦੇ, ਇਹ ਨਹੀਂ ਚਾਹੁੰਦਾ ਵੀ ਸਾਡਾ ਮੁੰਡਾ ਉੱਥੇ ਆਵੇ, ਸਾਡਾ ਬੱਚਾ ਉੱਥੇ ਆਵੇ। ਜੇ ਅਸੀਂ ਸੱਚ ਬੋਲਦੇ ਹਾਂ ਤਾਂ ਪ੍ਰੋਬਲਮ ਹੈ, ਜੇ ਅਸੀਂ ਕਹਿੰਦਾ ਕੋਈ ਨਾ ਭੇਜ ਦਿਓ ਸਾਹਮਣੇ, ਅੱਛਾ ਉਹ ਪੱਕਾ ਨਾ ਹੋਵੇ ਫਿਰ ਤੁਸੀਂ ਕਰੋਗੇ। ਬਿਲਕੁਲ, ਤੇ ਬਹੁਤ ਹੋ ਗਿਆ ਜੀ। ਬਿਲਕੁਲ ਜੀ, ਅੱਜ ਦੇ ਟੌਪਿਕ ਦੇ ਉੱਤੇ ਇੰਨਾ ਹੀ, ਤੇ ਆਪਾਂ ਆਪਣੀਆਂ ਬਾਕੀ ਖਬਰਾਂ ਦੇ ਉੱਤੇ ਸ਼ੁਰੂਆਤ ਕਰਦੇ ਹਾਂ। ਬਸ ਅਖੀਰ 'ਚ ਇਹ ਕਹਿਣਾ ਚਾਹਾਂਗੇ, ਜਿਹੜੇ ਵੀ ਇਸ ਵਕਤ ਇੰਟਰਨੈਸ਼ਨਲ ਸਟੂਡੈਂਟ ਸਾਡਾ ਪ੍ਰੋਗਰਾਮ ਦੇਖ ਰਹੇ ਨੇ, ਕੋਸ਼ਿਸ਼ ਕਰਦੇ ਹੁੰਦੇ ਆ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਜ਼ਰੀਏ ਕਿ ਤੁਹਾਨੂੰ ਲੇਟੈਸਟ ਅਪਡੇਸ਼ਨ ਦਿੱਤੀ ਜਾਵੇ ਤਾਂ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ ਇਸ ਵਕਤ ਕੀ ਚੱਲ ਰਿਹਾ ਇਮੀਗ੍ਰੇਸ਼ਨ ਮਾਮਲਿਆਂ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਕੋਈ ਗਾਈਡੈਂਸ ਚਾਹੀਦੀ ਹੈ, ਕੁਝ ਵੀ ਹੈ, ਤੁਸੀਂ ਹਮਦਰਦ ਮੀਡੀਆ ਗਰੁੱਪ ਨਾਲ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਹੋ। ਸਾਡਾ ਫੇਸਬੁੱਕ, ਸਾਡੀ ਜੀਮੇਲ ਆਈਡੀ ਤੁਹਾਨੂੰ ਦੇ ਦਿੰਦੇ ਆ channelhamdard@gmail.com। ਕਿਸੇ ਵੀ ਟਾਈਮ ਤੁਸੀਂ ਕੰਟੈਕਟ ਕਰ ਸਕਦੇ ਹੋ, ਨੰਬਰਸ ਤੁਹਾਨੂੰ ਨਾਲ ਦੀ ਨਾਲ ਪ੍ਰੋਵਾਈਡ ਕੀਤੇ ਜਾਂਦੇ ਨੇ। ਦਰਸ਼ਕ ਜੁੜ ਗਏ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਬਲਵੰਤ ਹਰੀਸ਼ ਵਿਨੀਪੈਗ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਜੀ। ਇਹੋ ਜਿਹੜੇ ਸਟੂਡੈਂਟਾਂ ਦਾ ਜ਼ਿਆਦਾ ਚੱਕਰ ਵਾ ਨਾ, ਇਹੋ ਮੈਂ ਇੱਕ ਆਪਣੇ ਵੱਲੋਂ ਸਲਾਹ ਹੀ ਦਿੰਦਾ ਕਿ ਜਿਹੜੇ ਸਟੂਡੈਂਟ ਆਉਂਦੇ ਆ, ਜਿਹੜੇ ਇੱਥੇ ਇਸ ਵੇਲੇ ਪੜ੍ਹ ਰਹੇ ਆ ਜਾਂ ਕੰਮ ਕਰਦੇ ਆ ਜਾਂ ਔਖੇ ਬਹੁਤ ਆ, ਉਹਨਾਂ ਦਾ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਟੈਲੀਵਿਜ਼ਨ ਹਰੇਕ ਚੈਨਲ ਨੂੰ ਕਰਾਉਣਾ ਚਾਹੀਦਾ ਤੇ ਮੁੰਡੇ ਇੱਥੇ ਕਿਸ ਤਰ੍ਹਾਂ ਢੰਗ ਵਾ, ਕਿੱਦਾਂ ਉਹਨਾਂ ਦੀ ਲਾਈਫ ਵਾ, ਇੰਡੀਆ 'ਚ ਸੋਚ ਕੇ ਚੱਲ ਪੈਂਦੇ ਆ ਤੇ ਉੱਥੇ ਪਤਾ ਨਹੀਂ ਦਰਖਤਾਂ ਨਾਲ ਪੈਸੇ ਲੱਗੇ ਹੋਆ, ਅਸੀਂ ਤਾਂ ਜਾ ਕੇ ਜਾਂਦਿਆਂ ਨੇ ਢੰਗੂ ਨਾਲ ਤੋੜ ਲੈਣੇ ਆ। ਸੋ ਇਦਾਂ ਦਾ ਕੋਈ ਪ੍ਰੋਗਰਾਮ ਹੋਣਾ ਚਾਹੀਦਾ। ਜੀ ਬਿਲਕੁਲ ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਤਰਨ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀ ਉਹ ਟਰੈਵਲ ਦਾ ਕੁਝ ਪਤਾ ਲੱਗਾ ਵੀ ਕਿੰਨੀ ਦੇਰ ਤੱਕ ਆ ਜਿਹੜਾ ਇੰਡੀਆ ਤੋਂ ਆ ਕੇ ਕੋਰੀਡੋਰ ਕਰਨਾ ਹੋਟਲ ਦੇ? ਉਹ ਪਹਿਲਾਂ ਦਾ ਹੀ ਪਤਾ ਜੀ, 3 ਦਿਨ ਹੈਗਾ ਜੀ, ਉਹ ਪਹਿਲਾਂ 3 ਦਿਨ ਰਹਿਣਾ ਜੇ ਤੁਸੀਂ। ਨਹੀਂ ਲਾਈਕ ਅਪ੍ਰੈਲ ਤੱਕ ਆ, ਮਈ ਤੱਕ ਉਹਦੀ ਕੋਈ ਅੱਛਾ ਡੈਡਲਾਈਨ ਕੋਈ ਨਹੀਂ ਹੈਗੀ ਜੀ, ਜਿੰਨੀ ਦੇਰ ਤੱਕ ਸਰਕਾਰ ਦਾ ਅਗਲਾ ਫਰਮਾਨ ਨਹੀਂ ਆਉਂਦਾ। ਕੋਈ ਡੈਡਲਾਈਨ ਨਹੀਂ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਰ। ਖਬਰਾਂ ਦਾ ਇੱਥੇ ਹੀ ਆਪਾਂ ਨੈਕਸਟ ਸ਼ੁਰੂ ਕਰੀਏ। ਤੇ ਸਭ ਤੋਂ ਇਸ ਵਕਤ ਜਿਹੜੀ ਵੱਡੀ ਖਬਰ ਆਈ ਹੈ ਜੀ, ਉਹ ਅਮਰੀਕਾ ਤੋਂ ਆਈ ਹੈ। ਕੋਲੋਰਾਡੋ ਦੇ ਵਿੱਚ ਇੱਕ ਗਰੋਸਰੀ ਸਟੋਰ ਦੇ ਵਿੱਚ ਹਮਲਾ ਹੋਇਆ, ਜਿਹਦੇ ਵਿੱਚ ਇੱਕ ਗਨਮੈਨ ਦੇ ਵੱਲੋਂ ਲਗਭਗ 10 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਰ ਕੀ ਕਹੋਗੇ? ਸਰ ਆਪਾਂ ਅੱਗੇ ਵੀ ਇਹੀ ਗੱਲ ਕਰਦੇ ਹੁੰਦੇ ਹਾਂ ਕਿ ਜਿਹੜੀ ਇਹ ਗਨ ਕਲਚਰ ਹੈ ਨਾ ਯੂਐਸ ਦਾ, ਇਹ ਇਟਸ ਨਾਟ ਗੁੱਡ। ਯੂਐਸ ਵਾਲੇ ਬਾਹਰ ਲਿਆਉਣ ਤੋਂ ਵੀ ਦੇਖ ਲਿਆ ਕਰੋ, ਬਾਹਰਲੇ ਕੀ ਸੋਚਦੇ ਹੈਗੇ ਆ। ਤੁਹਾਨੂੰ ਤਾਂ ਕਹਿੰਦੇ ਰਾਈਟ ਚਾਹੀਦੇ ਸਾਨੂੰ ਹਰੇਕ ਨੂੰ, ਜਦ ਤੁਹਾਡੀ ਸਰਕਾਰ ਤੁਹਾਡੀ ਸੇਫਟੀ ਵਾਸਤੇ ਕਹਿੰਦੀ ਹੈ ਤਾਂ ਤੁਸੀਂ ਗਨ ਚੱਕ ਕੇ ਕੀ ਕਰਨਾ? ਔਰ ਜਿਹੜੀ ਗਨਸ ਹੈਗੇ ਜਿਹੜੇ ਇੰਨੇ, ਪਿਛਲੇ ਮੈਂ ਤੁਹਾਨੂੰ ਹਫ਼ਤੇ ਦੀ ਗੱਲ ਦੱਸ ਦਿੰਦਾ, ਸਟਾਕਟਨ ਕੈਲੀਫੋਰਨੀਆ 'ਚ 17 ਮਾਰਚ ਨੂੰ ਜੀ 5 ਲੋਕਾਂ ਦੇ ਉੱਤੇ ਗੋਲੀ ਚੱਲੀ ਹੈ। ਗ੍ਰਿਸ਼ਮ ਓਰੇਗਨ ਤੇ 18 ਮਾਰਚ ਨੂੰ 4 ਬੰਦਿਆਂ ਤੇ ਗੋਲੀ ਚੱਲੀ ਹੈ ਜੀ। ਹਿਊਸਟਨ ਦੇ ਵਿੱਚ 20 ਮਾਰਚ ਨੂੰ 5 ਬੰਦਿਆਂ ਤੇ ਗੋਲੀ ਚੱਲੀ ਹੈ। ਡੈਲਸ ਦੇ ਵਿੱਚ 20 ਮਾਰਚ ਨੂੰ 8 ਲੋਕਾਂ ਤੇ ਗੋਲੀ ਚੱਲੀ ਹੈ। ਫਿਲਾਡੈਲਫੀਆ ਦੇ ਵਿੱਚ 20 ਮਾਰਚ ਨੂੰ 1 ਬੰਦਾ ਮਰ ਗਿਆ ਜੀ। ਔਰ ਹਰ ਰੋਜ਼ ਲਗਾਤਾਰ ਇਹ ਗੱਲਾਂ, ਫਿਰ ਉੱਥੋਂ ਦੀ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਆ, ਉਹੀ ਗੱਲ ਹੈ ਕਿ ਸਰ ਬਾਈਡਨ ਸਰਕਾਰ ਤੇ ਇਸ ਵਕਤ ਪ੍ਰੈਸ਼ਰ ਬਹੁਤ ਵੱਧ ਚੁੱਕਿਆ ਵਾ। ਮਿਸਟਰ ਟਰੰਪ ਦਾ ਚਲੋ ਟਾਈਮ ਪੂਰਾ ਲੰਘ ਚੁੱਕਿਆ, ਹੁਣ ਪ੍ਰੈਸ਼ਰ ਇਹ ਹੋਏਗਾ ਕਿ ਗਨ ਕਲਚਰ ਨੂੰ ਕੀ ਉਹ ਕੰਟਰੋਲ ਕਰ ਪਾਉਣਗੇ ਕਿ ਨਹੀਂ। ਇਹ ਕਿਸੇ ਤੋਂ ਨਹੀਂ ਜੀ ਹੋਣਾ। ਕਰਨਾ ਬੜਾ ਓਬਾਮਾ ਸਾਹਿਬ ਨੇ ਕੋਸ਼ਿਸ਼ ਕੀਤੀ ਸੀਗੀ, ਟਰੰਪ ਸਾਹਿਬ ਨੇ ਇਸ ਨੂੰ ਹਵਾ ਦਿੱਤੀ ਹੈ, ਪਰ ਇਹ ਮਿਸਟਰ ਬਾਈਡਨ ਇਸ ਵੈਰੀ ਹਾਰਡ, ਜਿਹੜੀ ਨੈਸ਼ਨਲ ਰਾਈਫਲ ਐਸੋਸੀਏਸ਼ਨ ਹੈਗੀ ਹੈ ਤਰਨ, ਉਹ ਇੰਨੀ ਜ਼ਿਆਦਾ ਸਟਰੋਂਗ ਆ, ਉਹਦੀ ਇੰਨੀ ਵੱਡੀ ਲੌਬੀ ਹੈ ਕਿ ਉਹ ਲੋਕਾਂ ਦੇ ਘਰ ਘਰ, ਤੁਹਾਨੂੰ ਪਤਾ ਪਿਛਲੇ ਸਾਲ ਸਭ ਤੋਂ ਵੱਧ ਹਥਿਆਰ ਵਿਕੇ ਆ। ਸੋਚਣ ਵਾਲੀ ਗੱਲ ਹੈਗੀ ਹੈ, ਕਿਉਂ ਵਿਕੇ ਆ? ਜਦੋਂ ਬੰਦੇ ਨੂੰ ਲੱਗਦਾ ਮੈਨੂੰ ਸਿਕਿਉਰਿਟੀ ਹੈ ਨਹੀਂ, ਅਗਲਾ ਹਰ ਕੋਈ ਚਾਹੁੰਦਾ ਮੇਰੇ ਕੋਲ ਹਥਿਆਰ ਹੋਣਾ ਚਾਹੀਦਾ। ਦਿਸ ਇਜ਼ ਗਨ ਕਲਚਰ ਹੈ ਜਿਹੜਾ, ਇਹ ਬਹੁਤ ਗਲਤ ਕਲਚਰ ਹੈਗਾ। ਨਿੱਤ ਮੌਤਾਂ ਹੋ ਰਹੀਆਂ ਨੇ। ਤੁਸੀਂ ਕਹਿੰਦੇ ਹੋ ਹੁਣ ਤੱਕ ਤਰਨ, ਦੇਖੋ ਲੌਬੀ ਦੀ ਮੈਂ ਗੱਲ ਦੱਸਦਾ ਵੀ ਕਿਵੇਂ ਲੌਬੀ ਹੈ। ਹੁਣ ਤੱਕ ਸੈਂਟਰਲਾਈਜ਼ਡ ਯੂਐਸ ਦਾ ਕੋਈ ਡਾਟਾ ਹੀ ਹੈ ਨਹੀਂ ਕਿ ਹਰ ਰੋਜ਼ ਗਨ ਚੱਲਣ ਦੇ ਨਾਲ ਕਿੰਨੇ ਲੋਕਾਂ ਦੀ ਮੌਤ ਹੁੰਦੀ ਹੈ। ਜਸਟ ਇਮੈਜਿਨ
ਹਜੇ ਤੱਕ ਕੀਤਾ ਨਹੀਂ ਹੈ। ਕਿਉਂ ਨਹੀਂ ਕੀਤਾ? NRA ਨਹੀਂ ਕਰਨ ਦੇ ਰਹੇ। ਜੇ ਇਹ ਲੌਬੀ ਹੋਵੇ, ਜੇ ਤੁਹਾਡੀ ਕੋਈ ਪਤਾ ਲੱਗਦਾ ਵੀ ਹਰ ਰੋਜ਼ ਕਿੰਨੀਆਂ ਮੌਤਾਂ ਗੰਦੇ ਨਾਲ ਹੋ ਰਹੀਆਂ, ਤਾਂ ਲੋਕੀ ਫਿਰ ਧਿਆਨ ਨਾਲ ਸੋਚਦੇ ਵੀ ਅੱਛਾ 2000 ਬੰਦਾ ਮਰ ਰਿਹਾ ਹਰ ਰੋਜ਼, 3000 ਬੰਦਾ ਮਰ ਰਿਹਾ ਹਰ ਰੋਜ਼, ਗੰਦੇ ਨਾਲ ਇੰਨੇ ਹੋ ਰਹੇ। ਸਾਨੂੰ ਸੋਚਣਾ ਪਏਗਾ। ਇਹ ਚੀਜ਼ ਬਾਹਰ ਆਉਂਦੀ ਨਹੀਂ। 5 7 8 10 ਸਕੂਲਾਂ ਦੇ ਵਿੱਚ ਬੱਚਿਆਂ ਦੀ ਕਿੰਨੀਆਂ ਮੌਤਾਂ ਹੋਈਆਂ ਨੇ, ਕੀ ਬੰਦ ਹੋ ਗਈਆਂ? ਨੋ। ਇਹ ਬਹੁਤ ਵੱਡੀ ਲੌਬੀ ਹੈ। ਪਰਮਾਤਮਾ NRA ਵਾਲਿਆਂ ਨੂੰ ਕੁਛ ਅਕਲ ਦੇਵੇ, ਕੁਛ ਸਮਝ ਦੇਵੇ ਕਿ ਇਹ ਕਰਨਾ ਹੋ ਸਕੇ। ਉਮੀਦ ਕਰਦੇ ਹਾਂ ਕਿ ਇਹਦੇ ਉੱਤੇ ਵੀ ਕੋਈ ਨਾ ਕੋਈ ਵਿਚਾਰ ਚਰਚਾ ਜ਼ਰੂਰ ਹੋਵੇ। ਬਾਈਡਨ ਸਰਕਾਰ ਇਹਦੇ ਉੱਤੇ ਜ਼ਰੂਰ ਜਿਹੜਾ ਧਿਆਨ ਦੇਣ। ਤੇ ਸਰ ਅਗਲੀ ਖਬਰ ਹੈ ਕੈਨੇਡਾ ਦੀ। ਹਾਂਜੀ, ਕੈਨੇਡਾ ਦਾ ਬਜਟ ਕਹਿੰਦੇ ਆ ਕਿ ਅਪ੍ਰੈਲ ਤੱਕ ਆ ਜਾਏਗਾ। ਮੈਂ ਸੋਚ ਰਹੀ ਸੀ ਕਿ ਇੱਥੇ ਐਲਾਨ ਹੋਏਗਾ ਕਿ ਕਦੋਂ ਇਲੈਕਸ਼ਨਸ ਹੋਣੀਆਂ ਨੇ, ਇੱਥੇ ਦਾ ਬਜਟ ਨੂੰ ਲੈ ਕੇ ਐਲਾਨ ਹੋ ਗਿਆ। ਤਰਨ ਬਜਟ ਤੋਂ ਬਾਅਦ ਐਲਾਨ ਹੋਏਗਾ ਨਾ। ਦੇਖੋ ਜੀ, ਹੈ ਇਹ ਪਿਛਲਾ ਜਿਹੜਾ ਬਜਟ ਸੀਗਾ 19 ਮਾਰਚ 2019 ਨੂੰ ਸੀਗਾ ਜੀ। ਤੇ ਹੁਣ ਦੇਖ ਲਓ 2021 ਦੇ ਵਿੱਚ ਇਹ ਅਪ੍ਰੈਲ ਦੇ ਵਿੱਚ ਆ ਰਿਹਾ ਜੀ। ਤੇ ਹੁਣ ਜਿਹੜੇ ਬਜਟ ਹੈ ਇਹਦੇ ਵਿੱਚ ਕੀ ਕੁਛ ਆਏਗਾ? ਇਹਦੇ ਚ ਇਟਸ ਗੋਇੰ ਟੂ ਬੀ ਫੁੱਲ ਆਫ ਲੋਲੀਪੌਪਸ। ਬਿਲਕੁਲ ਵੀ ਆ ਵੀ ਦੇਵਾਂਗੇ ਸਭ ਨੂੰ $100 ਬਿਲੀਅਨ ਖਰਚ ਕਰੇ। ਇਹ ਇਹਨਾਂ ਕੁਛ ਕਰਕੇ ਤੇ ਫਿਰ ਸਾਨੂੰ ਮੈਜੋਰਟੀ ਚਾਹੀਦੀ ਹੈ ਬਈ। ਗੱਲ ਇਉਂ ਹੈ, ਇਹ ਸਾਰਾ ਕੁਝ ਸਾਨੂੰ ਲਾਗੂ ਕਰਨਾ ਬੜਾ ਔਖਾ ਲੱਗਦਾ। 1 ਰੇਡ ਕਾ ਜਗਮੀਤ ਹੋਣਾ ਨੇ ਪਾਇਆ ਹੈ। ਉਹ ਕਹਿੰਦੇ ਮੈਂ ਸਰਕਾਰ ਟੁੱਟਣ ਨਹੀਂ ਦੇਣੀ। ਇਹ ਨਹੀਂ ਪਤਾ ਹੁਣ ਕਿਵੇਂ ਹੋਏਗਾ, ਪਰ ਸਰਕਾਰ ਟੁੱਟਣੀ ਹੋਵੇ ਜਾਂ ਨਾ ਟੁੱਟਣੀ ਹੋਵੇ, ਪ੍ਰਾਈਮ ਮਿਨਿਸਟਰ ਕਿਸੇ ਵੀ ਜਗ੍ਹਾ ਜਾ ਕੇ ਉਹ ਗਵਰਨਰ ਜਨਰਲ ਕੋਲ ਜਾ ਕੇ ਕਹਿ ਸਕਦਾ ਵੀ ਜੀ ਸਾਨੂੰ ਇਹ ਠੀਕ ਨਹੀਂ ਲੱਗਦਾ, ਅਸੀਂ ਜਿਹੜਾ ਕੰਮ ਕਰਨਾ ਚਾਹੁੰਦੇ ਹਾਂ ਅਸੀਂ ਕਰ ਨਹੀਂ ਸਕਦੇ, ਇਸ ਕਰਕੇ ਸਾਨੂੰ ਨਵੀਂ ਇਲੈਕਸ਼ਨ, ਨਵਾਂ ਮੈਂਡੇਟ ਚਾਹੀਦਾ। ਤੇ ਗਵਰਨਰ ਜਨਰਲ ਮੋਸਟਲੀ, ਇਹ ਤਾਂ ਨਾਮ ਹੀ ਕਹਿ ਸਕਦਾ, ਐਸੀ ਗੱਲ ਨਹੀਂ, ਪਰ ਮੋਸਟਲੀ ਗਵਰਨਰ ਜਨਰਲ ਯੈਸ ਹੀ ਕਹਿੰਦਾ। ਔਰ ਜਦੋਂ ਐਡਾ ਸਾਰਾ ਬਜਟ ਇਹਨਾਂ ਨੇ ਪੇਸ਼ ਕਰਨਾ ਤਾਂ ਇਹਨਾਂ ਨੂੰ ਆਸ ਇਹ ਹੈ, ਜਿਹੜੀ ਹੁਣ ਕਹਿ ਰਹੇ ਅਪ੍ਰੈਲ 'ਚ ਕਰਨਾ, ਇਹਨਾਂ ਨੂੰ ਆਸ ਇਹ ਹੈ ਕਿ ਜਿਹੜਾ ਵੈਕਸੀਨ ਹੈ ਉਹ ਸਹੀ ਕੰਮ ਕਰ ਰਿਹਾ, ਉਹ ਸਾਰਾ ਸਹੀ ਹੋ ਜਾਏਗਾ। ਉਸ ਐਸਟੀਮੇਟ ਦੇ ਉੱਤੇ ਅਸੀਂ ਮਿਡ ਅਪ੍ਰੈਲ ਦੇ ਵਿੱਚ ਬਜਟ ਪੇਸ਼ ਕਰ ਦਿਆਂਗੇ ਤੇ ਉਦੋਂ ਮਗਰੋਂ ਅਸੀਂ ਕਹਾਂਗੇ ਗੱਲ ਨਹੀਂ ਬਣ ਰਹੀ ਜੀ। ਤੇ ਫਿਰ ਜਿਹੜੀ ਗੱਲ ਜੂਨ ਦੇ ਵਿੱਚ ਆ ਰਹੀ ਹੈ ਉਹ ਤਰੀਕ ਨੇੜੇ ਤੇੜੇ ਆ ਰਹੀ ਹੈ, 7-14 ਦੇ ਨੇੜੇ ਤੇ ਕੋਈ ਸ਼ਾਇਦ ਇਹ ਇਲੈਕਸ਼ਨ ਆ ਰਹੀ ਹੈ। ਔਰ ਇਹ ਬਜਟ ਕ੍ਰਿਸਟੀਆ ਫਰੀਲੈਂਡ ਦਾ ਪਹਿਲਾ ਬਜਟ ਹੋਏਗਾ ਹੁਣ ਤੱਕ ਜਿਹੜਾ ਇਹਨੇ ਪੇਸ਼ ਕਰਨਾ। ਦੇਖੋ ਆਏਗਾ ਇਹਦੇ ਵਿੱਚ, ਇਟਸ ਗੋਇੰ ਟੂ ਬੀ ਵੈਰੀ ਇੰਟਰਸਟਿੰਗ। ਹਮਦਰਦ ਮੀਡੀਆ ਨੇ ਜੋ ਖਬਰ ਵੀ ਇਹਦੇ ਬਾਰੇ ਟੈਲੀਕਾਸਟ ਕੀਤੀ ਸੀ ਕਿ ਹਮਦਰਦ ਮੀਡੀਆ ਨੂੰ ਜੋ ਖਬਰ ਸੁਣੀ ਹੈ ਕਿ ਅਪ੍ਰੈਲ ਦੇ ਐਂਡ ਤੱਕ ਅਨਾਉਂਸਮੈਂਟ ਹੋ ਸਕਦੀ ਹੈ ਤੇ 7 ਜਾਂ 14 ਜੂਨ ਨੂੰ ਇਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਡੇਟ ਨੂੰ ਤੁਸੀਂ ਕੈਨੇਡਾ ਵਾਲੇ ਤਿਆਰ ਰਹਿ ਸਕਦੇ ਹੋ। ਹਾਂਜੀ ਚਾਣੀ ਜੀ, ਜੇ ਕੋਈ ਸੁੱਖ ਸਾਂਦ ਰਹੇ ਜੀ, ਜੇ ਆਹ ਵੈਕਸੀਨ ਸਹੀ ਚੱਲਦਾ ਰਹਿ ਗਿਆ ਤਾਂ ਜੀ ਇਹਦੇ ਚ ਪੱਕਾ ਜੀ ਆਈ ਖੜੀ ਹੈ ਇਲੈਕਸ਼ਨ ਤਾਂ। ਬਿਲਕੁਲ ਜੀ। ਤੇ ਸਰ ਹਜੇ ਅਪ੍ਰੈਲ ਦੇ ਵਿੱਚ ਤਾਂ ਫੈਡਰਲ ਇਲੈਕਸ਼ਨ ਹੋਣਾ, ਪਰ ਕਹਿੰਦੇ ਕੱਲ ਨੂੰ ਓਨਟਾਰੀਓ ਦਾ ਇਲੈਕਸ਼ਨ ਦਾ ਓਨਟਾਰੀਓ ਦਾ ਬਿੱਲ ਆ ਰਿਹਾ। ਹਾਂਜੀ, ਓਨਟਾਰੀਓ ਦਾ ਬਜਟ ਆ ਰਿਹਾ ਜੀ ਕੱਲ ਨੂੰ। ਇੱਥੇ ਦੇ ਜਿਹੜੇ ਦੇਖੋ ਉਹਦੇ ਵਿੱਚ ਵੀ ਇਹੀ ਕੁਛ ਹੋਏਗਾ ਕਿਉਂਕਿ ਐਕਚੁਅਲੀ ਬਜਟ ਸਾਰੇ ਘੱਟ ਜਾਣਗੇ। ਰੀਜ਼ਨ ਇਹ ਹੈ ਕਿ ਖਰਚਾ ਬਹੁਤ ਹੋ ਗਿਆ, ਸਰਕਾਰਾਂ ਦਾ ਬਹੁਤ ਖਰਚਾ ਕਰ ਰਹੀਆਂ। ਵੈਸੇ ਸਰਕਾਰਾਂ ਨੇ ਬੜਾ ਖੁੱਲ੍ਹਦਿਲੀ ਨਾਲ ਪੈਸਾ ਖਰਚਿਆ, ਚੰਗੀ ਗੱਲ ਕੀਤੀ ਹੈ, ਵਧੀਆ, ਕੋਈ ਗੱਲ ਨਹੀਂ, ਆਪਾਂ ਹੀ ਕੰਮ ਕਰਨਾ, ਕੰਮ ਕਰਕੇ ਮੋੜ ਦਾਂਗੇ, ਫਿਰ ਕਿਹੜੀ ਗੱਲ ਹੈਗੀ। ਜੇ ਕਰਜ਼ਾ ਜਿਹੜਾ ਲਿਖ ਹੀ ਲੈਣਾ ਲਿਖ ਲਓ, ਕੋਈ ਗੱਲ ਨਹੀਂ, ਕੋਈ ਫਰਕ ਨਹੀਂ ਹੈ। ਜਿਹੜੀਆਂ ਸਰਕਾਰਾਂ ਨੇ ਕੀਤਾ ਕੰਮ, ਆਈ ਐਗਰੀ ਵਿਦ ਮੋਸਟ ਆਫ ਇਟ ਵੀ ਇਹ ਚੰਗੀ ਗੱਲ ਕੀਤੀ ਹੈ ਲੋਕਾਂ ਨੂੰ, ਨਹੀਂ ਤਾਂ ਸਾਡੇ ਬਹੁਤ ਆਪਤਾ ਪੈ ਜਾਣੀ ਸੀ। ਕੱਲ੍ਹ ਦਾ ਫਿਰ ਦੇਖੋ ਜੀ, ਦੇਖਾਂਗੇ ਹੁਣ ਕਿੰਨਾ ਕੁ ਵਧੀਆ ਹੈਗਾ। NDP ਤਾਂ ਬਹੁਤ ਕੁਛ ਚਾਹੁੰਦੀ ਹੈਗੀ ਹੈ, ਡਿਮਾਂਡਸ ਬੜੀਆਂ ਹੁੰਦੀਆਂ ਨੇ। ਫੋਰਡ ਕੰਪਨੀ ਨੇ ਬਿਜ਼ਨਸ ਵਾਲਿਆਂ ਦਾ ਪੱਖ ਦੇਖਣਾ, ਉਹਨਾਂ ਨੇ ਆਮ ਬੰਦੇ ਦਾ ਦੇਖਣਾ ਜਾਂ ਬੈਲੈਂਸ ਕਰਨਾ। ਇਸ ਗੋਇੰ ਟੂ ਬੀ ਵੈਰੀ ਇੰਟਰਸਟਿੰਗ। ਕੱਲ੍ਹ ਨੂੰ ਆ ਰਿਹਾ ਜੀ ਬਜਟ, ਦੇਖਾਂਗੇ ਕੀ ਬਣਦਾ ਜੀ। ਬਿਲਕੁਲ ਸਰ, ਬਜਟ ਤਾਂ ਆ ਰਿਹਾ, ਪਰ ਨਾਲ ਦੀ ਨਾਲ ਕਹਿੰਦੇ ਕਿ ਲਿਬਰਲਸ ਨੇ ਕਹਿ ਦਿੱਤਾ 2022 ਦੀਆਂ ਇਲੈਕਸ਼ਨਸ ਨੂੰ ਲੈ ਕੇ ਸ਼ਾਇਦ ਉਹ ਆਪਣਾ ਪਲੇਟਫਾਰਮ ਰੈਡੀ ਕਰ ਰਹੇ ਨੇ ਕਿ 413 ਹਾਈਵੇ ਬਣੂਗਾ ਕਿ ਨਹੀਂ ਬਣੂਗਾ। ਹੁਣ ਓਨਟਾਰੀਓ ਵਾਲੇ ਤੁਹਾਡੀਆਂ ਵੋਟਸ ਤੇ ਡਿਪੈਂਡ ਕਰੇਗਾ। ਲਿਬਰਲਸ ਨੇ ਤਾਂ ਐਲਾਨ ਕਰ ਦਿੱਤਾ। ਸਰ ਕੀ ਕੀਤਾ ਆ? ਤਰਨ ਦੇਖੋ, ਇਹ ਜਿਹੜੇ ਡਾਲਡੂਕਾ ਸਾਹਿਬ ਨੇ ਲਿਬਰਲ ਦੇ ਓਨਟਾਰੀਓ ਦੀ ਪਾਰਟੀ ਦੇ ਲੀਡਰ ਹੈਗੇ ਨੇ ਜੀ, ਉਹ ਕਹਿੰਦੇ ਜੀ ਜਿਹੜਾ 413 ਹਾਈਵੇ ਆ ਉਹ ਨਹੀਂ ਜੀ ਹੋਣਾ ਚਾਹੀਦਾ। ਜਿਹੜਾ 413 ਹਾਈਵੇ ਆ ਐਕਚੁਅਲੀ 2005 ਦੇ ਵਿੱਚ ਅਪਰੂਵ ਹੋਇਆ ਹੋਇਆ। ਇਹ 413 ਹਾਈਵੇ ਜਿਹਨੂੰ ਨਹੀਂ ਪਤਾ ਜੀ, ਇਹ ਨਾਰਥ ਆਫ ਟੋਰਾਂਟੋ ਚੱਲਣਾ ਜੀ, ਫਰੋਮ ਕਿੰਗ ਸਿਟੀ ਸਮਵੇਅਰ ਜਾ ਕੇ 407 ਦੇ ਵਿੱਚ, ਫਿਰ 401 'ਚ ਜਾ ਕੇ ਮਿਲਣਾ ਜੀ। ਨਾ ਮੇਰੇ ਖਿਆਲ 53 ਕਿਲੋਮੀਟਰ ਲੰਬਾ ਹਾਈਵੇ ਹੋਏਗਾ ਇਹ। ਤੁਹਾਨੂੰ ਡਾਲਡੂਕਾ ਸਾਹਿਬ ਕਹਿ ਰਹੇ ਜੀ ਇਹ ਨਹੀਂ ਹੋਣਾ ਚਾਹੀਦਾ, ਇਹਨੂੰ ਮੈਂ ਸਕ੍ਰੈਪ ਕਰ ਦਾਂਗਾ। ਉਹ ਭਲਿਆ ਮਾਨਸਾ ਆਲਰੇਡੀ ਅਪਰੂਵ ਹੋਇਆ, ਚੀਜ਼ਾਂ ਬਣਾਈ ਦੀਆਂ ਹੁੰਦੀਆਂ, ਸਕ੍ਰੈਪ ਕਰੀ ਦੀਆਂ ਹੁੰਦੀਆਂ, ਕਿਉਂ ਕਰਨਾ? ਮਿਸਾਗਾ ਨਹੀਂ ਰਾਜੀ, ਬਰੈਂਪਟਨ ਨਹੀਂ ਰਾਜੀ, ਪਰ ਉਦੋਂ ਅੱਗੇ ਦੀ ਈਸਟ ਵਾਲੇ ਪਾਸੇ ਮਿਊਨਿਸਪੈਲਿਟੀਆਂ ਕੁਛ ਰਾਜੀ, ਯਾਰਕ ਰੀਜਨ ਰਾਜੀ ਹੈ ਇਸ ਮਾਮਲੇ 'ਚ। ਮਾਰਕਮ ਨਹੀਂ ਰਾਜੀ, ਉਹ ਕਹਿੰਦੇ ਨਹੀਂ ਹੁਣ ਕਿਉਂ ਨਹੀਂ ਹੋਣਾ ਚਾਹੀਦਾ ਜੀ। ਜਿਹੜੀ ਗ੍ਰੀਨ ਬੈਲਟ ਹੈ, ਜਿਹੜੇ ਉੱਥੇ ਤਰਨ ਹੈਗੇ ਨੇ, ਖੇਤੀ ਵਾਲਾ ਥਾਂ ਹੈਗਾ, ਫਾਰਮਸ ਹੈਗੇ ਨੇ, ਕਹਿੰਦੇ ਫਾਰਮਲੈਂਡ ਜਾਂਦੀ ਹੈ। ਉਹ ਭਲਿਓ ਮਾਨਸੋ ਟੋਰਾਂਟੋ ਕਾਹਤੇ ਬਣਿਆ ਹੋਇਆ, ਬਰੈਂਪਟਨ ਕਾਹਦੇ 'ਚ ਬਣਿਆ ਹੋਇਆ,
ਛੋਟੇ ਛੋਟੇ ਪਿੰਡ ਹੁੰਦੇ ਸੀ, ਹੁਣ ਇੰਨਾ ਵੱਡਾ ਹਸਪਤਾਲ ਆ ਗਿਆ। ਜਦੋਂ 401 ਤਰਨ ਬਣਿਆ ਨਾ, ਮੈਨੂੰ ਉਸ ਜਿਹੜਾ ਇੰਜੀਨੀਅਰ ਸੀਗਾ ਉਹਦਾ ਮੈਨੂੰ ਕੋਈ ਫਰੈਂਡ ਮਿਲਿਆ ਸੀਗਾ, ਉਹਨੇ ਗੱਲ ਕੀਤੀ ਸੀ। ਉਹ ਕਹਿੰਦਾ ਮੈਂ ਪਤਾ ਕੀ ਕੀਤਾ ਸੀ ਉਹਨੇ, ਇਹ ਕਿਹਾ ਸੀ ਜਿੰਨਾ 401 ਚੌੜਾ ਹੋਣਾ ਹੈਗਾ ਇਦੋਂ ਜ਼ਿਆਦਾ ਚੌੜਾ ਪ੍ਰਪੋਜ਼ ਕੀਤਾ ਸੀਗਾ ਉਹਨੇ, ਜਿਹਨੂੰ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਹੈ ਨਹੀਂ, ਕਰ ਕਰਾ ਕੇ ਉਹਨਾਂ ਨੇ ਇਦੋਦਾ ਕਰਤਾ। ਉਹ ਕਹਿੰਦਾ ਮੈਂ ਨਹੀਂ ਕੰਮ ਕਰਨਾ। ਫਿਰ ਵਿੱਚ ਵਿਚਾਲੇ ਜਾ ਕੇ ਇੰਨਾ ਚੌੜਾ ਬਣਿਆ 401। ਜਸਟ ਇਮੈਜਿਨ ਕਰੋ, ਇੰਨੀ ਥਾਂ ਛੱਡੀ ਗਈ ਸੀ। 413 ਬਣਾਉਣਾ ਹੀ ਪੈਣਾ ਜੇ ਸਰਕਾਰਾਂ ਨੇ ਤਰੱਕੀ ਕਰਨੀ ਹੈ। ਠੀਕ ਹੈ, ਫਾਰਮਲੈਂਡ ਜਾਣੀ ਹੈ, ਜਾਏਗੀ, ਇਹ ਪੱਕਾ ਪਤਾ ਜਾਏਗੀ। ਜਾਂ ਸ਼ਹਿਰ ਕਿਤੇ ਹੋਰ ਵਸਾ ਲਓ, ਜਾ ਕੇ ਇੰਡਸਟਰੀ ਕਿੱਥੇ ਲਾਉਂਗੇ, ਸ਼ਹਿਰ ਕਿਤੇ ਹੋਰ ਵਸਾਓਗੇ। ਉੱਥੇ ਕਿਹੜਾ ਨਾ ਹੀ ਹਾਈਵੇ ਬਣਾ, ਚਲੋ ਮਿਡਲ ਆਫ ਨੋਵੇਅਰ ਇੱਕ ਸ਼ਹਿਰ ਬਣਾਤਾ, ਵਸਾ ਲਿਆ, ਉਹਨੂੰ ਸਪਲਾਈ ਕਿਵੇਂ ਹੋਊਗੀ? ਹਾਈਵੇ ਰਹਿਣਗੇ। ਫਾਰਮਲੈਂਡ ਨੇ ਅਖੀਰ ਜਾਣਾ ਹੀ। ਅੱਜ ਜਿਹੜੇ ਲੋਕ ਮਿਸਿਸਾਗਾ ਚ ਰਹਿੰਦੇ ਜੀ, ਐਪਲ ਹਾਈਟਸ ਦਾ ਏਰੀਆ ਜਿਹੜਾ ਬਿਲਕੁਲ ਇੱਥੇ ਆਹ 70 ਦੇ ਨੇੜੇ ਤੇੜੇ ਇੱਥੇ ਐਪਲ ਦੇ ਬਾਗ ਸੀਗੇ ਮਿਸਿਸਾਗਾ ਦੇ ਵਿੱਚ। ਗੱਲ ਕਰਦੇ ਆ ਬਰੈਂਪਟਨ ਦਾ ਕੁਛ ਹੈ ਹੀ ਨਹੀਂ ਸੀਗਾ, ਜਿੱਥੇ ਹੁਣ 7ਵਾਂ ਬਿਗੇਸਟ ਸਿਟੀ ਹੈ ਬਰੈਂਪਟਨ ਜੀ, ਇਸ ਵੇਲੇ ਸਾਰੀ ਫਾਰਮਲੈਂਡ ਸੀਗੀ। ਅਖੀਰ ਜਾਣੀ ਹੈ। ਤੁਸੀਂ ਸ਼ਹਿਰ ਵਸਾ ਰਹੇ ਹੋ, ਆਬਾਦੀ ਵਧੂਗੀ ਤਾਂ ਫਿਰ ਆਫ ਕੋਰਸ ਹੈ ਕਿ ਰੋਡ ਦੇ ਉੱਤੇ ਤੁਰਨ ਲਈ ਗੱਡੀਆਂ ਨੂੰ ਕੁਛ ਨਾ ਕੁਛ ਤਾਂ ਚਾਹੀਦਾ ਹੀ ਆ। ਜਿਸ ਤਰੀਕੇ ਨਾਲ ਟ੍ਰੈਫਿਕ ਵੱਧ ਰਹੀ ਆ, ਸੋ ਜ਼ਰੂਰਤ ਪੈਣੀ ਆ। ਡੈਲ ਡੂਕਾ ਨੇ ਦਲੀਲ ਬੜੀ ਵਧੀਆ ਲਈ ਹੈ ਵੀ ਇਉਂ ਹੋਣਾ ਚਾਹੀਦਾ, ਤੁਸੀਂ ਇਉਂ ਕਰੋ, ਆਹ ਨਾ ਕਰੋ, ਸਕੂਲਾਂ ਦੇ ਉੱਤੇ ਪੈਸੇ ਖਰਚ ਕਰੋ। ਚੰਗੀ ਗੱਲ। ਐਜੂਕੇਸ਼ਨ ਤੇ ਮੈਂ ਹਮੇਸ਼ਾ ਹੱਕ ਚਾਹੀਦਾ, ਐਜੂਕੇਸ਼ਨ ਦੇ ਜਿਹੜੇ ਪੈਸੇ ਖਰਚ ਜਾਣੇ ਚਾਹੀਦੀ ਹੈ, ਚੰਗੀ ਗੱਲ ਹੈਗੀ ਹੈ। ਪਰ ਜੇ ਤੁਸੀਂ ਕਹਿੰਦੇ ਹੋ ਸੋ ਕਾਲਡ ਤਰੱਕੀ ਕਰਨੀ ਹੈ, ਜੇ ਤੁਸੀਂ ਬਾਕੀ ਦੇਸ਼ਾਂ ਦੇ ਨਾਲ ਮੁਕਾਬਲਾ ਕਰਨਾ, ਬਾਕੀ ਸੂਬਿਆਂ ਦੇ ਨਾਲ ਜੇ ਤੁਸੀਂ ਮੁਕਾਬਲਾ ਕਰਨਾ, ਤਾਂ ਤੁਹਾਨੂੰ ਟਰਾਂਸਪੋਰਟੇਸ਼ਨ ਪ੍ਰੋਵਾਈਡ ਕਰਨੀ ਪਊ। ਇਹਦੀ ਸਭ ਤੋਂ ਜਿੰਨੇ ਦੇਸ਼ਾਂ ਨੇ ਤਰੱਕੀ ਕੀਤੀ ਹੈ, ਲੈਟਸ ਸੇ ਦਿਸ ਵੇ, ਵੈਸਟਰਨ ਵਰਲਡ ਨੇ ਤਰੱਕੀ ਕਿਉਂ ਕੀਤੀ ਹੈ ਇੰਡੀਆ ਨਾਲੋਂ, ਪਾਕਿਸਤਾਨ ਨਾਲੋਂ? ਕਿਉਂ? ਇਹਨਾਂ ਨੇ ਆਪਦੇ ਸੰਚਾਰ ਦੇ ਸਾਧਨ, ਆਪਦੇ ਯਾਤਾਯਾਤ ਦੇ ਸਾਧਨ ਇਹ ਸਭ ਤੋਂ ਬੈਟਰ ਕਰ ਲਿਆ। ਹਰ ਚੀਜ਼ ਸਪਲਾਈ ਦੂਜੇ ਦਿਨ ਕਿਤੇ ਕਿਤੇ ਚਲੀ ਜਾਂਦੀ ਹੈ। ਸਾਡੇ ਤਾਂ ਉੱਥੇ ਸੜਕਾਂ ਨਹੀਂ ਬਣੀਆਂ ਇੰਡੀਆ 'ਚ, ਹੁਣ ਹਾਈਵੇਜ਼ ਬਣ ਗਿਆ। ਹਾਈਵੇਜ਼ ਬਿਨਾਂ ਤਰੱਕੀ ਹੋਣੀ, ਮੈਨੂੰ ਲੱਗਦਾ, ਨਹੀਂ ਐਗਰੀ ਕਰਦੇ, ਯੂ ਕੈਨ ਕਾਲ ਮੀ। ਪਰ ਇਸ ਮਾਮਲੇ 'ਚ ਆਪਾਂ ਗੱਲ ਕਰੀਏ ਤਾਂ ਇਸ ਵਕਤ ਲਾਰਜੈਸਟ ਜੇ ਰੇਲ ਨੈਟਵਰਕ ਦੀ ਗੱਲ ਕੀਤੀ ਜਾਵੇ ਤਾਂ ਇੰਡੀਆ ਦਾ ਵਨ ਆਫ ਦਾ ਲਾਰਜੈਸਟ ਰੇਲ ਨੈਟਵਰਕ ਹੈਗਾ ਆ। ਤੇ ਉੱਥੇ ਵੀ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਆਬਾਦੀ ਦੇ ਪੱਖੋਂ ਜ਼ਰੂਰਤ ਪੈਂਦੀ ਹੈ ਤੇ ਉੱਥੋਂ ਵੀ ਹਾਈਵੇਜ਼ ਕੱਢੇ ਜਾ ਰਹੇ ਨੇ। ਸੋ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ। ਜੇ ਸਰਕਾਰ ਚਾਹੁੰਦੀ ਹੈ ਕਿ ਇੱਥੇ ਨਹੀਂ ਕਰਨਾ ਚਾਹੁੰਦੇ, ਤੁਹਾਨੂੰ ਇੱਕ ਪ੍ਰੋਪਰ ਪਲਾਨ ਫਿਰ ਲਿਆਉਣਾ ਪੈਣਾ ਕਿ ਕਿਹੜਾ ਏਰੀਆ ਤੁਸੀਂ ਗ੍ਰੀਨ ਬੈਲਟ ਰੱਖ ਸਕਦੇ ਹੋ, ਉਹਦੀ ਜਗ੍ਹਾ ਦੇ ਉੱਤੇ ਤੁਸੀਂ ਕਿੱਥੇ ਇਹਦੀ ਜਗ੍ਹਾ ਆਲਟਰਨੇਟਿਵ ਕੱਢ ਸਕਦੇ ਹੋ। ਬਿਲਕੁਲ ਸਰ, ਗ੍ਰੀਨ ਬੈਲਟ ਡਾਲਟਨ ਮੈਕਗਿੰਟੀ ਗਵਰਨਮੈਂਟ ਨੇ ਕੀਤਾ ਸੀਗਾ ਟੋਰਾਂਟੋ ਤੋਂ ਨਾਰਥ ਵਾਲੀ ਸਾਈਡ ਦੇ ਉੱਤੇ ਵੀ ਆਹ ਸਰਟਨ ਏਰੀਆ ਹੈਗਾ, ਇਹ ਗ੍ਰੀਨ ਬੈਲਟ ਰੱਖਾਂਗੇ ਅਸੀਂ, ਇਸ ਤੋਂ ਅੱਗੇ ਦੁਬਾਰੇ ਹੋਏਗਾ ਜੇ ਕੋਈ ਤਰੱਕੀ ਕਿਸੇ ਜ਼ਿਆਦਾ ਐਕਸਪੈਂਸ਼ਨ ਕਰਨੀ ਹੈਗੀ ਆ। ਪਰ ਅਖੀਰ ਇਹ ਕਰਨੀ ਪੈਣੀ ਹੈ ਜੀ, ਗ੍ਰੀਨ ਬੈਲਟ ਰੱਖ ਕੇ ਉਦੋਂ ਪਰੇ ਕਰ ਲਓ। ਹਾਈਵੇ ਤਾਂ ਬਣਾਉਣਾ ਪੈਣਾ। ਜੇ ਤੁਸੀਂ ਤਰੱਕੀ ਚਾਹੁੰਦੇ ਹੋ, ਸਪਲਾਈ ਲਾਈਨ ਚਾਹੁੰਦੇ ਹੋ, ਤਾਂ ਹਾਈਵੇ ਤਾਂ ਬਣਨਾ ਪਏਗਾ। ਡਲਟੂਕਾ ਸਾਹਿਬ, ਮੈਨੂੰ ਨਹੀਂ ਲੱਗਦਾ ਉਹਨਾਂ ਸਾਰੇ ਦੇ ਸਾਰੇ ਸਹਿਮਤ ਹੋਣਗੇ ਕਿ ਨਹੀਂ ਹੋਣਗੇ, ਬਟ ਇਟਸ ਵੈਰੀ ਕੰਟਰੋਵਰਸ਼ੀਅਲ। ਅਗਲੀ ਇਲੈਕਸ਼ਨਸ ਪਤਾ ਲੱਗ ਜਾਏਗਾ ਲੋਕ ਕਿੰਨੇ ਸਹਿਮਤ ਹੈਗੇ। ਬਿਲਕੁਲ ਜੀ। ਪਰ ਇੱਕ ਗੱਲ ਸਰ, ਹਰ ਕੋਈ ਇਸ ਵਕਤ ਸਵਾਲ ਪੁੱਛ ਰਿਹਾ ਕੈਨੇਡਾ ਕਦੋਂ ਓਪਨ ਹੋਏਗਾ। ਇਕਨੋਮਿਕਲੀ ਅਸੀਂ ਗੱਲ ਕਰੀਏ ਤਾਂ ਆਰਥਿਕ ਤੌਰ ਦੇ ਉੱਤੇ ਇਕਨੋਮੀ ਨੂੰ ਕਾਫੀ ਨੁਕਸਾਨ ਹੋ ਚੁੱਕਿਆ ਹੈ। ਟੂਰਿਜ਼ਮ ਟੋਟਲੀ ਬੰਦ ਪਿਆ ਵਾ। ਫੂਡ ਇੰਡਸਟਰੀ ਇਸ ਵਕਤ ਦੇਖ ਸਕਦੇ ਹਾਂ ਘਾਟੇ ਵਿੱਚ ਜਾ ਰਹੀ ਹੈ। ਹੋਟਲ ਇੰਡਸਟਰੀ ਘਾਟੇ ਦੇ ਵਿੱਚ ਜਾ ਰਹੀ ਹੈ। ਸੋ ਕੰਜ਼ਰਵੇਟਿਵਸ ਨੇ ਆਖਿਰਕਾਰ ਪੁੱਛ ਹੀ ਲਿਆ ਸਰਕਾਰ ਨੂੰ ਵੀ ਪਲਾਨ ਦੋ ਭਾਈ, ਕਦੋਂ ਖੋਲ ਰਹੇ ਹੋ ਕੈਨੇਡਾ? ਦੇਖੋ ਜੀ, ਗੱਲ ਹੈਗੀ ਐਰਨ ਓਟੂਲ ਸਾਹਿਬ, ਉਹਨਾਂ ਕੋਲੇ ਇਉਂ ਲੱਗਦਾ ਮੈਨੂੰ ਇਸ਼ੂ ਹੈ ਨਹੀਂਗਾ। ਉਹਨਾਂ ਦੀ ਹੁਣ ਨਵੀਂ ਆਪਦੀ ਕਨਵੈਨਸ਼ਨ ਹੋ ਗਈ ਹੈ, ਹੁਣ ਉਹ ਇਲੈਕਸ਼ਨਸ ਨੇੜੇ ਆ ਰਹੀਆਂ ਨੇ, ਸੋ ਉਹਨਾਂ ਨੂੰ ਵੀ ਥੋੜਾ ਜਿਹਾ ਹੈ ਕਿ ਕੋਈ ਨਾ ਕੋਈ ਮੁੱਦਾ ਚੁੱਕਿਆ ਜਾਵੇ। ਦੈਟਸ ਰਾਈਟ। ਹਾਂ, ਪਰ ਇਹੋ ਜਿਹਿਆਂ ਦੇ ਨਾਲ ਇਹਨਾਂ ਦੀ ਗੱਲ ਨਹੀਂ ਬਣਨੀ। ਇਦੋਂ ਕੋਈ ਲਾਈਨ ਲੈ ਲਓ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ। ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਕੈਨੇਡਾ ਤੋਂ ਬੋਲ ਰਿਹਾ। ਮੈਂ ਪੁੱਛਣਾ ਸੀਗਾ, ਇਹ ਜਿਹੜੀ ਵੈਕਸੀਨ ਹੈ ਜੇ 75 ਸਾਲ ਕਦੋਂ ਲੱਗੇਗੀ, ਕਿੰਨਾ ਟਾਈਮ ਲੱਗੇਗੀ? ਇੱਥੋਂ ਦੇ ਦੱਸ ਦੇਣ ਕੈਨੇਡਾ ਚ ਵੈਕਸੀਨ ਦੇ ਬਾਰੇ। ਜੀ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਆਨਸਰ ਸ਼ੁਕਰੀਆ ਜੀ ਕਾਲ ਕਰਨ ਲਈ। 75 ਸਾਲ ਵਾਲਿਆਂ ਦੀ ਅਲਾਉਡ ਹੈ ਜੀ। ਹੁਣ ਤੁਸੀਂ ਆਨਲਾਈਨ ਜਾ ਕੇ ਬੁਕਿੰਗ ਕਰ ਸਕਦੇ ਹੋ ਆਪਦੀ ਅਪਾਇੰਟਮੈਂਟ। ਤੁਸੀਂ 75 ਸਾਲ ਦੇ ਹੋ, ਤੁਹਾਨੂੰ ਤੁਹਾਡੀ ਵਾਰੀ ਆ ਗਈ ਹੈ ਜੀ। ਤੁਸੀਂ ਕਿਸੇ ਵੀ ਟਾਈਮ ਤੇ ਆਪਦੀ ਅਪਾਇੰਟਮੈਂਟ ਬੁੱਕ ਕਰੋ ਤੇ ਤੁਹਾਡੇ ਵੈਕਸੀਨ ਲੱਗ ਜਾਏਗਾ ਜੀ। ਜਿਹੜੀ ਕੰਜ਼ਰਵੇਟਿਵ ਸਾਹਿਬ ਉਹਨਾਂ ਕੋਲੇ ਕੋਈ ਓਟੂਲ ਸਾਹਿਬ ਦੇ ਕੋਲੇ ਕੋਈ ਵਧੀਆ ਇਸ਼ੂ ਚਾਹੀਦਾ ਉਹਨਾਂ ਨੂੰ, ਪਰ ਇਹ ਐਸਾ ਇਸ਼ੂ ਨਹੀਂ ਹੈ ਕਿ ਸਾਨੂੰ ਪਲਾਨ ਦਿਓ ਜੀ ਕਦੋਂ ਖੋਲ ਰਿਹਾ। ਹਰ ਕੋਈ ਨੂੰ ਪਤਾ ਵੀ ਵੈਕਸੀਨ ਸੋਚਣ ਵਾਲੀ ਗੱਲ ਇਹ ਹੈ ਵੀ ਅਜੇ ਤਾਂ ਸਟ੍ਰੇਨ ਅੱਜ ਫਿਰ 1500 ਤੋਂ ਉੱਪਰ ਨੇ। ਇਹ ਕੇਸਿਸ ਤਾਂ ਵੱਧ ਰਹੇ ਨੇ। ਤੁਸੀਂ ਖੋਲਣ ਦੀ ਗੱਲ ਕਰ ਰਹੇ ਹੋ, ਕਿਵੇਂ ਸਰਕਾਰ ਕਿਵੇਂ ਕਹਿ ਸਕਦੀ ਹੈ ਖੋਲ੍ਹੋ? ਆਮ ਨਾਟ ਡਿਫੈਂਡਿੰਗ ਮਿਸਟਰ ਟਰੂਡੋ, ਪਰ ਐਰਨ ਓਟੂਲ ਸਾਹਿਬ ਨੂੰ ਕੋਈ ਇਦੋਂ ਬੈਟਰ ਆਈਡੀਆ ਚਾਹੀਦਾ, ਕਿਉਂਕਿ ਜਿਹੜੀ ਇਹਨਾਂ ਨੇ ਕਨਵੈਨਸ਼ਨ ਹੁਣ ਵੀਕਐਂਡ ਤੇ ਹੋ ਕੇ ਹਟੀ ਹੈ, ਉਹਦੇ ਵਿੱਚ ਵੀ ਇਹਨਾਂ ਨੂੰ ਕਲੀਅਰ ਕੱਟ, ਇਹਨਾਂ ਨੂੰ ਆਪ ਨੂੰ ਨਹੀਂ ਪਤਾ ਮੈਂ ਕਿਹੜੇ ਰਾਹ ਤੇ ਚੱਲਣਾ। ਇਹਨਾਂ ਦੇ ਨਾਲ ਇਹਨਾਂ ਦੀ ਜਿਹੜੀ ਪਾਰਟੀ ਹੈ ਉਹ ਵੀ ਸਾਰੀ ਦੇ ਨਾਲ ਸਹਿਮਤ ਨਹੀਂ ਹੈਗੀ ਹੈ।
ਕਈ ਵੱਡੇ ਵੱਡੇ ਲੀਡਰ ਤਾਂ ਇਸ ਦੇ ਵਿੱਚ ਆਏ ਹੀ ਹੋਈ ਹੈਨਗੇ। ਇਹ ਬੜੀ ਵੱਡੀ ਪ੍ਰੋਬਲਮ ਹੈ। ਔਰ ਇਹ ਐਰਨ ਓਟੂਲ ਸਾਹਿਬ ਜਿੰਨੀਆਂ ਇਹੋ ਜਿਹੀਆਂ ਗੱਲਾਂ ਕਰ ਰਹੇ ਨੇ, ਸਮਾਂ ਇਹਨਾਂ ਨੂੰ ਕਰਨੀ ਨਹੀਂ ਚਾਹੀਦੀ। ਕਿਉਂ? ਇੱਕ ਫੇਰ ਮਾੜਾ ਇਸ਼ੂ ਆ ਗਿਆ। ਇਹ ਉਹ ਇਸ਼ੂ ਕੋਈ ਤੂਲ ਨਹੀਂ ਫੜ ਰਿਹਾ ਇਹਨਾਂ ਦਾ। ਇਹਨਾਂ ਨੂੰ ਉਹ ਚਾਹੀਦਾ, ਮੁੱਦੇ ਤਾਂ ਚੁੱਕਣ ਦੀ ਕੋਸ਼ਿਸ਼ ਕਰ ਰਿਹਾ, ਪਰ ਸ਼ਾਇਦ ਅਜੇ ਕਿਸਮਤ ਸਾਥ ਨਹੀਂ ਦੇ ਰਹੀ ਹੈਗੀ ਤੇ ਉਹ ਮੁੱਦਾ ਜਿਹੜਾ ਤੂਲ ਨਹੀਂ ਫੜ ਰਿਹਾ। ਦੈਟਸ ਰਾਈਟ। ਹਾਂ, ਜੇ ਤੂਲ ਨਹੀਂ ਫੜ ਰਿਹਾ ਤਾਂ ਇਹ ਸਮਾਂ ਹੋਰ ਪਿੱਛੇ ਨੂੰ ਜਾ ਰਹੇ ਨੇ। ਸੋ ਇਹ ਜੇ ਮੂੰਹ ਬੰਦ ਹੀ ਰੱਖਣ ਥੋੜੀ ਦੇਰ, ਸ਼ਾਇਦ ਕੋਈ ਐਸਾ ਕੋਈ ਨਾ ਇਸ਼ੂ ਨਿਕਲਿਆ ਹੁੰਦਾ। ਤਰਨ ਜਗਮੀਤ ਸਿੰਘ ਜੀ ਤੋਂ ਪੁੱਛ ਲੈਣ। ਦੈਟਸ ਰਾਈਟ। ਹਾਂ, ਜਗਮੀਤ ਹੁਣੀ ਬੜੇ ਵਧੀਆ ਆਈਡੀਆ ਦੇ ਰਹੇ ਨੇ। ਜਗਮੀਤ ਹੁਣਾਂ ਨੇ ਆਪਾਂ ਕੱਲ ਵੀ ਗੱਲ ਕੀਤੀ ਸੀ, ਉਹਨਾਂ ਨੇ ਮਿਸਟਰ ਟੂਡੋ ਦਾ ਫਾਇਦਾ ਕਰ ਦੇਣਾ ਮੈਨੂੰ ਲੱਗਦਾ। ਬਿਲਕੁਲ ਜੀ। ਤੇ ਸਰ ਇਹਦੇ ਨਾਲ ਦੀ ਖਬਰ ਇੱਕ ਹੋਰ ਹੈ, ਆਪਾਂ ਵੈਕਸੀਨ ਦੀ ਗੱਲ ਵੀ ਕਰ ਲਈਏ ਤਾਂ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਓਨਟਾਰੀਓ ਦੇ ਵਿੱਚ ਮਾਮਲੇ ਲਗਾਤਾਰ ਵੱਧ ਰਹੇ ਨੇ, ਉੱਥੇ ਹੀ ਸਰ ਖਬਰ ਆਈ ਸੀ ਕਿ 에ਅਰ ਕੈਨੇਡਾ ਜਿਹੜੀ ਆ ਉਹ ਕੁਝ ਅਪ੍ਰੈਲ ਦੇ ਮਹੀਨੇ ਤੱਕ ਅਸੀਂ ਸੋਚ ਸਕਦੇ ਹਾਂ ਕਿ ਕੁਝ ਟੂਰਿਜ਼ਮ ਵਾਲੀਆਂ ਥਾਵਾਂ ਦੇ ਉੱਤੇ ਥੋੜਾ ਬਹੁਤ ਜਿਹੜੀਆਂ ਸਰਵਿਸਿਜ਼ ਸਟਾਰਟ ਕਰ ਦੇਵੇ। ਇੱਕ ਪਾਸੇ ਕੈਨੇਡਾ ਇਹ ਸੋਚ ਰਿਹਾ, 에ਅਰ ਕੈਨੇਡਾ ਇਹ ਸੋਚ ਰਿਹਾ, ਦੂਜੇ ਪਾਸੇ ਗੱਲ ਕਰੀਏ ਯੂਕੇ ਦੀ ਤਾਂ ਯੂਕੇ 'ਚ ਕਹਿੰਦੇ ਜੇ ਤੁਸੀਂ ਬਾਹਰ ਜਾ ਕੇ ਤੁਸੀਂ ਵੈਕੇਸ਼ਨਸ ਇੰਜੋਏ ਕਰਨ ਜਾਂਦੇ ਹੋ 7000 ਵੀ ਨਾਲ ਰੈਡੀ ਰੱਖੋ ਫਾਈਨ। ਤਰਨ ਦੇਖੋ, ਹੁਣ ਜਿਵੇਂ ਆਸਟ੍ਰੇਲੀਆ, ਨਿਊਜ਼ੀਲੈਂਡ ਬੜੇ ਇਹ ਸੀਰੀਅਸ ਨੇ ਇਸ ਮਾਮਲੇ ਦੇ ਵਿੱਚ। ਇਹ ਹੁਣ ਯੂਕੇ ਹੋਣ ਲੱਗਿਆ ਹੈ ਸੀਰੀਅਸ। ਚੰਗੀ ਗੱਲ ਹੈਗੀ ਆ। ਉਹ ਕਹਿੰਦੇ ਅਸੀਂ ਫਾਈਨ ਕਰਾਂਗੇ ਅਪ ਟੂ ਸਮਵਨ 6000 ਪਾਉਂਡ ਦੇ ਨੇੜੇ ਮਤਲਬ ਫਾਈਨ ਹੋਣ ਲੱਗਣਾ ਜੇ ਤਾਂ। ਔਰ ਚੰਗੀ ਗੱਲ ਆ, ਉਹ ਚਾਹੁੰਦੇ ਵੀ ਇੱਕ ਵਾਰੀ ਕੰਟਰੋਲ ਕਰ ਲਓ ਫਿਰ ਮੌਜ ਮੇਲਾ ਕਰੋ। ਜਦੋਂ ਅਸੀਂ ਸਾਡੀ ਸਰਕਾਰ ਨੇ ਇਹ ਕੋਈ ਬਹੁਤਾ ਵਧੀਆ ਕੰਮ ਨਹੀਂ ਕੀਤਾ। ਉਹ ਮੈਂ ਪੁੱਛਣ ਹੀ ਲੱਗੀ ਸੀ ਸਾਡੀ ਸਰਕਾਰ ਕਦੋਂ ਸੀਰੀਅਸ ਹੋ ਰਹੀ ਹੈ? ਫਿਰ ਸਾਡੀ ਸਰਕਾਰ ਨੇ ਬਿਲਕੁਲ ਨਹੀਂ ਇਹ ਇਸ ਬਾਰੇ ਇੰਨਾ ਸੀਰੀਅਸ ਨਹੀਂ ਹੋਏ ਵੀ ਅਸੀਂ ਬੰਦ ਹੀ ਕਰ ਦਈਏ। ਸਾਡੀ ਸਰਕਾਰ ਨੇ ਕੁਝ ਖੁੱਲਾ ਰੱਖ ਲਿਆ, ਕੁਝ ਬੰਦ ਕਰ ਲਿਆ, ਕਦੇ ਉਹਨੂੰ ਕਰ ਲਿਆ, ਕਦੇ ਉਹਨੂੰ ਕਰ ਲਿਆ। ਸਾਡੇ ਹੁਣ ਤਾਂ 에ਅਰ ਇੰਡੀਆ ਭਰ ਤੁਰਿਆ ਹੁੰਦਾ ਇੱਧਰ ਨੂੰ। ਸੌਰੀ ਟੂ ਸੇ ਦਿਸ ਥਿੰਗ, ਕਿੰਨੇ ਕੋਵਿਡ ਦੇ ਕੇਸਿਸ ਆਏ ਨੇ, ਫਲਾਈਟਸ ਪੂਰੀਆਂ ਹੀ ਕੋਵਿਡ। ਸਾਡੀ ਸਰਕਾਰ ਤਾਂ ਇਹ ਨਹੀਂ ਬੰਦ ਕਰ ਸਕੀ। ਮੈਨੂੰ ਲੱਗਦਾ ਇੰਡੀਅਨ ਗਵਰਨਮੈਂਟ ਨੇ ਤਾਂ ਹੁਣ ਦੁਬਾਰੇ ਫੇਰ ਸੋਚਣ ਲੱਗੀ ਹੈ ਬੰਦ ਕਰਨ ਵਾਸਤੇ। ਔਰ ਇਹ ਸੀਰੀਅਸ ਹੋਣਾ ਪਏਗਾ। ਜਿਹੜੀ ਯੂਕੇ ਗਵਰਨਮੈਂਟ ਆ, ਇਹ ਚੰਗੀ ਗੱਲ ਕੀਤੀ ਉਹਨਾਂ ਨੇ ਵੀ ਜਿਹੜੇ ਕੋਈ ਛੁੱਟੀਆਂ ਕੱਟਣ ਜਾਣਗੇ, ਉਹ ਕਹਿੰਦੇ ਐਸੈਂਸ਼ੀਅਲ ਹੈਗਾ ਤਾਂ ਠੀਕ ਆ, ਜਿਹਨੇ ਛੁੱਟੀਆਂ ਮੌਜ ਨਾਲ ਕੱਟਣ ਜਾਣਾ ਤਾਂ ਆ ਕੇ ਫਾਈਨ ਦਿਓ ਭਾਈ ਜੀ। ਨਥਿੰਗ ਰੋਂਗ ਵਿਦ ਦੈਟ। ਬਿਲਕੁਲ ਸਰ, ਡਿਸਟਰੈਕਸ਼ਨ ਹੈ ਕਿਸੇ ਨਾ ਕਿਸੇ ਹਿਸਾਬ ਤੋਂ ਹੋਣੀ ਚਾਹੀਦੀ ਹੈ। ਬਿਲਕੁਲ, ਤੁਸੀਂ ਨਾਲ ਛੁੱਟੀਆਂ ਕੱਟ ਕੇ ਆਓਗੇ ਤਾਂ ਨਾਲ ਜੁਰਮਾਨਾ ਤਾਂ ਭੁਗਤਣਾ ਪਏਗਾ। ਦੇਸ਼ ਦੇ ਵਿੱਚ ਕੀ ਹਾਲਾਤ ਹੋਏ ਬਣੇ ਤਾਂ ਤੁਹਾਨੂੰ ਛੁੱਟੀਆਂ ਦੀ ਪਈ ਹੈ। ਸਹੀ ਗੱਲ ਹੈ ਜੀ, ਸਹੀ ਗੱਲ ਹੈ। ਬਿਲਕੁਲ ਸਰ। ਤੇ ਇੱਥੇ ਖਬਰਾਂ ਦਾ ਸਿਲਸਿਲਾ ਆਪਾਂ ਅੱਜ ਸਮਾਪਤ ਕਰਦੇ ਹਾਂ ਤੇ ਸਵਾਲ ਹੁੰਦਾ ਦਰਸ਼ਕਾਂ ਦੇ ਲਈ ਹਮੇਸ਼ਾ ਦੀ ਤਰ੍ਹਾਂ। ਸੋ ਅੱਜ ਤੱਕ ਕੀ ਸਵਾਲ ਹੈ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਇੱਕ ਦਰਸ਼ਕਾਂ ਨੂੰ ਦੱਸ ਦਈਏ ਕਿ ਹਮਦਰਦ ਟੀਵੀ ਨੂੰ ਵੱਖ-ਵੱਖ ਲੋਕੇਸ਼ਨਸ ਤੋਂ ਤਜਰਬੇਕਾਰ ਪੱਤਰਕਾਰਾਂ ਦੀ ਲੋੜ ਹੈ। ਜੇਕਰ ਤੁਸੀਂ ਨਿਊ ਵੀ ਹੋ, ਫਰੈਸ਼ਰ ਵੀ ਹੋ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਸਟੂਡੈਂਟਸ ਨੂੰ ਵੀ ਅਸੀਂ ਕਵਾਂਗੇ ਕਿ ਜੇਕਰ ਤੁਹਾਡਾ ਮੀਡੀਆ ਫੀਲਡ ਦੇ ਵਿੱਚ ਇੰਟਰਸਟ ਹੈਗਾ, ਹਮਦਰਦ ਟੀਵੀ ਦੇ ਲਈ ਤੁਸੀਂ ਜੇਕਰ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇਹਨਾਂ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 905 791 9999। ਸੋ ਜੇ ਤੁਸੀਂ ਇੰਟਰਸਟਿਡ ਹੈਗੇ ਹੋ ਮੀਡੀਆ ਜੌਬ ਲਈ ਤੁਸੀਂ ਕਾਲ ਕਰ ਸਕਦੇ ਹੋ। ਜੀ ਸਰ, ਅੱਜ ਦਾ ਸਵਾਲ ਤਰਨ, ਅੱਜ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹੀਦੀ ਪੁਰਬ। ਅੱਜ ਜਿਹੜਾ ਆਪਾਂ ਸਵਾਲ ਪੁੱਛਾਂਗੇ ਜੀ ਕਿਸੇ ਫਰੀडम ਫਾਈਟਰ ਦੇ ਬਾਰੇ ਸਵਾਲ ਹੈ ਜੀ। ਇਹਨਾਂ ਦਾ ਜਨਮ 1905 ਤੇ 1910 ਦੇ ਵਿੱਚ ਹੋਇਆ ਜੀ। 1905 ਤੇ 1910। ਓਕੇ। ਇਹਨਾਂ ਨੇ ਇੱਕ ਦੋਸ਼ ਹੈ ਇਹਨਾਂ ਤੇ ਇੱਕ ਪੁਲਿਸ ਅਫਸਰ ਦੀ ਡੈਥ, ਇਹਨਾਂ ਨੇ ਕਤਲ ਕੀਤਾ ਸੀਗਾ ਜੀ। ਇਹ ਅਖੀਰ 'ਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਇਹਨਾਂ ਦਾ ਜਿਹੜਾ ਪਿੰਡ ਹੈ ਉਹ ਬੰਬੇ ਪ੍ਰੈਜ਼ੀਡੈਂਸੀ ਦੇ ਵਿੱਚ ਸੀਗਾ ਜੀ। ਉਹ ਬ੍ਰਿਟਿਸ਼ ਇੰਡੀਆ ਦੇ ਕੋਲੇ ਖੇਡ ਪਿੰਡ ਹੈ ਜੀ। ਵੈਸੇ ਅੱਜ ਹੁਣ ਇਹਨਾਂ ਦੇ ਪਿੰਡ ਦਾ ਨਾਮ ਇਹਨਾਂ ਦੇ ਨਾਮ ਨਾਲ ਰੱਖਿਆ ਗਿਆ ਹੈ ਜੀ। ਬੜੀ ਚੰਗੀ ਗੱਲ ਕੀਤੀ ਹੈ। ਇਹ ਜਿਹੜੀ HSRA ਆਰਗੇਨਾਈਜੇਸ਼ਨ ਸੀਗੀ ਜੀ, ਇਹ ਉਹਦੇ ਨਾਲ ਸੰਬੰਧਿਤ ਸੀਗੇ। ਇਹ ਮਰਾਠੀ ਨੇ ਜੀ, ਇਹ ਬ੍ਰਾਹਮਣ ਫੈਮਿਲੀ ਦੇ ਨਾਲ ਸੰਬੰਧਿਤ ਨੇ ਜੀ। ਇਹ ਭੀਮਾ ਪੁਣੇ ਦੇ ਨੇੜੇ ਇਹਨਾਂ ਦੀ ਇੱਕ ਦਰਿਆ ਵਗਦਾ ਭੀਮਾ, ਉਹਨਾਂ ਦੇ ਕੰਢੇ ਤੇ ਇਹਨਾਂ ਦਾ ਪਿੰਡ ਹੈਗਾ ਜੀ। ਇਹਨਾਂ ਦੇ ਫਾਦਰ ਦੀ ਮੌਤ ਹੋ ਗਈ ਸੀ ਜਦੋਂ ਇਹ 6 ਸਾਲ ਦੇ ਸੀਗੇ ਤੇ ਇਹਨਾਂ ਦੇ ਫਿਰ ਵੱਡੇ ਭਰਾ ਨੇ ਪਰਿਵਾਰ ਦਾ ਖਿਆਲ ਕੀਤਾ ਜੀ, ਪਾਲਣ ਪੋਸ਼ਣ ਕੀਤਾ। ਇਹਨਾਂ ਨੇ ਪ੍ਰਾਇਮਰੀ ਐਜੂਕੇਸ਼ਨ ਖੇਡ ਦੇ ਵਿੱਚ ਲਈ ਹੈ ਜੀ ਤੇ ਬਾਅਦ 'ਚ ਨਿਊ ਇੰਗਲਿਸ਼ ਸਕੂਲ ਪੂਨੇ ਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਹੈ ਜੀ। ਸੇਵਾ ਦਲ ਛੋਟੀ ਉਮਰ ਦੇ ਵਿੱਚ ਜੁਆਇਨ ਕਰ ਲਿਆ ਸੀਗਾ ਜੀ ਤੇ ਉਹਨਾਂ ਦੇ ਟ੍ਰੇਨਿੰਗ ਕੈਂਪ ਵੀ ਇਹ ਉਹ ਅਟੈਂਡ ਕਰਦੇ ਰਹੇ ਨੇ ਜੀ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ HSRA ਉਹਦੇ ਇਹ ਮੈਂਬਰ ਰਹੇ ਸੀਗੇ ਜੀ। ਔਰ ਉਹਦੀ ਸੀਗਾ ਵੀ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣਾ। ਇਹਨਾਂ ਦੇ ਹੋਰ ਵੀ ਬੜੇ ਐਸੇ ਸਾਥੀ ਸੀਗੇ ਜਿਨ੍ਹਾਂ ਨੇ ਰਲ ਕੇ ਇਹਨਾਂ ਨੇ ਕਈ ਗੱਲਾਂ ਕੀਤੀਆਂ ਨੇ। ਇੱਕ ਬੜੇ ਵੱਡੇ ਲੀਡਰ ਦੀ ਮੌਤ ਹੋ ਗਈ ਸੀ। ਉਹ ਲੀਡਰ ਦੀ ਜਿਹੜੀ ਮੌਤ ਸੀਗੀ ਉਹ ਇਹਨਾਂ ਤੇ ਬਹੁਤ ਅਸਰ ਕੀਤਾ ਸੀਗਾ। ਇਹਨਾਂ ਦੀ ਇੱਕ ਫਿਰ ਕੇਸ ਚੱਲਿਆ ਸੀਗਾ, ਉਹਦੇ ਵਿੱਚ 24 ਜਣਿਆਂ ਤੇ ਕੇਸ ਚੱਲਿਆ ਸੀਗਾ। ਉਹਨਾਂ ਦੇ ਵਿੱਚੋਂ ਇਹਨਾਂ ਦੇ ਉੱਤੇ ਫੈਸਲਾ ਇਹ ਹੋਇਆ ਸੀਗਾ ਕਿ ਇਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਸੀ ਤੇ ਇਹਨਾਂ ਨੂੰ ਅਖੀਰ ਐਕਸੀਕਿਊਟ ਕਰ ਦਿੱਤਾ ਗਿਆ ਸੀ। ਇਹਨਾਂ ਦੀ ਜਿਹੜੀ ਐਕਸੀਕਿਊਸ਼ਨ ਹੈ ਉਹ
ਜਿਹੜੀ ਡੇਟ ਦੀ ਸੀਗੀ ਉਹ ਤੋਂ ਇੱਕ ਦਿਨ ਪਹਿਲਾਂ ਕਰ ਦਿੱਤੀ ਗਈ ਸੀਗੀ ਕਿਉਂਕਿ ਸਰਕਾਰ ਨੂੰ ਇਹਨਾਂ ਤੋਂ ਡਰ ਬੜਾ ਸੀਗਾ। ਉਹ ਇਹ ਵੀ ਕਾਰਨ ਸੀਗਾ ਕਿ ਉਸ ਤੋਂ ਅਗਲੇ ਦਿਨ ਇਹ ਦੋਸ਼ ਲਾਇਆ ਜਾਂਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਸ ਦੀ ਅਗਲੇ ਦਿਨ ਕਨਵੈਨਸ਼ਨ ਸ਼ੁਰੂ ਹੋਣੀ ਸੀਗੀ ਔਰ ਉਸ ਦਿਨ ਦਾ ਸਜ਼ਾਏ ਮੌਤ ਸੀਗੀ। ਪਰ ਉਸ ਨੂੰ ਕਹਿੰਦੇ ਕਈਆਂ ਨੇ ਇਹ ਪ੍ਰੈਸ਼ਰ ਪਾਇਆ ਗਿਆ ਵੀ ਸਾਡੀ ਕਨਵੈਨਸ਼ਨ ਦੇ ਨਾਲ ਰਿਕਾਰਡ ਆਏਗੀ, ਤੁਸੀਂ ਇਹਨਾਂ ਨੂੰ ਇੱਕ ਦਿਨ ਪਹਿਲਾਂ ਇਹਨਾਂ ਨੂੰ ਸਜ਼ਾਏ ਮੌਤ ਦੇਣੀ ਜਿਹੜੀ ਹੈ। ਇਹਨਾਂ ਦੇ ਨਾਂ ਦੇ ਉੱਤੇ ਜੀ ਇਹਨਾਂ ਦੇ ਪਿੰਡ ਦਾ ਨਾਮ 2788 ਸਕੁਆਇਰ ਮੀਟਰ ਜਿੱਥੇ ਪੈਦਾ ਹੋਏ ਸੀ ਉਹ ਜਿਹੜਾ ਘਰ ਹੈਗਾ ਉਹਨਾਂ ਦੇ ਵਿੱਚੋਂ ਬਣਿਆ ਹੋਇਆ ਜੀ। ਤੇ ਇਹ ਅਜੇ ਤੱਕ ਕੋਈ ਮੈਨੂੰ ਇਹਦਾ ਹਰ ਉੱਤਰ ਆਇਆ ਨਹੀਂ ਜੀ, ਘੰਟੀ ਵੱਜੀ ਨਹੀਂ ਜੀ। ਮੈਨੂੰ ਇਸ ਗੱਲ ਦੀ ਬਹੁਤ ਸੰਗ ਆ ਰਹੀ ਹੈ ਜੀ ਆਪਦੇ ਆਪ ਨੂੰ। ਸੁਸ਼ਮਾ ਵਾਲੀਆ ਜੀ ਦਾ ਮੈਸੇਜ ਆ ਚੁੱਕਿਆ ਪਰ ਮੈਂ ਵੇਟ ਕਰ ਰਹੀ ਹਾਂ ਕਿ ਜੇਕਰ ਕੋਈ ਸਾਨੂੰ ਕਾਲਰ ਵੀ ਕਾਲ ਕਰਨ, ਕਿਉਂਕਿ ਬਹੁਤ ਵਾਰੀ ਸਾਨੂੰ ਕਾਲਸ ਆਉਂਦੀਆਂ ਕਿ ਅਸੀਂ ਸਿਰਫ ਆਰਟਿਸਟ ਦੀ ਗੱਲ ਕਰਦੇ ਹਾਂ, ਕਿਸੇ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਇਤਿਹਾਸ ਬਾਰੇ ਗੱਲ ਕਰੀਏ। ਸੋ ਅੱਜ ਕਿਸੇ ਇੱਕ ਰਿਲੀਜਨ ਦੀ ਗੱਲ ਨਹੀਂ ਕਰ ਰਹੇ ਹੈਗੇ, ਅੱਜ ਇੰਡੀਆ ਦੀ ਗੱਲ ਕਰ ਰਹੇ ਹਾਂ, ਫਰੀडम फाइटर ਦੀ ਗੱਲ ਹੋ ਰਹੀ ਹੈ ਜੀ। ਹਾਂਜੀ ਦੇਖ ਲਓ ਜੀ, ਕਰ ਲਓ ਟਰਾਈ, ਹਲੇ ਮੇਰੇ ਕੋਲ ਹੈਗੇ ਮਿੰਟ ਜੀ ਇਹਨਾਂ ਨੂੰ। ਬਿਲਕੁਲ ਸੁਸ਼ਮਾ ਵਾਲੀਆ ਜੀ ਦਾ ਮੈਸੇਜ ਆ ਚੁੱਕਿਆ, ਉਹ ਕਹਿ ਰਹੇ ਨੇ ਜੀ ਚੰਦਰ ਸ਼ੇਖਰ ਆਜ਼ਾਦ। ਓਕੇ ਥੈਂਕ ਯੂ ਜੀ। ਹਾਂ ਹੋਰ ਕਿਸੇ ਨੇ ਟਰਾਈ ਕਰਨੀ ਹੈ ਜੀ ਇਹਨੂੰ? ਜਿਹੜੀ ਕਾਲਰ ਜੁੜ ਗਏ ਨੇ ਜੀ। ਸਤਿ ਸ੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤਰਨ ਜੀ, ਮੈਂ ਅਮਰੀਕ ਸਿੰਘ ਬੋਲਦਾ ਜੀ ਵਿਨੀਪੈਗ ਤੋਂ। ਹਾਂਜੀ ਹੈਲੋ ਹਾਂਜੀ ਸੁਣ ਰਹੇ ਹਾਂ ਜੀ, ਦੱਸੋ ਜੀ ਕੌਣ ਹੈ? ਇਹ ਰਾਜਗੁਰੂ ਨੇ ਜੀ, ਰਾਜਗੁਰੂ। ਰਾਜਗੁਰੂ ਜੀ, ਸ਼ੁਕਰੀਆ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਇੱਕ ਹੋਰ ਸ਼ੁਰੂਆਤ ਹੋਈ ਹੈ ਜੀ, ਚੰਗੀ ਗੱਲ ਹੈ ਜੀ। ਹੋਰ ਕਿਸੇ ਨੇ ਟਰਾਈ ਕਰਨੀ ਹੈ ਜੀ? ਨਹੀਂ ਜੀ, ਨਹੀਂ ਜੀ, ਸ਼ਾਇਦ ਸਾਡੇ ਦਰਸ਼ਕ ਅੱਜ ਦਾ ਸਵਾਲ ਪੁੱਛ ਨਹੀਂ ਪਾਏ ਹੈਗੇ ਜੀ। ਸਰ ਤਰਨ ਆਪਾਂ ਸਵਾਲ ਦੇ ਵਿੱਚ ਜਵਾਬ ਦੇ ਜਵਾਬ ਵੀ ਦੇ ਦਿੱਤਾ ਸੀ। ਬੜਾ ਤੁਸੀਂ ਅੱਜ ਬਹੁਤ ਈਜ਼ੀਲੀ ਸੀ ਪ੍ਰੈਡਿਕਟ ਕੀਤਾ ਜਾ ਸਕਦਾ ਸੀ, ਆਪਾਂ ਕਿਹਾ ਵੀ ਹੈ ਤੇ ਇਹ ਵੀ ਦੱਸਿਆ ਕਿ ਫਾਂਸੀ ਵੀ ਪਹਿਲਾਂ ਹੋਈ ਹੈ ਔਰ ਮੈਂ ਇਹਨਾਂ ਦੇ ਨਾਮ ਵੀ ਲੈ ਚੁੱਕੇ ਹਾਂ। ਪਹਿਲਾਂ ਹੀ ਨਾਮ ਲੈਤਾ ਸੀ ਸਵਾਲ ਸ਼ੁਰੂ ਕਰਨ ਵੇਲੇ, ਇਹਨਾਂ ਦਾ ਨਾਮ ਲਿਆ ਜੀ। ਬਿਲਕੁਲ ਜੀ ਸੋਹਲ ਸਾਹਿਬ, ਤੁਸੀਂ ਸਹੀ ਕਿਹਾ ਜੀ। ਸ਼ਿਵਰਾਮ ਰਾਜਗੁਰੂ, ਇਹਨਾਂ ਦਾ 24 ਅਗਸਤ 1908 ਚ ਇਹਨਾਂ ਦਾ ਜਨਮ ਹੋਇਆ ਸੀਗਾ ਜੀ। ਤੇ ਜਿਹੜੇ ਪੁਲਿਸ ਅਫਸਰ ਜੀ ਦੀ ਕਾਲਰ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੀ ਮੈਂ ਨਿਊਯਾਰਕ ਤੋਂ ਬੋਲ ਰਿਹਾ ਜੀ। ਇਹ ਭਗਤ ਸਿੰਘ ਤੇ ਰਾਜਗੁਰੂ। ਥੈਂਕ ਯੂ ਜੀ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਬਿਲਕੁਲ ਜੀ, ਥੈਂਕ ਯੂ ਜੀ। ਰਾਜਗੁਰੂ ਜੀ ਬਿਲਕੁਲ। ਸ਼ਿਵਰਾਮ ਗੁਰਰਹਿਮਤ ਸਿੰਘ ਜੀ ਕਹਿ ਰਹੇ ਨੇ ਰਾਜਗੁਰੂ। ਸੁਸ਼ਮਾ ਵਾਲੀਆ ਜੀ ਕਹਿ ਰਹੇ ਸੀ ਚੰਦਰ ਸ਼ੇਖਰ ਆਜ਼ਾਦ, ਪਰ ਉਹਨਾਂ ਨੂੰ ਫਾਂਸੀ ਨਹੀਂ ਹੋਈ ਸੀ, ਉਹਨਾਂ ਨੇ ਆਪਣੀ ਹੀ ਗੋਲੀ ਦੇ ਨਾਲ, ਲਾਸ਼ ਦੇ ਨਾਲ, ਜਿੱਥੇ ਤੱਕ ਮੈਨੂੰ ਯਾਦ ਹੈ ਕਿ ਉਹਨਾਂ ਨੇ ਆਪਣੀ ਜਾਨ ਖੁਦ ਲਈ ਸੀ। ਉਹਨਾਂ ਨੇ ਕਿਹਾ ਸੀ ਮੈਂ ਪੁਲਿਸ ਦੇ ਹੱਥ ਨਹੀਂ ਆਵਾਂਗਾ ਜਿੰਦਾ। ਗੱਲ ਕਰਾਂਗੇ, ਇੱਕ ਹੋਰ ਦਰਸ਼ਕ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ ਜੀ, ਗੁਰਬ੍ਰਿੰਦ ਤੋਂ ਬੋਲ ਰਹੇ ਹਾਂ ਜੀ ਸਰ। ਸਤਿ ਸ਼੍ਰੀ ਅਕਾਲ। ਭਗਤ ਸਿੰਘ। ਥੈਂਕ ਯੂ। ਸ਼ੁਕਰੀਆ ਜੀ, ਸ਼ੁਕਰੀਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ, ਕਾਲ ਕਰਨ ਲਈ ਸ਼ੁਕਰੀਆ। ਸ਼ਾਇਦ ਸਰ ਤੋਂ ਇਹਨਾਂ ਨੇ ਬਰਥ ਨਹੀਂ ਸੁਣਿਆ ਕਿ ਕਿੱਥੋਂ ਦਾ ਸੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਤੇ ਮੇਰਾ ਨਾਮ ਕੁਲਵੀਰ ਸਿੰਘ ਕੰਗ ਹੈ ਜੀ, ਤੇ ਮੈਂ ਰਾਜਗੁਰੂ ਪਲੀਜ਼। ਰਾਜਗੁਰੂ ਜੀ, ਰਾਜਗੁਰੂ ਸ਼ੁਕਰੀਆ ਜੀ, ਸ਼ੁਕਰੀਆ ਜੀ, ਸ਼ੁਕਰੀਆ ਜੀ ਸਰ। ਥੈਂਕ ਯੂ ਜੀ। ਹਾਂ ਬਿਲਕੁਲ ਜੀ, ਮੈਨੂੰ ਅਫਸੋਸ ਜ਼ਰੂਰ ਹੋਇਆ ਜੀ ਜਿਹੜੇ ਜਵਾਬ ਆਏ ਨੇ ਬੜੇ ਲੇਟ ਆਏ ਨੇ। ਇਹ ਤਾਂ ਗੱਲ ਮੇਰੀ ਮੁੱਕਣ ਤੋਂ ਪਹਿਲਾਂ ਹੋਣਾ ਚਾਹੀਦਾ ਸੀ, ਬਟ ਸਟਿਲ ਕੋਈ ਗੱਲ ਨਹੀਂ। ਸਾਡਾ ਹੈਗਾ ਜੀ, ਅਸੀਂ ਤਰਨ ਗੱਲ ਪਤਾ ਕੀ ਆ, ਅਸੀਂ ਭਗਤ ਸਿੰਘ ਨਾਮ ਮੂਹਰੇ ਆਉਂਦਾ ਹੈ, ਅਸੀਂ ਭਗਤ ਸਿੰਘ ਬਾਰੇ ਬਹੁਤ ਕੁਝ ਜਾਣਦੇ ਹਾਂ। ਇਹ ਐਸੇ ਦੋ ਸ਼ਖਸ ਨੇ, ਰਾਜਗੁਰੂ ਤੇ ਸੁਖਦੇਵ, ਇਹਨਾਂ ਬਾਰੇ ਘੱਟ ਜਾਣਕਾਰੀ ਹੈਗੀ ਹੈ। ਅਸੀਂ ਹਮੇਸ਼ਾ ਭਗਤ ਸਿੰਘ ਬਾਰੇ ਗੱਲ ਕਰਦੇ, ਖਟਖਟ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਹੈਗੀ ਆ। ਇਹ ਸਾਡੀ ਤਰਾਸਦੀ ਹੈ ਸਾਡੇ ਸਾਰੇ ਦੇਸ਼ ਵਾਸੀਆਂ ਦੀ ਕਿ ਅਸੀਂ ਸਾਰੇ ਨਹੀਂ, ਬਹੁਤੇ ਜਿਹੜੇ ਖਾਸ ਕਰਕੇ ਇਹਨਾਂ ਦੇ ਨਾਮ ਵੀ ਮੂਹਰੇ ਆਏ ਹੋਏ ਆ, ਅਸੀਂ ਉਹਨਾਂ ਦੀ ਵੇ ਬਾਰੇ ਵੀ ਇਹਨਾਂ ਨਹੀਂ ਜਾਣਦੇ। ਹਾਲਾਂਕਿ ਮੂਵੀਜ਼ ਵੀ ਬਣੀਆਂ ਨੇ, ਆਪਾਂ ਦੇਖੀਏ ਤਾਂ ਅੱਜ ਵੀ ਬਹੁਤ ਜਿਹੜੇ ਇੰਡੀਆ 'ਚ ਵੇਖ ਰਹੇ ਹੋਣੇ ਦਰਸ਼ਕ, ਤਾਂ ਉਹਨਾਂ ਨੂੰ ਪਤਾ ਹੋਣਾ ਕਿ 15 ਅਗਸਤ ਹੋ ਗਿਆ, 26 ਜਨਵਰੀ ਹੋ ਗਿਆ, ਜਾਂ ਫਿਰ 23 ਮਾਰਚ ਹੋ ਗਿਆ। ਬਹੁਤ ਹੀ ਵਾਰੀ ਮੂਵੀਜ਼ ਟੀਵੀ ਦੇ ਉੱਤੇ ਜਿਹੜੀਆਂ ਪੈਟਰੀਓਟਿਜ਼ਮ ਨਾਲ ਸੰਬੰਧਿਤ, ਦੇਸ਼ ਭਗਤੀ ਨਾਲ ਸੰਬੰਧਿਤ ਮੂਵੀਜ਼ ਆ ਰਹੀਆਂ ਹੁੰਦੀਆਂ ਨੇ, ਤੇ ਆਹ ਮੂਵੀਜ਼ ਤਾਂ ਖਾਸ ਤੌਰ ਤੇ ਦਿਖਾਈਆਂ ਜਾਂਦੀਆਂ ਨੇ। ਬਿਲਕੁਲ ਤਰਨ। ਤੇ ਜਿਹੜੇ ਸੁਖਦੇਵ ਸੀਗੇ, ਸੁਖਦੇਵ ਦਾ ਲਾਸਟ ਨੇਮ ਥਾਪਰ ਸੀ। ਸੁਖਦੇਵ ਲੁਧਿਆਣੇ ਨੂੰ ਬਿਲੋਂਗ ਕਰਦਾ ਜੀ। ਲੁਧਿਆਣੇ ਦੇ ਵਿੱਚ ਜੀ ਉਹਦਾ ਅਜੇ ਵੀ ਜਿਹੜਾ ਜੱਦੀ ਮਕਾਨ ਆ, ਉਹਦੇ ਵਿੱਚ ਉਹਦੇ ਬ੍ਰਦਰ ਦੇ ਵੰਸ਼ ਰਹਿੰਦੀ ਹੈ। ਉਸ ਦੇ ਘਰ ਦੀ ਹਾਲਤ ਕੋਈ ਬਹੁਤ ਹੀ ਵਧੀਆ ਨਹੀਂ ਸੀ। ਸਰਕਾਰ ਨੇ ਅਖੀਰ ਫੈਸਲਾ ਕੀਤਾ ਸੀਗਾ ਵੀ ਅਸੀਂ ਉਸ ਘਰ ਦੀ ਅਸੀਂ ਰਿਪੇਅਰ ਕਰਨੀ ਹੈ। ਉਹ ਵੀ ਕਿਉਂ? ਪਾਕਿਸਤਾਨ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਬਾਰੇ ਉੱਥੇ ਬਹੁਤ ਸਮਾਰਕ ਬਣ ਰਹੇ ਸੀ, ਤੇ ਸਾਡੀ ਸਰਕਾਰਾਂ ਨੂੰ ਸ਼ਰਮ ਆਈ ਇਸ ਗੱਲ ਦੀ। ਉਹਨੂੰ ਕਿਹਾ ਗਿਆ ਵੀ ਤੁਸੀਂ ਆਹ ਕਰੋ। ਸਰਕਾਰ ਨੇ ਫਿਰ ਪਤਾ ਕੀ ਕੀਤਾ, ਜਿਹੜਾ ਹੇਠਲਾ ਫਲੋਰ ਆ ਅਸੀਂ ਉਹਦੀ ਰੈਨੋਵੇਸ਼ਨ ਕਰ ਦਿੰਦੇ ਹਾਂ। ਇਹ ਕੈਸੀ ਗੱਲ ਹੈ? ਲੁਧਿਆਣੇ ਤੋਂ ਸੀ ਜੀ ਸੁਖਦੇਵ ਥਾਪਰ। ਤੇ ਇਹ ਅਸੀਂ ਗੱਲ ਕੀਤੀ ਹੈ ਜੀ ਇਸ ਵੇਲੇ
ਸ਼ਿਵਰਾਮ ਰਾਜਗੁਰੂ ਅੱਜ ਫਿਰ ਇੰਨੇ ਕਾ ਸੀ ਬਿਲਕੁਲ ਜੀ ਤੇ ਅਨਿਲ ਨਖਵਾਲ ਜੀ ਤੇ ਪ੍ਰਣਵ ਭੋਲਾ ਜੀ ਕਰ ਰਹੇ ਨੇ ਰਾਜਗੁਰੂ ਤੇ ਫਾਈਨਲੀ ਕਾਫੀ ਕੁਝ ਆਨਸਰਸ ਜ਼ਰੂਰ ਮਿਲੇ ਨੇ ਪਰ ਐਸ ਕੰਪੇਅਰ ਟੂ ਬਾਲੀਵੁੱਡ ਸੈਲੀਬ੍ਰਿਟੀਜ਼ ਬਹੁਤ ਘੱਟ ਰਹੇ ਆ ਸਹੀ ਗੱਲ ਤਰਨ ਵਦਨ पे जो फिदा होगा अमर वो नौजवान होगा। ਬਿਲਕੁਲ ਤੇ ਸਰ ਅੱਜ ਇਜਾਜ਼ਤ ਲਈਏ ਪਰ ਅਗਲਾ ਪ੍ਰੋਗਰਾਮ ਰੈਡੀ ਹੈ ਜੀ ਲਾਈਵ ਪ੍ਰੋਗਰਾਮ ਕਰਨ ਜਾ ਰਹੇ ਹਾਂ ਅਸੀਂ ਇਸ ਤੋਂ ਬਾਅਦ ਹੈਲਥ ਟਿਪਸ ਸੋ ਸਿਹਤ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੋਇਆ ਤੁਸੀਂ ਸਾਨੂੰ ਨੈਕਸਟ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ ਡਿਪਰੈਸ਼ਨ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਕੋਵਿਡ ਦੇ ਦੌਰਾਨ ਜੋ ਇਸ ਵਕਤ ਮੈਂਟਲੀ ਅਸੀਂ ਦੇਖ ਸਕਦੇ ਹਾਂ ਕਿ ਲੋਕਾਂ ਵਿੱਚ ਕਾਫੀ ਬਿਮਾਰੀਆਂ ਵੱਧ ਰਹੀਆਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ ਕੋਵਿਡ ਵੈਕਸੀਨ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਅਗਲਾ ਹੀ ਸ਼ੁਰੂ ਹੋਣ ਵਾਲਾ ਹੈਲਥ ਟਿਪਸ ਸ਼ੁਕਰੀਆ ਫਿਲਹਾਲ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ